बोले सोने हाल सासरी अकाल। स्वागत इन द लेट शो। ਤੁਸੀਂ ਹਮੇਸ਼ਾ ਉਮੀਦ ਰੱਖਦੇ ਹੋ ਔਰ ਵੇਟ ਕਰਦੇ ਹੋ ਕਿ ਮੇਰੇ ਪਾਸ ਅੱਜ ਕੋਈ ਗੈਸਟ ਹੋਏਗਾ। ਇੱਕ ਗੈਸਟ ਵੀ ਹੈਗਾ ਲੇਕਿਨ ਹੀ ਇਜ਼ ਨਾਟ ਕੁਆਇਟ ਅ ਗੈਸਟ। ਅੱਜ ਮੇਰੇ ਨਾਲ ਕੋ ਪ੍ਰੈਜ਼ੈਂਟ ਕਰ ਰਹੇ ਨੇ ਸ਼ੋ। ਆਮ ਵੈਰੀ ਪਲੀਜ਼ ਵੈਰੀ ਹੈਪੀ ਕਿ ਮੈਨੂੰ ਸਾਥ ਦੇ ਰਹੇ ਨੇ। ਮੈਂ ਦੱਸਦਾ ਚਾਹਾਂ ਕਿਉਂਕਿ ਬੜੇ ਮਹੀਨੇ ਹੋ ਗਏ ਨੇ ਪਹਿਲਾਂ ਗੈਸਟਾਂ ਨਾਲ ਅਸੀਂ ਗੱਲ ਕਰਦੇ ਸੀ ਤੇ all the time we've been talking about corona COVID-19 ਬਾਰੇ। ਦੁਨੀਆ ਕਾਫੀ ਫੈਡਅਪ ਹੋ ਗਈ ਗੱਲਾਂ ਸੁਣ ਕੇ ਦਿਨ ਬਾਅਦ, ਪਰ ਅਕਾਲ ਚੰਦ ਨੇ ਹਮੇਸ਼ਾ ਕੋਸ਼ਿਸ਼ ਕੀਤੀ ਸੀ ਕਿ ਜੋ ਗਵਰਨਮੈਂਟ ਕਹਿੰਦੀ ਪਈ ਹੈ, ਜੋ ਵੀ ਗਾਈਡਲਾਈਨ ਹੁੰਦੀ ਹੈ, ਜਿਹੜੇ ਆਪਣੇ ਲੋਕ ਇੰਗਲਿਸ਼ ਚੈਨਲ ਨਹੀਂ ਦੇਖੇ ਤੁਸੀਂ ਅਕਾਲ ਚੈਨਲ ਵਾਚ ਕਰਦੇ ਆ, ਅਸੀਂ ਤੁਹਾਡੇ ਪਾਸ ਲੈ ਕੇ ਆਈਏ ਡੇ ਟੂ ਡੇ ਲੇਟੈਸਟ ਤੋਂ ਲੇਟੈਸਟ ਇਨਫੋਰਮੇਸ਼ਨ ਜਿੱਥੇ ਵੀ ਤੁਸੀਂ ਦੁਨੀਆ 'ਚ ਬੈਠੇ ਹੋ। ਅੱਜ ਅਸੀਂ ਕਰਾਂਗੇ ਬ੍ਰੈਕਸਿਟ ਦੀ ਗੱਲ। ਅਸੀਂ ਬਿਮਾਰੀ ਦੇ ਵਿੱਚ ਕੈਰੀ ਦੇ ਵਿੱਚ ਨਾ ਬਿਲਕੁਲ ਭੁੱਲ ਗਿਆ ਇਹਦੇ ਬਾਰੇ। ਇਹ ਇੱਕ ਚੇਂਜ ਆ ਰਹੀ ਹੈ, ਵੈਦਰ ਕਿਸੇ ਨੂੰ ਅੱਛੀ ਲੱਗੇਗੀ ਕਿਸੇ ਨੂੰ ਬੁਰੀ ਲੱਗੇਗੀ, ਬਟ ਇਸ ਨੂੰ ਕਮ ਤੇ ਮੈਂ ਇਹਦੇ ਬਾਰੇ ਡਿਸਕਸ ਕਰਾਂਗੇ ਇਨ ਡਿਟੇਲ। ਕੋਸ਼ਿਸ਼ ਕਰਾਂਗੇ ਕਿ ਇਸ ਸਾਲ ਤੋਂ ਬਾਅਦ December 31 ਤੋਂ ਬਾਅਦ ਕੀ ਹੋਏਗਾ। ਮੇਰੇ ਨਾਲ ਆਪਣੇ ਸਰਦਾਰ ਅਕਬਰਦੀਪ ਜੀ ਮੈਨੂੰ ਸਾਥ ਦੇ ਰਹੇ ਨੇ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਥੈਂਕ ਯੂ ਸੋ ਮਚ, ਤੁਸੀਂ ਮੇਰਾ ਸਾਥ ਦੇ ਰਹੇ ਹੋ, ਬਹੁਤ ਅੱਛਾ ਲੱਗ ਰਿਹਾ। ਤੁਸੀਂ ਜੋ ਕਹੋਗੇ ਅਸੀਂ ਕਰਨੇ ਕਰਨਾ ਪਰ ਡੈਫੀਨਿਟਲੀ। ਇਹ ਵੀ ਤੁਹਾਡਾ ਵੀ ਸਬਜੈਕਟ ਹੈਗਾ ਨਾ ਇੱਕ ਤਰ੍ਹਾਂ ਦਾ। ਬਿਲਕੁਲ ਹੈਗਾ ਹੈ ਬਿਲਕੁਲ ਹੈਗਾ। ਸੋ ਮੈਂ ਹੋਰ ਕਿਹਨੂੰ ਪ੍ਰੋਫੈਸ਼ਨਲ ਫਾਈਂਡ ਕਰਦਾ, ਇਹਦੋਂ ਬਿਹਤਰ ਬੰਦਾ ਤਾਂ ਕੋਈ ਨਹੀਂ ਸੀਗਾ। ਸੋ ਇੱਕ ਕਹਿੰਦੇ ਹੁੰਦੇ ਨਾ ਇੱਕ ਸਟੋਨ ਦੇ ਨਾਲ ਦੋ ਬਰਡ ਕਿਲ ਕੀਤੇ ਨੇ। ਮੇਰੇ ਗੈਸਟ ਵੀ ਬਣ ਗਏ ਤੇ ਮੇਰੇ ਨਾਲ ਕੋ ਪ੍ਰੈਜ਼ੈਂਟ ਵੀ ਕਰ ਰਹੇ। ਨਹੀਂ ਬਿਲਕੁਲ ਤੁਹਾਡੇ ਲਈ ਜੋ ਤੁਸੀਂ ਕਹੋਗੇ ਤੁਹਾਡੇ ਨਾਲ ਹੀ ਹੈ ਜੀ। ਨਹੀਂ ਬਹੁਤ ਅੱਛੇ, ਵੈਰੀ ਨਾਈਸ, ਬਹੁਤ ਅੱਛਾ ਲੱਗਦਾ। ਅਕਬਰਦੀਪ ਜੀ ਜਿੱਦਾਂ ਮੈਂ ਦੱਸ ਕੇ ਹਟਿਆ ਕਿ ਅਸੀਂ COVID-19 ਪਿੱਛੇ ਬਹੁਤ ਟਾਈਮ ਸਪੈਂਡ ਕੀਤਾ ਹੈ। ਪਹਿਲੇ ਤੇ ਦੁਨੀਆ ਬੜਾ ਧਿਆਨ ਦਿੰਦੀ ਸੀ, ਬੜੇ ਗੌਰ ਹੋ ਕੇ ਸੁਣਦੀ ਸੀ। ਫਿਰ ਲੋਕਾਂ ਨੇ ਆਪਣਾ ਮਾਈਂਡ ਬਣਾ ਲਿਆ, ਫੈਡ ਅਪ ਹੋ ਗਏ। ਹਾਂਜੀ ਹੈ ਉਹ ਕਹਿੰਦੇ ਖੱਡੇ 'ਚ ਗਏ, ਅਸੀਂ ਨਹੀਂ ਡਰਦੇ ਕਰੋਨਾ ਤੋਂ। ਦੋ ਤਰ੍ਹਾਂ ਦੇ ਲੋਕ ਸੀਗੇ। ਇੱਕ ਸੀਗੇ ਬੜੇ ਡਰੇ ਹੋਏ ਜਿਨ੍ਹਾਂ ਨੇ ਪ੍ਰੋਪਰ ਆਪਣੇ ਆਪ ਨੂੰ ਓਬੇ ਕੀਤਾ ਗਵਰਨਮੈਂਟ ਦੇ ਰੂਲਸ ਰੈਗੂਲੇਸ਼ਨ। ਬਿਲਕੁਲ ਕੀਤਾ। ਕਈ ਲੋਕਾਂ ਨੇ ਤੇ ਘਰੋਂ ਬਾਹਰ ਹੀ ਨਹੀਂ ਨਿਕਲੇ। ਬਿਲਕੁਲ ਹਾਲੇ ਵੀ ਨਹੀਂ ਨਿਕਲੇ। ਹਾਂਜੀ ਕਾਫੀ ਲੋਕਾਂ ਨੇ ਕਾਫੀ ਇਹਨੂੰ ਸੀਰੀਅਸਲੀ ਲਿਆ ਹੈਗਾ ਤੇ ਲੋੜ ਵੀ ਸੀਗੀ ਲੈਣ ਦੀ। ਫਿਰ ਇੱਕ ਲੋਕ ਸੀਗੇ ਬਿਲਕੁਲ ਲਾਪਰਵਾਹ, ਉਹਨਾਂ 'ਚ ਛੱਡੋ ਸਾਨੂੰ ਕੁਝ ਨਹੀਂ ਹੁੰਦਾ, ਅਸੀਂ ਬਾਹਰ ਨਿਕਲਣਾ ਆਪਣਾ ਇੰਜੋਏ ਕਰਨਾ। ਪਰ ਜਿੱਦਾਂ ਤੁਸੀਂ ਕਿਹਾ ਕੋਵਿਡ ਕਰਕੇ ਬ੍ਰੈਕਜ਼ਿਟ ਜਿਹੜਾ ਆਉਣ ਲੱਗਾ 5 ਮਹੀਨੇ ਦੇ ਵਿੱਚ ਇਹ ਲੋਕ ਇਹਨੂੰ ਸਭ ਨੂੰ ਭੁੱਲ ਹੀ ਗਿਆ ਹੈ। ਮਤਲਬ ਕਿ ਜਿਹੜਾ ਕਿ ਤੁਸੀਂ ਇਨੀਸ਼ੀਏਟਿਵ ਲਿਆ ਅੱਜ ਸਭ ਨੂੰ ਰਿਮਾਈਂਡ ਕਰਾਉਂਦਾ 5 ਮਹੀਨੇ ਬਾਅਦ ਜਿਹੜੀ ਚੇਂਜ ਆ ਰਹੀ ਹੈਗੀ ਇਸ ਕੰਟਰੀ ਦੇ ਵਿੱਚ, ਇਹ ਬੜਾ ਇੰਪੋਰਟੈਂਟ ਸੀਗਾ ਵੀ ਅਸੀਂ ਇਹਨੂੰ ਹਾਈਲਾਈਟ ਕਰਦੇ ਹੋਏ ਲੋਕੀ ਆਪਣੀ ਨੋਰਮਲ ਲਾਈਫ 'ਚ ਜਾਣ, ਆਪਣੀ ਜਿਹੜੀ ਕਮਿਊਨਿਟੀ ਹੈਗੀ ਨੋਰਮਲ ਲਾਈਫ 'ਚ ਜਾ ਸਕੇ। ਪਤਾ ਕੀ ਬਾਤ ਤੁਸੀਂ ਬੜੀ ਅੱਛੀ ਕਹੀ ਇਕਬਾਲਦੀਪ ਜੀ। ਦੇਖੋ ਮੈਂ ਹਮੇਸ਼ਾ ਤੁਸੀਂ ਕਹੋਗੇ ਹਮੇਸ਼ਾ ਅਕਾਲ ਚੰਦ ਦੀ ਤਾਰੀਫ ਕਰਦਾ। ਜਿੱਥੇ ਕਿਸੇ ਬੰਦੇ ਦੇ ਕਾਬਲ ਕਿਸੇ ਨੂੰ ਦੇਣੀ ਚਾਹੀਦੀ ਉਹਨੂੰ ਸ਼ਾਬਾਸ਼ੀ ਦੇਣੀ ਚਾਹੀਦੀ ਹੈ। ਅਕਾਲ ਚੰਦ ਹਮੇਸ਼ਾ ਕੋਸ਼ਿਸ਼ ਕਰਦੇ ਕਿ ਇਟ ਸ਼ੁਡ ਬੀ ਹੈਡ ਆਫ ਐਵਰੀਥਿੰਗ। ਜਿੱਦਾਂ ਤੁਸੀਂ ਕਿਹਾ ਹਾਲੇ 5-6 ਮਹੀਨੇ ਪਏ ਨੇ, 5 ਮਹੀਨੇ ਪਏ। ਹਾਂਜੀ 5 ਮਹੀਨੇ 31 ਜਿਹੜੀ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਇਹ ਚੀਜ਼ ਹੋਣੀ ਹੈ, ਪੱਕਾ ਹੋਣੀ ਹੈ। ਤੁਸੀਂ ਸਾਡਾ ਪ੍ਰੋਗਰਾਮ ਦੇਖੋ ਐਂਡ ਤੱਕ। ਅਗਰ ਤੁਸੀਂ ਕਾਲ ਕਰਨਾ ਚਾਹੋ, ਕੁਝ ਕੰਟਰੀਬਿਊਸ਼ਨ ਕਰਨਾ ਚਾਹੋ ਕਿਸੇ ਵੀ ਤਰ੍ਹਾਂ to 0208571427 ਤੇ ਕਾਲ ਕਰ ਸਕਦੇ ਹੋ। ਬਾਈ ਆਲ ਮੀਨਸ ਕਿਤੇ ਵੀ ਬੈਠੇ ਹੋ ਪਲੀਜ਼ ਕਾਲ ਕਰੋ, ਬੜਾ ਅੱਛਾ ਲੱਗੇਗਾ ਫੀਡਬੈਕ ਦੇਣਾ। ਅਕਬਰਦੀਪ ਜੀ ਅਸੀਂ ਗੱਲ ਕਰਦੇ ਹੁਣ ਦੀ ਜਿੱਦਾਂ ਮੈਂ ਦੱਸਿਆ ਸੀ ਬ੍ਰੈਕਸਿਟ ਦੀ ਗੱਲ ਕਰਾਂਗੇ ਜੀ। ਕੀ ਚੇਂਜਸ ਆ ਰਹੇ ਨੇ ਆਫਟਰ 1 ਜਨਵਰੀ 2021 ਦੇ ਵਿੱਚ? ਦੇਖੋ ਕਾਫੀ ਚੇਂਜਸ ਆ ਜਾਣੇ ਹੈਗੇ। ਹੁਣ ਆਪਣੀ ਜਿਹੜੀ ਯੂਨਾਈਟਿਡ ਕਿੰਗਡਮ ਹੈਗੀ ਇਹਨੇ ਯੂਰਪੀਅਨ ਯੂਨੀਅਨ ਨੂੰ ਲੀਵ ਕਰਨਾ ਹੈਗਾ। ਬਿਲਕੁਲ। ਤੇ ਜਿਹੜੇ ਵੀ ਉਹਨਾਂ ਕੰਟਰੀਆਂ ਦੇ ਅਕੋਰਡਿੰਗ ਜਿਹੜੇ ਨਾਨ EU ਨੈਸ਼ਨਲਸ ਦੇ ਜਿਹੜੇ ਰੂਲਸ ਹੋਣਗੇ ਤੇ ਉਹੀ ਅਪਲਾਈ ਹੋਣਗੇ। ਤੇ ਜਿਹੜੀ ਐਡਵਾਂਟੇਜ ਸੀਗੀ ਵੀ ਯੂਰਪੀਅਨ ਯੂਨੀਅਨ ਦੇ ਐਜ਼ ਅ ਮੈਂਬਰ ਸਟੇਟ ਨੂੰ ਜਿਹੜੀ ਸੀਗੀ ਉਹ ਤੇ 31 ਜਨਵਰੀ ਤੋਂ ਤੇ ਬੰਦ ਹੋ ਜਾਣੀ ਹੈਗੀ ਸਾਰੀ। ਦੇਖੋ ਅਸੀਂ ਜਦੋਂ ਡਿਸਾਈਡ ਕੀਤਾ ਸੀਗਾ ਇਹਦੇ ਬਾਰੇ ਅਰਲੀਅਰ 18 ਦੇ ਵਿੱਚ ਬੜੇ ਲੋਕਾਂ ਨੇ ਬਾਹਰ ਨਿਕਲਣ ਦਾ ਕਿਹਾ ਸੀ 52% ਐਂਡ 49 ਨੇ ਕਿਹਾ ਸੀਗਾ ਕਿ 48 ਨੇ ਕਿਹਾ ਸੀ ਕਿ ਅਸੀਂ ਰਹਿਣਾ। ਹੁਣ ਚੇਂਜ ਨਹੀਂ ਹੋਏਗਾ, ਵੀ ਗੋਇੰ ਟੂ ਗੋ ਅਹੈਡ ਐਂਡ ਡੂ ਇਟ। ਹੁਣ ਮੈਂ ਤੇ ਇਕਬਾਲਦੀਪ ਜੀ ਗੱਲਾਂ ਕਰਾਂਗੇ। ਅਸੀਂ 1973 ਦੇ ਵਿੱਚ ਐਂਟਰ ਹੋਏ ਸੀਗੇ। ਜੀ ਬਿਲਕੁਲ। ਉਦੋਂ ਹਾਂਜੀ ਜੁਆਇਨ ਕੀਤੀ ਸੀਗੀ ਯੂਨੀਅਨ ਉਦੋਂ 1973 ਦੇ ਵਿੱਚ। ਉਦੋਂ ਵੀ ਰੈਫਰੈਂਡਮ ਹੋਇਆ ਸੀਗਾ, ਉਹਦੇ ਵਿੱਚ ਵੀ ਨਿਊਜ਼ ਸੁਣੀ ਸੀਗੀ ਉਦੋਂ ਉਦੋਂ ਜੁਆਇਨ ਕੀਤੀ ਸੀਗੀ ਤੇ ਹੁਣ ਬਾਹਰ ਨਿਕਲਦੇ ਪਏ ਹੈਗੇ। ਪਰ ਇੱਕ ਡਿਊ ਰਿਸਪੈਕਟ ਨਾਲ ਇਕਬਾਲਦੀਪ ਜੀ ਤੁਸੀਂ ਐਗਰੀ ਕਰੋਗੇ ਉਦੋਂ ਸਾਡੇ ਲੋਕ ਨਵੇਂ ਆਏ ਸੀਗੇ। ਹਾਲੀ ਫਰਸਟ ਜਨਰੇਸ਼ਨ ਸੀਗੀ 60 50 60 70 ਦੇ ਵਿੱਚ। 1973 ਤੇ ਉਦੋਂ ਤੇ ਸਿਚੁਏਸ਼ਨ ਹੀ ਡਿਫਰੈਂਟ ਹੋਣੀ ਬਹੁਤ ਲੋਕਾਂ ਨੂੰ ਪਤਾ ਨਹੀਂ ਸੀਗਾ। ਲੋਕੀ ਮਾਰੀ ਨੌਕਰੀ ਢੂੰਡਦੇ ਸੀ, ਸੈਟਲ ਹੋਣਾ ਸੀ, ਮਕਾਨ ਘਰ ਬਣਾਏ ਤੇ ਇਹਨਾਂ ਚੀਜ਼ਾਂ 'ਚ ਧਿਆਨ ਨਹੀਂ ਦਿੱਤਾ। ਉਦੋਂ ਵੀ ਸਾਡੀ ਬਹੁਤੀ ਸਹੀ ਨਹੀਂ ਸੀਗੀ ਉਸ ਟਾਈਮ ਦੇ ਉੱਪਰ ਜਾਣਾ ਨਹੀਂ ਜਾਣਾ। ਹਾਂਜੀ ਉਦੋਂ ਕਮਿਊਨਿਟੀ ਵੀ ਥੋੜੀ ਹੋਣੀ ਆਪਣੀ। 73 ਦੇ ਵਿੱਚ ਗਣੇ ਚੁਣੇ ਲੋਕ ਹੋਣੇ ਆ ਇੱਥੇ ਜਿਹੜੇ ਹੁਣ ਤੇ ਚਲੋ ਬਾਬੇ ਦੀ ਕਿਰਪਾ ਨਾਲ ਆਪਣੀ ਕਮਿਊਨਿਟੀ ਹੈਗੀ ਹੈ ਇੱਥੇ ਸਟਰੋਂਗ ਕਾਫੀ ਹੁਣ
ਬੰਦੇ ਕਾਫੀ ਹੈਗੇ ਆ ਤੇ ਹੁਣ ਡਿਫਰੈਂਟ ਸਿਚੁਏਸ਼ਨ ਹੈਗੀ ਥੋੜੀ ਜੀ। ਪਲੀਜ਼ ਪ੍ਰੋਗਰਾਮ ਦੇਖਿਓ, ਕਾਫੀ ਇੰਟਰਸਟਿੰਗ ਕੋਸ਼ਿਸ਼ ਕਰਾਂਗੇ ਅਪ ਟੂ ਡੇਟ ਅਸੀਂ ਤੁਹਾਨੂੰ ਇਨਫੋਰਮੇਸ਼ਨ ਲੈ ਕੇ ਦਈਏ। ਜਦੋਂ ਮੈਂ ਕਹਾਂ ਅਪ ਟੂ ਡੇਟ, ਦਿਸ ਇਜ਼ ਟੂ ਡੇਟ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਦੇ ਰਿਹਾ, ਬਟ ਲੋਟ ਆਫ ਥਿੰਗਸ ਕੈਨ ਚੇਂਜ ਬਾਈ ਦ 31 ਜਨਵਰੀ ਨੂੰ 2021 ਦੇ ਵਿੱਚ ਕੁਝ ਵੀ ਹੋ ਸਕਦਾ। ਦੇਰ ਸਰਟਨ ਥਿੰਗਸ ਹਾਲੇ ਗਵਰਨਮੈਂਟ ਕਹਿੰਦੀ ਹੈ ਕਿ ਐਕਸਟੈਂਡ ਨਹੀਂ ਹੋਏਗਾ, ਇਹ ਨਹੀਂ ਹੋਏਗਾ, ਉਹ ਨਹੀਂ ਹੋਏਗਾ, ਪਰ ਤੁਹਾਨੂੰ ਪਤਾ ਬਹੁਤ ਦਫਾ ਐਕਸਟੈਂਡ ਹੁੰਦੀ ਰਹੀ ਹੈ। ਹੁਣ ਜਿਹੜਾ ਹੈਗਾ UK ਵਿਲ ਲੀਵ ਯੂਰਪੀਅਨ ਯੂਨੀਅਨ on the 1st January 2021 ਦੇ ਵਿੱਚ। UK is bound to the EU rules at the moment। ਅਸੀਂ ਹਾਲੇ ਟ੍ਰਾਂਜੈਕਸ਼ਨ ਪੀਰੀਅਡ ਵਿੱਚ ਹੈਗੇ, ਵੀ ਸਟਿਲ ਬਾਉਂਡ ਵਿਦ ਦੀ EU ਰੂਲਸ ਦੇ ਨਾਲ। ਹਾਂਜੀ, ਇਹ ਜਿਹੜਾ ਟ੍ਰਾਂਜੈਕਸ਼ਨ ਪੀਰੀਅਡ ਜਿਹੜਾ ਹੈਗਾ ਇਹ ਉਹਨਾਂ ਨੇ 31st ਆਫ ਦਸੰਬਰ ਤੱਕ ਉਹਨਾਂ ਨੇ ਰੱਖਿਆ ਹੈਗਾ। ਬਿਲਕੁਲ ਰੱਖਿਆ ਹੈਗਾ, ਜਿਹਦੇ ਵਿੱਚ ਟ੍ਰਾਂਜੈਕਸ਼ਨ ਦੇ ਵਿੱਚ ਵੀ ਉਹੀ ਰੂਲਸ ਤੇ ਰੈਗੂਲੇਸ਼ਨਸ ਅਪਲਾਈ ਹੋਣਗੇ। ਬ੍ਰੈਗਜ਼ਿਟ ਤੇ ਹੋ ਗਿਆ, ਪਰ ਫਿਰ ਵੀ ਜਿਹੜੇ ਹਲੇ ਫੇਸ ਬਾਏ ਫੇਸ ਉਹ ਐਗਜ਼ਿਟ ਉਹਨਾਂ ਨੇ ਕਰਨਾ ਹੈਗਾ। ਵੀ ਜਦੋਂ ਆਹ ਟ੍ਰਾਂਜੈਕਸ਼ਨ ਦੇ ਵਿੱਚ ਹਲੇ ਵੀ ਤੁਹਾਨੂੰ ਫ੍ਰੀ ਮੂਵਮੈਂਟ ਹੈਗੀ ਆ, ਤੁਸੀਂ ਜਾ ਸਕਦੇ ਹੋ ਉਧਰੋਂ। ਯੂਰਪੀਅਨ ਯੂਨੀਅਨ ਦੇ ਜਿਹੜੇ ਲੋਕ ਹੈਗੇ ਉਹ ਇੱਧਰ ਵੀ ਆ ਸਕਦੇ। ਹਲੇ 31st ਤੋਂ ਬਿਲਕੁਲ ਕੰਪਲੀਟਲੀ ਚੇਂਜ ਹੋ ਜਾਣਾ ਸਾਰਾ, ਜਦੋਂ ਟ੍ਰਾਂਜੈਕਸ਼ਨ ਪੀਰੀਅਡ ਵੀ ਫਿਨਿਸ਼ ਹੋਣਾ ਹੈਗਾ। ਉਹ 5 ਮਹੀਨੇ ਰਹਿ ਗਏ ਹੈਗੇ ਉਹ। ਹੁਣ ਸਾਡੇ ਪਾਸ ਕੋਈ ਜਿੱਦਾਂ VOTING ਦਾ ਰਾਈਟ ਨਹੀਂ ਹੈਗਾ। ਇਟ ਵਿਲ ਕੰਟੀਨਿਊ ਟੂ ਫੋਲੋ EU ਰੂਲਸ। EU ਰੂਲ ਦੇ ਅਸੀਂ ਫੋਲੋ ਕਰਦੇ ਹਾਂ, ਬੇਸ਼ੱਕ ਕਰਦੇ ਆਏ ਉਹਨਾਂ ਦੀ। ਤੇ ਡਿਊਰਿੰਗ ਦੀ ਟ੍ਰਾਂਜੈਕਸ਼ਨ ਪੀਰੀਅਡ ਜਿਹੜਾ ਹੈਗਾ ਯੂਰਪੀਅਨ ਕੋਰਟ ਆਫ ਜਸਟਿਸ will have the final say in the end। ਹਾਂਜੀ, ਇਹ ਟ੍ਰਾਂਜੈਕਸ਼ਨ ਪੀਰੀਅਡ ਦੇ ਵਿੱਚ ਹੀ ਹੈਗਾ ਹਲੇ। ਯੂਰਪੀਅਨ ਕੋਰਟ ਆਫ ਜਸਟਿਸ ਜਿਹੜਾ ਹਾਈਐਸਟ ਕੋਰਟ ਹੈਗਾ ਯੂਰਪੀਅਨ ਯੂਨੀਅਨ ਦੇ, ਜਿਹੜੀ ਕੋਈ ਵੀ ਲੀਗਲ ਹੋਵੇ ਤੇ ਉੱਥੇ ਜਾ ਕੇ ਡਿਸਾਈਡ ਹੁੰਦੀ ਹੈਗੀ। ਉੱਥੇ ਡਿਸਾਈਡ ਹੁੰਦੀ ਹੈ। ਹਾਂਜੀ ਹਾਂਜੀ, ਉਹਨਾਂ ਜਦੀ ਹਲੇ ਕਿਉਂਕਿ ਟ੍ਰਾਂਜੈਕਸ਼ਨ ਪੀਰੀਅਡ ਕਰਕੇ ਯੂਰਪੀਅਨ ਕੋਰਟ ਆਫ ਜਸਟਿਸ ਦੀ ਸਾਰੀ ਹੈਗੀ ਹਲੇ। ਪਰ ਮੈਂ ਜਦੋਂ ਹੋ ਜਾਣਾ ਬ੍ਰੈਗਜ਼ਿਟ ਤੇ ਉਹ ਸੁਪਰੀਮ ਕੋਰਟ ਆ ਜਾਣੀ ਫਿਰ ਉਦੋਂ। ਫਿਰ ਪਰ ਇਕਬਾਲ ਜੀ ਤੁਸੀਂ ਦੱਸੋ, ਥੋੜਾ ਬਹੁਤਾ ਤੁਸੀਂ ਐਕਸਪਰਟ ਦੇ ਮਾਮਲੇ ਦੇ ਵਿੱਚ। ਇਹ ਜਿਹੜਾ ਹੁਣ ਅਸੀਂ ਪਰਟੀਕੂਲਰ ਇੱਕ ਦੱਸਿਆ ਕਿ ਜਿਹੜੀ ਯੂਰਪੀਅਨ ਜਿਹੜੀ ਉਹਨਾਂ ਦੀ ਡਿਸੀਜਨ ਹੁੰਦੀ ਹੈ, ਸਪੈਸ਼ਲੀ ਜਦੋਂ ਤੁਸੀਂ ਕੋਰਟ ਦੀ ਗੱਲ ਕਰਦੇ ਹੋ, ਕੋਰਟ ਆਫ ਜਸਟਿਸ ਉਹ ਡਿਸਾਈਡ ਕਰਦੇ ਸੀਗੇ, ਇੰਗਲੈਂਡ ਨੂੰ ਉਹੀ ਕਰਨਾ ਪੈਂਦਾ ਸੀਗਾ। ਇਹ ਇਹਨਾਂ ਨੂੰ ਬੜੀ ਤਕਲੀਫ ਸੀ ਇਸ ਚੀਜ਼ ਦੀ ਕਿ ਅਸੀਂ ਸਾਡੀ ਆਪਣੀ ਸੇ ਹੋਣੀ ਚਾਹੀਦੀ ਹੈ। ਹਾਂਜੀ, ਦੈਟ ਵਾਸ ਵਨ ਆਫ ਦ ਮੇਨ ਰੀਜ਼ਨ। ਹਾਂਜੀ, ਕਿਉਂਕਿ ਜਿਹੜੀ ਜੋ ਲੀਗੈਲਿਟੀ ਜਿਹੜੀ ਹੋਗੀ, ਜਿੱਦਾਂ ਕੋਈ ਕਾਨੂੰਨ ਜੇ ਪਾਸ ਹੋ ਗਿਆ ਜਾਂ ਕੋਈ ਵੀ ਲਾਅ ਹੋ ਗਿਆ ਤੇ ਉਹ ਮੰਨਣਾ ਹੀ ਪੈਣਾ ਸੀਗਾ। ਤੇ ਉੱਥੇ ਵੀ ਯੂਰਪੀਅਨ ਕੋਰਟ ਆਫ ਜਸਟਿਸ ਜਿਹੜਾ ਉੱਥੇ ਉਹ ਪੂਰੀ ਯੂਨੀਅਨ ਦਾ ਕੋਰਟ ਹੈਗਾ, ਜਿਹਦੇ ਵਿੱਚ ਜੇ ਕੋਈ ਰੂਲਸ ਐਂਡ ਰੈਗੂਲੇਸ਼ਨ ਬਣਦੇ ਹੈਗੇ ਸਾਰਿਆਂ ਨੂੰ ਅਪਲਾਈ ਹੁੰਦੇ ਹੈਗੇ ਉਹ। ਤੇ ਇਹ ਉਹ ਜਿਹੜੀ ਹੋਮ ਦੇ ਵਿੱਚ ਜਿਹੜਾ UK ਦੇ ਵਿੱਚ ਵੀ ਜਿਹੜੇ ਕੋਰਟਸ ਆ ਜਾਂਦੇ ਉਹਨੂੰ ਵੀ ਉੱਪਰ ਸੀਗਾ, ਉਸ ਕਰਕੇ ਫਿਰ ਉੱਥੇ ਕੁਝ ਕਰ ਨਹੀਂ ਸੀ ਸਕਦੇ। ਪਰ ਇੱਕ ਗੱਲ ਤਾਂ ਹੈਗੀ ਆ, ਬ੍ਰਿਟਿਸ਼ ਆਪਣੇ ਸੋਚਦੇ ਹੁੰਦੇ ਨੇ ਕਿ ਅਸੀਂ ਸਾਰੀ ਦੁਨੀਆ 'ਚ ਰਾਜ ਕੀਤਾ ਹੈ। ਜਦੋਂ ਇਦਾਂ ਦੀ ਗੱਲ ਹੁੰਦੀ ਹੈ ਤੇ ਸਾਡੇ ਤੋਂ ਨਹੀਂ, ਇਹ ਡਿਸਾਈਡ ਕਰਦੇ ਨੇ ਸਾਡੇ ਲਈ। ਸਿਸਟਮ ਇਦਾਂ ਦਾ ਸਿਸਟਮ ਬਣਿਆ ਹੋਇਆ ਸੀਗਾ ਯੂਰਪੀਅਨ ਯੂਨੀਅਨ ਦਾ, ਇੱਕ ਟ੍ਰੀਟੀ ਹੋਈ ਆ, ਉਹ ਤੇ ਫੋਲੋ ਕਰਨੀ ਪੈਣੀ। ਜਿਹੜੇ ਪਬਲਿਕ ਵੋਟ ਸੀਗੇ ਇਨ ਜੂਨ 2016 ਕੀਤੇ ਸੀ, ਮੈਂ ਪਹਿਲਾਂ ਦੱਸ ਕੇ ਹਟਿਆ, 17.4 ਮਿਲੀਅਨ ਜਿਹੜੇ ਪੀਪਲ ਸੀ ਨੇ ਉਹਨਾਂ ਨੇ ਆਪਟ ਆਊਟ ਕਰਨ ਦਾ ਕਿਹਾ ਸੀਗਾ ਬ੍ਰੈਕਸਿਟ ਨੂੰ, which gave to leave 52%। ਐਂਡ ਜਿਨ੍ਹਾਂ ਨੇ ਕੰਪੇਅਰ ਟੂ ਵਿਦ 48% ਜਿਹੜੇ ਸੀਗੇ ਜਿਹੜੇ ਕਹਿੰਦੇ ਸੀਗੇ ਰਿਮੇਨ ਹੋਣਾ ਚਾਹੀਦਾ ਹੈਗਾ। ਕਾਫੀ ਛੋਟਾ ਮਾਰਜਨ ਹੈਗਾ ਆ। ਹਾਂ, ਪਰ ਵੋਟ ਇੱਕ ਵੀ ਬਹੁਤ ਹੁੰਦੀ ਹੈ। ਇੱਕ ਵੀ ਬਹੁਤ ਹੁੰਦੀ ਹੈ। ਵੋਟ ਇੱਕ ਵੀ ਵੋਟ ਤੇ VOTING ਆ, ਜੇ 52% ਹੈਜ਼ ਟੂ ਬੀ ਡਨ। ਪਰ ਇੱਕ ਗੱਲ ਹੈਗੀ ਆ, ਥੋੜੇ ਰਿਊਮਰ ਸੀਗੇ ਜਦੋਂ ਇਹ ਹੋਇਆ ਸੀਗਾ ਕਿ ਵੀ ਆਰ ਲੀਵਿੰਗ, ਪਰ ਜਿਨ੍ਹਾਂ ਨੇ 52% ਸੀਗੇ, ਆਈ ਥਿੰਕ ਸਮ ਆਫ ਪੀਪਲ ਵਰ ਚੇਂਜਿੰਗ देयर ਮਾਈਂਡ। ਅੱਧੇ ਕਹਿੰਦੇ ਸੀ ਉਹਨਾਂ ਨੇ ਗਲਤੀ ਕੀਤੀ, ਅੱਧੇ ਕਹਿੰਦੇ ਸੀਗੇ ਕਿ ਦੁਬਾਰਾ ਰੈਫਰੈਂਡਮ ਹੋਣਾ ਚਾਹੀਦਾ, ਅੱਧੇ ਕਹਿੰਦੇ ਸੀਗੇ ਕਿ ਵੀ ਡੋਨਟ ਨੋ ਨਾਓ। ਜੋ ਹੋਣਾ ਸੀ ਉਹ ਤੇ ਬਾਅਦ ਦੀ ਗੱਲ ਆ, ਪਰ ਰੈਫਰੈਂਡਮ ਦੇ ਵਿੱਚ ਜਿਹੜੀ ਵੀ ਚੀਜ਼ ਉਹ ਜਿਹੜੀ ਐਗਜ਼ਿਟ ਜਿਹੜਾ ਸੀਗਾ ਉਹ ਤੇ ਰੈਫਰੈਂਡਮ ਹੋ ਗਿਆ ਸੀਗਾ, ਉਹ ਤੇ ਕਰਨਾ ਹੀ ਪੈਣਾ ਸੀਗਾ, ਫਿਰ ਉਹ ਤੇ ਕੋਈ ਹੱਲ ਹੀ ਨਹੀਂ ਸੀਗਾ ਉਹਦਾ। ਆਈ ਥਿੰਕ ਜਿੱਦਾਂ ਹੁਣ ਇਕਬਾਲ ਜੀ ਨੇ ਕਿਹਾ, ਜਿੱਦਾਂ ਮੈਂ ਵੀ ਕਹਿ ਰਿਹਾ, ਇਟਸ ਬਿਟ ਲੇਟ, ਅਸੀਂ ਕਿਸੇ ਵੀ ਤਰ੍ਹਾਂ ਦੀ ਅਮੈਂਡਮੈਂਟ ਨਹੀਂ ਕਰ ਸਕਦੇ। ਪਰ ਅਗਰ ਤੁਸੀਂ ਜਿਹੜੇ ਵੀ ਘਰ ਬੈਠੇ ਦੇਖ ਰਹੇ ਹੋ, ਪਲੀਜ਼ ਕਾਲ ਕਰੋ, ਜਿਹੜੇ ਚੇਂਜਿਸ ਤੁਹਾਨੂੰ ਦੱਸਾਂਗੇ। ਹੁਣ ਹਾਊ ਡੂ ਯੂ ਫੀਲ, ਅਸੀਂ ਗਲਤੀ ਕੀਤੀ ਹੈ, ਅਸੀਂ ਸਹੀ ਕਰ ਰਹੇ ਹਾਂ ਕਿ ਕੀ ਕਰ ਰਹੇ ਹਾਂ, ਬੜਾ ਅੱਛਾ ਲੱਗੇਗਾ। ਦੇਖੋ ਵਨ ਵੇ অর ਦੀ ਅਦਰ ਇਹ ਹਰ ਬੰਦੇ ਨੂੰ UK ਦੇ ਵਿੱਚ ਇਫੈਕਟ ਕਰੇਗਾ ਇਕਬਾਲ ਜੀ। ਬਿਲਕੁਲ, ਇਹ ਤੇ ਕਾਫੀ ਵੱਡੀ ਚੇਂਜ ਹੈਗੀ ਹੈ, ਜਿਹੜੀ ਕਿ ਇੱਕ ਲਾਈਫ ਦੇ ਵਿੱਚ ਤੁਸੀਂ ਸੈਟਅਪ ਸੀਗੇ ਵੀ ਫ੍ਰੀ ਮੂਵਮੈਂਟ ਤੁਹਾਡੀ ਸੀਗੀ, ਤੁਸੀਂ ਦੂਸਰੀ ਕੰਟਰੀ ਜਾ ਕੇ ਤੁਸੀਂ ਕੰਮ ਕਰ ਸਕਦੇ ਸੀਗੇ, ਤੁਹਾਨੂੰ ਕੋਈ ਰਿਸਟ੍ਰਿਕਸ਼ਨ ਨਹੀਂ ਸੀਗੀ, ਤੁਸੀਂ ਉੱਥੇ ਜਾ ਕੇ ਆਪਣਾ ਜੋ ਵੀ ਕਰਨਾ ਚਾਹੁੰਦੇ ਹੈਗੇ ਐਜ਼ ਤੁਸੀਂ ਉਸ ਕੰਟਰੀ ਦੇ ਸਿਟੀਜ਼ਨ ਸੀਗੇ, ਜਿਹੜੀ ਵੀ ਯੂਨੀਅਨ ਬਣੀ ਹੋਈ। ਪਰ ਉਹ ਚੀਜ਼ ਨਹੀਂ ਰਹਿਣੀ ਹੁਣ 1 ਜਨਵਰੀ ਤੋਂ, ਉਹ ਸਾਰਾ ਕੁਝ ਚੇਂਜ ਹੋ ਜਾਣਾ ਸਾਰਾ। ਤੇ ਜਿਹੜੇ ਉਸ ਕੰਟਰੀਆਂ ਦੇ ਰੂਲਸ ਐਂਡ ਰੈਗੂਲੇਸ਼ਨਸ ਜਿਹੜੇ ਹੈਗੇ ਉਹੀ UK ਨੂੰ ਅਪਲਾਈ ਹੋਣਗੇ। ਫਿਰ ਦੇਖੋ ਕਿਸੇ ਚੀਜ਼ ਫਾਇਦਾ, ਕਿਸੇ ਚੀਜ਼ ਨੁਕਸਾਨ ਹੁੰਦਾ ਹੈ।
ਅਸੀਂ ਜਦੋਂ ਤੁਸੀਂ ਨਾਰਮਲ ਕੋਰਟ ਜਾਂਦੇ ਸੀ, ਫਿਰ ਤੁਸੀਂ ਹਾਈ ਕੋਰਟ ਜਾਂਦੇ ਸੀ, ਤੁਸੀਂ ਸੁਪਰੀਮ ਕੋਰਟ ਜਾਂਦੇ ਸੀ, ਫਿਰ ਤੁਸੀਂ ਹਿਊਮਨ ਰਾਈਟਸ ਦਾ ਕੋਰਟ ਜਾਂਦੇ ਸੀ ਯੂਰਪ ਦੇ ਵਿੱਚ, ਜਿੱਥੇ ਤੁਹਾਨੂੰ 4-5 ਮੌਕੇ ਮਿਲਦੇ ਸੀਗੇ ਆਪਣੇ ਕੇਸ ਨੂੰ ਪੁੱਟ ਕਰਨ ਨੂੰ। ਹਾਂਜੀ ਹਾਂਜੀ ਹੁਣ ਤੇ ਉਹ ਇੱਥੇ ਖਤਮ ਹੋ ਜਾਏਗਾ ਸਾਰਾ ਸੁਪਰੀਮ ਕੋਰਟ। ਹਾਂਜੀ, ਉਹ ਤੇ ਫਿਰ ਹੁਣ ਯੂਕੇ ਦੇ ਆਪਣੀ ਕੋਰਟਸ ਦੇ ਵਿੱਚ ਯੂਕੇ ਦੀ ਆਪਣੀ ਕੋਰਟ ਹੋਣੀ ਆ, ਜੋ ਵੀ ਇੱਥੇ ਰੂਲਸ ਬਣ ਗਏ ਫਿਰ ਉਹ ਇੱਥੇ ਹੀ ਰਹਿਣਗੇ, ਫਿਰ ਉਹ ਇੱਥੇ ਹੀ ਹੋਣਾ ਜੋ ਵੀ ਹੋਣਾ। ਯੂਰਪੀਅਨ ਕੋਰਟ ਦੇ ਤੇ ਜਦੋਂ ਆਪਣਾ ਟ੍ਰਾਂਜੈਕਸ਼ਨ ਪੀਰੀਅਡ ਫਿਨਿਸ਼ ਹੋ ਗਿਆ, that will be all। ਪਲੀਜ਼ ਧਿਆਨ ਨਾਲ ਦੇਖੋ, ਬੜਾ ਇੰਟਰਸਟਿੰਗ ਆ, ਤੁਹਾਨੂੰ ਪਤਾ ਲੱਗੇਗਾ ਟਰੈਵਲ ਕਰਨਾ। ਬਾਕੀ ਜਿੱਦਾਂ ਅਸੀਂ ਗੱਲਾਂ ਕਰਦੇ ਹੁਣ ਕੋਰਟ ਵਗੈਰਾ ਦੀ ਗੱਲ ਕੀਤੀ ਹੈਗੀ ਹੈ, ਆਈ ਡੋਨਟ ਨੋ ਹਾਊ ਡੂ ਯੂ ਫੀਲ ਕਿ ਵਾਸ ਇਟ ਬੈਟਰ ਕਿ ਯੂਰਪੀਅਨ ਕੋਰਟ ਆਫ ਜਸਟਿਸ ਜਿਹੜਾ ਤੁਹਾਨੂੰ ਡਿਸਾਈਡ ਕਰਦਾ ਸੀ, ਉਹ ਠੀਕ ਸੀਗਾ ਕਿ ਯੂਕੇ ਦੇ ਸੁਪਰੀਮ ਕੋਰਟ ਤੱਕ ਗੱਲ ਪਹੁੰਚ ਕੇ ਗੱਲ ਖਤਮ ਹੋ ਜਾਏਗੀ? ਓਨਲੀ ਟਾਈਮ ਵਿਲ ਟੈਲ। ਇਹ ਤਾਂ ਹੌਲੀ ਹੌਲੀ ਕਰਕੇ ਥਿੰਗਸ ਵਿਲ ਬਿਕਮ ਮੋਰ ਕਲੀਅਰ। ਉਹ ਜਿਹੜੀ ਟ੍ਰਾਂਸਪੇਰੈਂਸੀ ਹੌਲੀ ਹੌਲੀ ਆਈ ਜਾਣੀ ਹੈਗੀ ਆ, ਜੋ ਰੂਲਸ ਰੈਗੂਲੇਸ਼ਨਸ ਬਣਨੇ ਹੈਗੇ ਉਹ ਤੇ ਆਪਾਂ ਨੂੰ ਕਲੀਅਰ ਹੋਣੇ ਸ਼ੁਰੂ ਹੋ ਜਾਣੇ ਹੌਲੀ ਹੌਲੀ। ਬਿਲਕੁਲ, ਜਿਸ ਤਰ੍ਹਾਂ ਮੈਂ ਦੱਸਿਆ ਕਿ ਅਸੀਂ ਜਿਹੜੀ ਗੱਲਬਾਤ ਮੈਂ ਇਕਬਾਲਦੀਪ ਜੀ ਕਰ ਰਿਹਾ, ਦਿਸ ਇਜ਼ ਟੂ ਡੇਟ ਇਨਫੋਰਮੇਸ਼ਨ ਹੈਗੀ ਆ। ਡੋਂਟ ਹੋਲਡ ਮੀ ਫॉर ਫੁਲੀ ਰਿਸਪੌਂਸਿਬਲ ਕਿ ਤੁਸੀਂ ਇੱਦਾਂ ਕਿਹਾ ਸੀ, ਇਹ ਨਹੀਂ ਹੋ ਰਿਹਾ, ਕਿਉਂਕਿ ਦਿਸ ਕੈਨ ਚੇਂਜ, ਵੈਰੀ ਲਿਟਲ ਵਿਲ ਚੇਂਜ ਬਿਕਾਜ਼ ਦੇ ਵੈਰੀ ਐਡਮੈਂਟ। 1 ਜਨਵਰੀ ਨੂੰ ਵੀ ਗੋਇੰ ਟੂ ਹੈਪਨ। the way it sounds ਵੀ ਇਹ ਤੇ ਹੋਣਾ ਹੀ, ਜਿੱਦਾਂ ਕਹਿ ਰਹੇ ਵੀ ਹੋਣਾ ਹੀ ਹੋਣਾ ਹੈ ਤਾਂ। ਹਾਂ, ਕੋਈ ਪਤਾ ਨੇ ਆਪਣੇ ਪ੍ਰਾਈਮ ਮਿਨਿਸਟਰ ਤੁਹਾਨੂੰ ਪਤਾ ਬੜੇ ਸਟਰੋਂਗ ਮਾਈਂਡਡ ਹੈਗੇ ਨੇ, ਉਹਨੇ 2-3 ਦਫਾ ਬੜੇ ਲਾਸਟ ਮਿੰਟ ਵੀ ਬੜਾ ਕੁਝ ਕੀਤਾ ਸੀਗਾ। ਹੈ ਉਹ ਤੇ ਉਹਨਾਂ ਨੇ ਇੱਕ ਡੇਟ ਰੱਖੀ ਹੋਈ ਆ ਤੇ ਫਾਲੋ ਗਵਰਨਮੈਂਟ ਦੀ ਡੇਟ ਆ, ਗਵਰਨਮੈਂਟ ਉਹਨੂੰ ਫਾਲੋ ਕਰਨੀ ਪੈਣੀ। ਬਿਲਕੁਲ ਬਿਲਕੁਲ ਕਰੂਗੇ। ਦੇਖੋ ਹੁਣ ਬਾਕੀ ਜੇ ਆਪਾਂ ਗੱਲ ਕਰੀਏ ਵੀ ਟਰੈਵਲ ਕਿੱਦਾਂ ਦਾ ਹੋਊਗਾ, ਇੰਸ਼ੋਰੈਂਸ ਕਿੱਦਾਂ ਦੀ ਹੋਊਗੀ, ਤੁਹਾਨੂੰ ਹੋਰ ਕਿਹੜੇ ਟੈਲੀਫੋਨ ਜਿਹਦੇ ਵਿੱਚ ਤੁਹਾਨੂੰ ਕਿਹੜੀ ਕਿਹੜੀ ਚੇਂਜਸ ਸਾਰੀ ਕੱਲੀ ਗੱਲ ਕਰਾਂਗੇ। ਪਲੀਜ਼ ਕੀਪ ਵਾਚਿੰਗ, ਬਹੁਤ ਇੰਪੋਰਟੈਂਟ ਗੱਲਾਂ ਹੈਗੀਆਂ ਨੇ, ਤੁਹਾਨੂੰ ਸਾਰਾ ਕੁਝ 100% ਨਹੀਂ ਦੱਸਾਂਗੇ, ਲੇਕਿਨ ਮੋਟੇ ਸਵਾਲ ਜਵਾਬ ਤੁਹਾਨੂੰ ਦੱਸਾਂਗੇ। ਕੋਈ ਕੁਐਸਚਨ ਹੋਏਗਾ ਤੁਸੀਂ ਕਾਲ ਕਰ ਸਕਦੇ ਹੋ, ਜਿਹਦੇ ਅਸੀਂ ਜਵਾਬ ਦੇ ਸਕੀਏ। ਬਾਈ ਆਲ ਮੀਨਸ ਮੈਂ ਕੋਸ਼ਿਸ਼ ਕਰਾਂਗਾ, ਲੇਕਿਨ ਕਾਫੀ ਹੈਲਪਫੁਲ ਹਿੰਟਸ ਤੁਹਾਨੂੰ ਦੇ ਰਹੇ ਆ। ਤੁਹਾਡੇ ਬੜੇ ਲੋਕੀ ਤੁਸੀਂ ਟਰੈਵਲ ਵੀ ਕਰਦੇ ਹੋ ਯੂਰਪ ਦੇ ਵਿੱਚ, ਤਾਂ ਬਸ ਈਜ਼ੀਐਸਟ ਵੇ ਟੂ ਟਰੈਵਲ। ਸਭ ਤੋਂ ਮੇਨ ਇੰਪੋਰਟੈਂਟ ਚੀਜ਼ ਹੀ ਟਰੈਵਲ ਦੀ ਕੀ ਰਿਕੁਆਇਰਮੈਂਟ, ਕੀ ਚੇਂਜਸ ਹੋਣੀਆਂ ਹੈਗੀਆਂ ਆਪਣੇ ਉੱਥੇ। ਸਭ ਤੋਂ ਮੇਨ ਇੰਪੋਰਟੈਂਟ ਆਪਾਂ ਟਰੈਵਲ ਤੋਂ ਸ਼ੁਰੂ ਕਰ ਸਕਦੇ ਹਾਂ। ਬਾਕੀ ਲੋਕਾਂ ਦੇ ਹੌਲੀਡੇ ਹੋਮਸ ਹੈਗੇ ਨੇ, ਬੜਾ ਕੁਝ ਹੈਗਾ, ਤੁਸੀਂ ਸੁਣਦੇ ਜਾਓ, ਦੇਖਦੇ ਜਾਓ। ਇਕਬਾਲਦੀਪ ਜੀ, ਜੇ ਤੁਸੀਂ ਨਾ ਹੁਣਾਂ ਨੂੰ ਵੀ ਕਲੀਅਰ ਕਰਿਓ, ਅਗਰ ਤੁਸੀਂ ਯੂ ਕੰਟਰੀ 'ਚ ਜਾਣਾ ਹੈ, ਜਦੋਂ ਅਸੀਂ ਬਾਹਰ ਨਿਕਲ ਜਾਂਦੇ ਹਾਂ ਉਦੋਂ ਬਾਅਦ ਦੀ ਗੱਲ ਹੈਗੀ ਆ, ਤੁਸੀਂ ਸ਼ਾਰਟ ਟਾਈਮ ਲਈ ਜਾ ਸਕਦੇ ਹੋ। ਸ਼ਾਰਟ ਟਾਈਮਸ ਮੀਨਸ ਫॉर 90 ਡੇਜ਼ ਇਨ ਐਨੀ 180 ਡੇਜ਼ ਦੇ ਪੀਰੀਅਡ ਦੇ ਵਿੱਚ ਤੁਹਾਨੂੰ 90 ਡੇਜ਼ ਤੁਸੀਂ ਵੀਜ਼ਾ ਫ੍ਰੀ ਜਾ ਸਕਦੇ ਹੈਗੇ ਹੋ। ਮੇਬੀ ਉਹ ਪ੍ਰੀ ਅਰਾਈਵਲ ਇਨਫੋਰਮੇਸ਼ਨ ਜਿਹੜੀ ਉਹਨਾਂ ਨੇ ਰੱਖੀ ਹੈਗੀ ਉਹ ਇੰਪਲੀਮੈਂਟੇਸ਼ਨ ਦੇ ਵਿੱਚ ਆ ਜੂਗੀ ਤੇ ਉਹ ਡਿਫਰੈਂਟ ਸਟੋਰੀ ਹੈਗੀ ਆ। ਪਰ ਸੋ ਫਾਰ ਉਹਨਾਂ ਦੀ ਜਿਹੜੀ ਗਾਈਡਲਾਈਨ ਇਹੀ ਕਹਿੰਦੀ ਹੈ ਵੀ ਜੇ ਤੁਸੀਂ ਐਜ਼ ਅ ਵਿਜ਼ਿਟਰ ਜਾਣਾ ਹੈਗਾ, ਤੁਸੀਂ 90 ਡੇਜ਼ ਵਿਦਿਨ 180 ਡੇਜ਼ ਦੇ ਵਿੱਚ ਤੁਸੀਂ ਜਾ ਸਕਦੇ ਹੋ, ਤੁਹਾਨੂੰ ਵੀਜ਼ੇ ਦੀ ਜ਼ਰੂਰਤ ਨਹੀਂ ਹੈਗੀ ਉਹਦੇ ਵਾਸਤੇ। ਇੱਕ ਚੀਜ਼ ਹੋਰ ਕਲੀਅਰ ਕਰੀਏ ਪਲੀਜ਼, ਮੈਂ ਨਾਲ ਦੇ ਨਾਲ ਕਲੀਅਰ ਕਰਾਂਗਾ, ਜਿੱਦਾਂ ਮੈਂ ਤੇ ਇਕਬਾਲਦੀਪ ਨੇ ਦੱਸਿਆ 90 ਡੇਜ਼ ਫ੍ਰੀ ਪੀਰੀਅਡ ਹੈਗਾ ਤੁਹਾਡਾ ਜਾਣ ਦਾ। ਇਟਸ ਅ ਸ਼ਾਰਟ ਟਰਮ ਹੌਲੀਡੇ ਕਿਸੇ ਯੂਰਪੀਅਨ ਕੰਟਰੀ ਦੇ ਵਿੱਚ, ਪਰ ਫਿਰ ਇਹ ਵੀ ਹੋ ਸਕਦਾ ਹੈ ਕਿ ਹਰ ਕੰਟਰੀ ਦਾ ਆਪਣਾ ਰੂਲ ਹੋਵੇ। ਜਿੱਥੇ ਵੀ ਤੁਸੀਂ ਜਾਣਾ ਉਹ ਕੰਟਰੀ ਨਾਲ ਤੁਹਾਨੂੰ ਚੈੱਕ ਕਰਨਾ ਪਏਗਾ। ਹਾਂਜੀ, ਉਹ ਗਾਈਡੈਂਸ ਜਿੱਥੇ ਵੀ ਦਿਸ ਇਜ਼ ਓਵਰਆਲ ਹੈ, ਇਹ ਓਵਰਆਲ ਇਹ ਹੈਗਾ, ਪਰ ਜਿਹੜੀ ਵੀ ਤੁਸੀਂ ਕੰਟਰੀ ਜਾਣਾ ਚਾਹੁੰਦੇ ਹੈਗੇ ਤੁਸੀਂ ਉਹਦੀ ਗਾਈਡੈਂਸ ਨੂੰ ਦੇਖ ਸਕਦੇ ਵੀ ਕੀ ਗਾਈਡੈਂਸ ਕਹਿੰਦੀ ਹੈਗੀ ਉਹਦੇ ਵਿੱਚ ਵੀ ਕਿੰਨਾ ਅਲਾਉਡ ਆ। ਪਰ ਆਈ ਥਿੰਕ ਪ੍ਰੀਟੀ ਮੱਚ 90 ਡੇਜ਼ ਇਹਨਾਂ ਨੇ ਰੱਖਿਆ ਹੋਣਾ ਵੀ ਜਿਹੜਾ ਤੁਸੀਂ ਐਜ਼ ਅ ਵਿਜ਼ਿਟਰ ਜਾ ਸਕਦੇ ਹੈਗੇ ਹੋ। ਤੇ ਜੇ ਤੁਸੀਂ ਉੱਥੇ ਜੇ ਤੁਸੀਂ ਕੰਮ ਕਰਨਾ ਹੈਗਾ ਆ ਤੇ ਫਿਰ ਤੁਹਾਡਾ ਇਸ ਕੈਟਾਗਰੀ 'ਚ ਨਹੀਂ ਉਹ ਨਹੀਂ ਆਉਂਦਾ। ਉਹ ਫਿਰ ਤੁਹਾਨੂੰ ਫਿਰ ਉਸ ਕੰਟਰੀ ਜਿੱਥੇ ਵੀ ਤੁਸੀਂ ਕੰਮ ਕਰਨ ਜਾਣਾ ਹੈਗਾ ਉਹਦੀ ਕੀ ਵਰਕ ਪਰਮਿਟਸ ਰਿਕੁਆਇਰਮੈਂਟਸ ਹੈਗੀਆਂ, ਉਹ 90 ਡੇਜ਼ ਤੋਂ ਬਿਯੋਂਡ ਤੁਸੀਂ ਕਿੱਦਾਂ ਐਕਸਟੈਂਡ ਕਰਨਾ ਹੈਗਾ ਉਹ ਤੁਸੀਂ ਉੱਥੋਂ ਕਰ ਸਕਦੇ ਕਿ ਤੁਸੀਂ ਆਪਣੀ ਯੂਕੇ ਵਾਪਸ ਆ ਕੇ ਕਰ ਸਕਦੇ। ਇਹ ਤੁਹਾਨੂੰ ਜਿਹੜੀ ਕੰਟਰੀ ਦੇ ਵਿੱਚ ਜਿੱਥੇ ਤੁਸੀਂ ਕੰਮ ਕਰਨ ਜਾਣਾ ਚਾਹੁੰਦੇ ਹੈਗੇ ਉੱਥੇ ਜਾ ਕੇ ਤੁਸੀਂ ਉਹਦੀ ਇਮੀਗ੍ਰੇਸ਼ਨ ਦੀ ਪਾਲਿਸੀ ਤੁਹਾਨੂੰ ਚੈੱਕ ਕਰਨੀ ਪੈਣੀ ਹੈਗੀ। ਇਕਬਾਲਦੀਪ ਜੀ, ਐਕਸਟੈਂਡ ਕਰਨਾ ਵੀ ਜੇ ਤੁਸੀਂ ਜਾਣਾ ਉਹਦੇ ਐਕਸਟੈਂਡ ਕਰਨਾ ਉਹਦੇ ਨਾਲੋਂ, ਅਗਰ ਜੇ ਤੁਸੀਂ ਬਿਜ਼ਨਸ ਟ੍ਰਿਪ ਜਾਵੇ ਉਹਦਾ ਵੀ ਡਿਫਰੈਂਟ ਹੈਗਾ ਉਹਦਾ। ਉਹ ਜਿਹੜਾ ਵੀ ਫਰਾਂਸ ਲਾ ਲਓ, ਤੁਸੀਂ ਬੈਲਜੀਅਮ ਲਾ ਲਓ, ਤੁਸੀਂ ਜਰਮਨੀ ਲਾ ਲਓ, ਜਿਹੜੀ ਵੀ ਕੰਟਰੀ ਹੋਊਗੀ ਉਹਨਾਂ ਦਾ ਵੱਖਰਾ ਕ੍ਰਾਈਟੇਰੀਆ ਹੋਣਾ ਵਾ ਵੀ ਜੇ ਤੁਸੀਂ ਕੰਮ ਜਿੱਦਾਂ ਕੋਈ ਇੰਡੀਆ ਤੋਂ ਆਉਂਦਾ ਜਾਂ ਕੋਈ ਹੋਰ ਆਪਣੀ ਨਾਨ EU ਕੰਟਰੀ ਦੇ ਵਿੱਚ ਆਉਂਦਾ ਹੈਗਾ ਜਾਂ ਕਿਤੋਂ ਵੀ ਤੁਸੀਂ ਆਉਂਦੇ ਹੈਗੇ, ਜਿਹੜੀਆਂ ਰਿਕੁਆਇਰਮੈਂਟਸ ਉੱਥੇ ਅਪਲਾਈ ਹੁੰਦੀਆਂ ਸੀ, ਕੀ ਪਤਾ ਯੂਕੇ ਨੂੰ ਕੋਈ ਸਪੈਸ਼ਲ ਸਟੇਟਸ ਦੇਣ ਜਾਂ ਨਾ ਦੇਣ, ਇਹ ਤੇ ਟਾਈਮ ਵਿਲ ਟੈਲ। ਪਰ ਓਵਰਆਲ ਟੁਡੇ ਜੋ ਵੀ ਉਹਨਾਂ ਦੀ ਆਪਣੀ ਹੋਮ ਕੰਟਰੀ ਜਿਹੜੀ ਉਹਨਾਂ ਦੀ ਹੈਗੀ ਹੈ, ਜਿੱਥੇ ਵੀ ਤੁਸੀਂ ਕੰਟਰੀ 'ਚ ਜਾਣਾ ਹੈਗਾ, ਜੋ ਵੀ ਰੂਲਸ ਐਂਡ ਰੈਗੂਲੇਸ਼ਨਸ ਉਹਦੇ ਹੋਣੇ ਆ ਵਰਕ ਪਰਮਿਟ ਦੇ ਜਾਂ ਕੁਝ ਵੀ, ਉਹੀ ਸਾਨੂੰ ਅਪਲਾਈ ਹੋਣੇ, ਅਨਲੈਸ ਜੇ ਕੋਈ ਉਹਨੂੰ ਸਾਨੂੰ ਸਪੈਸ਼ਲ ਸਟੇਟਸ ਦਿੱਤਾ ਜਾਊਗਾ। ਇਹ ਤੇ ਹੁਣ ਇਹੀ ਡਿਸਾਈਡ ਦੱਸੇਗਾ, ਇਹ ਟਾਈਮ ਦੱਸੇਗਾ। ਦੇਖੋ ਅਸੀਂ ਸ਼ੁਰੂਆਤ ਕੀਤਾ ਸੀ ਕੋਵਿਡ-19 ਤੋਂ, ਮੈਂ ਤੁਹਾਨੂੰ ਦੱਸਿਆ ਅਸੀਂ ਬੇਸ਼ੁਮਾਰ ਉਹਦੇ ਤੇ ਕਵਰੇਜ ਕੀਤੀ, ਹਰ ਤਰ੍ਹਾਂ ਦੀ ਨਿਊਜ਼ ਤੁਹਾਡੇ ਤੱਕ ਘਰ ਤੱਕ ਪਹੁੰਚਾਈ ਹੈ, ਜਿੱਥੇ ਵੀ ਤੁਸੀਂ ਦੁਨੀਆ 'ਚ ਬੈਠੇ ਹੋ। ਅੱਜ ਅਸੀਂ ਯੂਕੇ ਦੀ ਗੱਲ ਕਰਦੇ ਹਾਂ, ਜਾਸਤੀ ਯੂਰਪ ਦੇ ਨਾਲ ਅਸੀਂ ਬਾਹਰ ਨਿਕਲ ਰਹੇ ਹਾਂ ਤੇ ਕਾਫੀ ਅਸੀਂ ਇਨਫੋਰਮੇਟਿਵ ਪ੍ਰੋਗਰਾਮ ਲੈ ਕੇ ਆ ਰਹੇ ਹਾਂ। ਪਲੀਜ਼ ਅਸੀਂ ਲੋਕੀ ਹਾਲੇ ਵੀ ਲੋਕਡਾਊਨ 'ਚ ਹੈਗੇ ਨੇ,
अगर कुलदीप जी अगर जो मैं कहा से लॉकडाउन च गया लास्ट 2 वीकेंड्स द फ्लाइट्स वेंट फुल टू स्पेन हाँ जी ਗਈਆਂ ਉਹ ਕਾਫੀ ਨਿਊਜ਼ ਆ ਰਹੀਆਂ ਕੋਈ ਉਹ ਵਿਦੇਸ਼ਮਾਰ ਟੂਰਿਸਟ ਵਿਦੇਸ਼ਮਾਰ ਟੂਰਿਸਟ ਗਏ ਹੈਗੇ ਉੱਥੇ ਅੱਜ ਤਾਂ ਮੈਂ ਸਵੇਰੇ ਨਿਊਜ਼ ਦੇਖਦਾ ਸੀਗਾ ਉਹ ਫਾਈਟ ਵੀ ਹੋਈ ਹੈਗੀ ਔਨ ਦਾ ਪਲੇਨ ਵੀ ਉਹ ਕਹਿੰਦੇ ਅਸੀਂ ਮਾਸਕ ਨਹੀਂ ਪਾਉਣਾ ਹੈਗਾ ਵੀ ਮੈਂ ਤਾਂ ਦੇਖ ਕੇ ਹੈਰਾਨ ਸੀ ਵੀ ਅਸੀਂ ਉਹ ਪਹਿਲਾਂ ਗੱਲ ਕੀਤੀ ਨਾ ਕੋਈ ਬੰਦੇ ਖਿਆਲ ਵਾਲੇ ਹੈਗੇ ਨੇ ਕਈ ਬਿਲਕੁਲ ਲਾਪਰਵਾਹ ਕਈ ਬਿਲਕੁਲ ਲਾਪਰਵਾਹ ਕਈਆਂ ਨੂੰ ਤੇ ਚਲੋ ਆਬਜ਼ਰਵ ਕਰਦੇ ਹੈਗੇ ਪਰ ਕਈ ਨਹੀਂ ਕਰਦੇ ਕੀ ਕਰ ਸਕਦੇ ਤੁਸੀਂ ਇੱਥੇ ਬਿਲਕੁਲ ਚਲੋ ਤੁਸੀਂ ਜੋ ਵੀ ਅਸੀਂ ਗੱਲਬਾਤ ਕਰਦੇ ਹਾਂ ਕਿ ਧਿਆਨ ਰੱਖੋ ਤਾਂ ਬਿਕੋਜ਼ ਕਈ ਲੋਕ ਜਿਨ੍ਹਾਂ ਨੇ ਜਾਣਾ ਉਹਨਾਂ ਨੂੰ ਤਾਂ ਕੁਝ I don't know ਕਿ ਲੋਕੀ ਪਹਿਲਾਂ ਇੱਕ ਗੱਲਾਂ ਸਾਨੂੰ ਐਟੀਟਿਊਡ ਚੇਂਜ ਕਰਨਾ ਪਏਗਾ ਜਿੱਦਾਂ ਕੋਵਿਡ-19 ਚ ਅਸੀਂ ਲਿਵਿੰਗ ਦਾ ਸਾਡਾ ਸਟਾਈਲ ਚੇਂਜ ਕੀਤਾ ਸਾਰੀ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਸਾਨੂੰ ਟਰੈਵਲਿੰਗ ਦਾ ਵੀ ਸਟਾਈਲ ਚੇਂਜ ਕਰਨਾ ਪਏਗਾ ਬਿਕੋਜ਼ ਦਾ ਰਿਕੁਆਇਰਮੈਂਟ ਬਿਲਕੁਲ ਆਪਣੀ ਕੰਟਰੀ ਦਾ ਲਾਅ ਹੈਗਾ ਹੁਣ ਜੇ ਮੈਂ ਅਸੀਂ ਐਟ ਦਾ ਬਾਰਡਰ ਕੰਟਰੋਲ ਜਿੱਥੇ ਯੂਰਪ ਤੁਸੀਂ ਜਾਣਾ ਹੈ ਤੁਹਾਨੂੰ ਮੈਂ ਦੱਸ ਦਵਾਂ ਦੇ ਮੇ ਨੀਡ ਟੂ ਸ਼ੋ ਔਨਵਰਡ ਔਰ ਰਿਟਰਨ ਟਿਕਟ ਇਹ ਵੈਰੀ ਮੱਚ ਲਾਈਕ ਇੰਟਰਨੈਸ਼ਨਲ ਜਿੱਦਾਂ ਹੋ ਗਿਆ ਨਾ ਉਦਾਂ ਹੋ ਗਿਆ ਹਾਂਜੀ ਇਹ ਬਿਲਕੁਲ ਅਪਲਾਈ ਹੁੰਦਾ ਹੈਗਾ ਜਿਵੇਂ ਤੁਸੀਂ ਜੇ ਤੁਸੀਂ ਨਾਨ ਈਯੂ ਕੰਟਰੀ ਤੋਂ ਵੀ ਇੱਥੇ ਆਉਂਦੇ ਹੈਗੇ ਆ ਇੱਥੇ ਦਾ ਜਿਹੜਾ ਯੂਕੇ ਬਾਰਡਰ ਕੰਟਰੋਲ ਆ ਉਹ ਦੇਖਦਾ ਹੈ ਵੀ ਤੁਹਾਡੇ ਤੁਸੀਂ ਕਿਹੜੀ ਨੈਸ਼ਨੈਲਿਟੀ ਦੇ ਬੰਦੇ ਹੈਗੇ ਉਹ ਦੇਖਦੇ ਹੈਗੇ ਰਿਟਰਨ ਟਿਕਟ ਤੁਹਾਡੀ ਹੈਗੀ ਆ ਕਿਉਂਕਿ ਉਹਨਾਂ ਨੇ ਇਹ ਤੋਂ ਇਹ ਸ਼ੋ ਹੁੰਦਾ ਵੀ ਤੁਹਾਡੀ ਇੰਟੈਂਸ਼ਨ ਕੀ ਹੈਗੀ ਤੁਸੀਂ ਇੱਥੇ ਇੱਕ ਪਰਮਨੈਂਟ ਰਹਿਣਾ ਚਾਹੁੰਦੇ ਕਿ ਤੁਹਾਡਾ ਪਲਾਨ ਹੈਗਾ ਅੱਗੇ ਜਾਣ ਦਾ ਜੇ ਤੁਸੀਂ ਤੁਹਾਡੇ ਕੋਲ ਰਿਟਰਨ ਟਿਕਟ ਨਹੀਂ ਹੁੰਦੀ ਹੈਗੀ ਇੱਥੇ ਤੇ ਉਹ ਫਿਰ ਤੁਹਾਨੂੰ ਕੁਐਸਚਨ ਕਰਦੇ ਆ ਵੀ ਤੁਸੀਂ ਕਿਉਂ ਤੁਹਾਡੀ ਰਿਟਰਨ ਟਿਕਟ ਕਿਉਂ ਨਹੀਂ ਹੈਗੀ ਤੁਸੀਂ ਇੱਥੇ ਪੱਕੇ ਰਹਿਣਾ ਚਾਹੁੰਦੇ ਜਿਹੜਾ ਕਿ ਉਹਨਾਂ ਨੂੰ ਵਰੀ ਨਾ ਕਿ ਇਹਨੇ ਵਾਪਸ ਜਾਣਾ ਕਿ ਨਹੀਂ ਜਾਣਾ ਤੇ ਇਸੇ ਤਰ੍ਹਾਂ ਵੀ ਜਦੋਂ ਜਦੋਂ ਬ੍ਰੈਗਜ਼ਿਟ ਤੋਂ ਬਾਅਦ ਯੂਰਪੀਅਨ ਯੂਨੀਅਨ ਦੇ ਵਿੱਚ ਜਾਣਾ ਹੈਗਾ ਵੀ ਜਿੰਨੇ ਵੀ ਜਾਣਾ ਹੈਗਾ ਵੇ ਉਹਨੂੰ ਰਿਟਰਨ ਟਿਕਟ ਉਹਨੂੰ ਰੱਖਣੀ ਪੈਣੀ ਕੋਲ ਆਪਣੇ ਮੈਂ ਥੋੜੇ ਜਿਹੇ ਕਾਫੀ ਸਵਾਲ ਵਗੈਰਾ ਦੱਸ ਰਹੇ ਅਸੀਂ ਥੋੜੇ ਜਿਹਾ ਸਪੀਡ ਮਾਰੀ ਹੈ ਥੋੜੀ ਜਿਹੀ ਜਿੱਦਾਂ ਪਹਿਲਾਂ ਦੱਸਿਆ ਕਿ ਤੁਹਾਨੂੰ ਆਦਰ ਔਨਵਰਡ ਔਰ ਰਿਟਰਨ ਟਿਕਟ ਦਿਖਾਉਣਾ ਪਏਗਾ ਮੈਂ ਥੋੜੇ 2-3 ਰੀਡ ਕਰ ਦੇਣਾ ਫਿਰ ਤੁਸੀਂ ਐਮਫਸਾਈਜ਼ ਕਰਦੇ ਹੋ ਯੂ ਹੈਵ ਟੂ ਸ਼ੋ ਕਿ ਤੁਹਾਡੇ ਪਾਸ ਇਨਫ ਫੰਡਸ ਹੈਗੇ ਨੇ ਉੱਥੇ ਰਹਿਣ ਦੇ ਤਾਂ ਕਿ ਬਿਲਕੁਲ ਇੰਟਰਨੈਸ਼ਨਲ ਟਰੈਵਲ ਤਰ੍ਹਾਂ ਹੋ ਰਿਹਾ ਹੈ ਇੰਟਰਨੈਸ਼ਨਲ ਤੁਸੀਂ ਕਿਤੇ ਵੀ ਜਾਂਦੇ ਹੋ ਥੀਸ ਆਰ ਦ ਰਿਕੁਆਇਰਮੈਂਟਸ ਡਨ ਬਾਈ ਐਵਰੀ ਕੰਟਰੀ ਫੰਡਿੰਗ ਦੀ ਇੰਪੋਰਟੈਂਸ ਬਹੁਤ ਜ਼ਰੂਰੀ ਹੈ ਕਿਉਂਕਿ ਫਿਰ ਆਪਣੇ ਨੂੰ ਸਪੋਰਟ ਕਿੱਦਾਂ ਕਰਨਾ ਕਿਸੇ ਨੇ ਤਾਂ ਕਰਕੇ ਫਿਰ ਉਸ ਫੰਡਿੰਗ ਰੱਖੀ ਹੈਗੀ ਉਹਨਾਂ ਨੇ ਹੁਣ ਜਦੋਂ ਤੁਸੀਂ ਯੂਰਪ ਜਾਂਦੇ ਸੀਗੇ ਤੁਸੀਂ ਫਟਾਫਟ ਬਾਹਰ ਨਿਕਲ ਜਾਂਦੇ ਸੀਗੇ ਫਰਮ ਦੀ ਇਮੀਗ੍ਰੇਸ਼ਨ ਨਾਓ ਦੇਰ ਬੀ ਸੈਪਰੇਟ ਕਿਊਜ਼ ਵਗੈਰਾ ਹੋਣਗੇ ਫॉर द EU ਨੈਸ਼ਨਲਸ EA ਦੇ ਸਵਿਸ ਸਿਟੀਜ਼ਨਸ ਹੋਣਗੇ different queues ਹੋਣੇ ਨੇ different treatment ਹੋਏਗੀ basically ਜਦੋਂ ਤੁਸੀਂ ਯੂਰਪ ਜਾਣਾ treat yourself as if you're traveling ਇੰਟਰਨੈਸ਼ਨਲ ਕਿਤੇ ਬਾਹਰ ਹਾਂਜੀ ਤੁਸੀਂ ਟ੍ਰੀਟ ਯੋਰਸੈਲਫ ਵਿੱਚ ਤੁਸੀਂ ਜਿੱਦਾਂ ਪਹਿਲੇ ਯੂਰਪੀਅਨ ਯੂਨੀਅਨ ਤੋਂ ਬਾਹਰ ਜਿੱਦਾਂ ਜਾਂਦੇ ਸੀਗੇ ਉਦਾਂ ਨਹੀਂ ਹੋਣਾ ਜੇ ਤੁਸੀਂ ਯੂਰਪੀਅਨ ਯੂਨੀਅਨ ਤੋਂ ਬਾਹਰ ਜਿੱਦਾਂ ਜਾਂਦੇ ਹੈਗੇ ਸੇਮ ਉਹੀ ਚੀਜ਼ ਹੋਣੀ ਹੈਗੀ ਆ ਵੀ ਤੁਹਾਨੂੰ ਉਸੇ ਤਰ੍ਹਾਂ ਟ੍ਰੀਟ ਕੀਤਾ ਜਾਊਗਾ ਵੀ ਜਿਹੜੇ ਇਹ ਨਾਨ EU ਸਿਟੀਜ਼ਨਸ ਹੈਗੇ ਯੂਨਾਈਟਿਡ ਕਿੰਗਡਮ ਜਿਹੜੀ ਹੈਗੀ ਆ ਜੋ ਰੂਲਸ ਜਿਹੜੇ ਨਾਨ EU ਨੂੰ ਅਪਲਾਈ ਹੁੰਦੇ ਹੈਗੇ ਉਹੀ ਸਾਨੂੰ ਹੋਣੇ ਅਪਲਾਈ ਇੱਕ ਮੈਂ ਦੱਸਦਾ ਚਾਹਾਂ ਆਈ ਥਿੰਕ ਇੰਪੋਰਟੈਂਟ ਯੂ ਮਸਟ ਨੋ ਦੈਟ ਬੜੇ ਲੋਕ ਬਿਜ਼ਨਸ ਵਾਲੇ ਸਵੇਰ ਜਾ ਕੇ ਸ਼ਾਮ ਨੂੰ ਵਾਪਸ ਆਉਂਦੇ ਨੇ ਬੜੇ ਲੋਕ ਸੈਟਰਡੇ ਜਾ ਕੇ ਸੰਡੇ ਵਾਪਸ ਆਉਂਦੇ ਤੇ ਫਰਾਈਡੇ ਜਾ ਕੇ ਸੰਡੇ ਆਉਂਦੇ ਨੇ ਬਿਲਕੁਲ ਆਉਂਦੇ ਨੇ ਹਾਂਜੀ ਇਹ ਲੋਕ ਉਹਨਾਂ ਦੇ ਕੰਮਕਾਰ ਬਾਰੇ ਜਾਣਦੇ ਨੇ ਕੁਝ ਕਰ ਲਈ ਜਾਂਦੇ ਨੇ ਹਰ ਤਰ੍ਹਾਂ ਦਾ ਹਰ ਤਰੀਕੇ ਦਾ ਟ੍ਰਿਪ ਨਾਲ ਡਿਫਰੈਂਟ ਰਿਕੁਆਇਰਮੈਂਟ ਹੋਏਗੀ ਹੌਲੀਡੇ ਤੁਹਾਨੂੰ ਦੱਸਿਆ ਸੀ ਤੁਸੀਂ 90 ਡੇਜ਼ ਇਨ ਐਨੀ 180 ਡੇਜ਼ ਦੇ ਵਿੱਚ ਤੁਸੀਂ ਰਹਿ ਸਕਦੇ ਹੋ ਉਹ ਵੀ ਤੁਹਾਨੂੰ ਜਿਹੜੇ ਸਟੇਟ ਤੁਸੀਂ ਜਾ ਰਹੇ ਉਹਨਾਂ ਨਾਲ ਚੈੱਕ ਕਰਨਾ ਪਏਗਾ ਕਿ ਸਾਰਾ ਸੇਮ ਹੈਗਾ ਇਮੀਗ੍ਰੇਸ਼ਨ ਪਾਲਿਸੀ ਕੀ ਹੈਗੀ ਆ ਡਿਫਰੈਂਟ ਸਟੇਟਸ ਦੀ ਕੀ ਕਿੱਦਾਂ ਉਹਨੂੰ ਇਹ ਜਿੱਥੇ ਤੁਸੀਂ ਜਾ ਰਹੇ ਹੈਗੇ ਹੋ ਤੇ ਜਿੱਦਾਂ ਤੁਸੀਂ ਉਹਨੇ ਗੱਲ ਕੀਤੀ ਹੈ ਵੀ ਜੇ ਕੋਈ ਸਵੇਰੇ ਜਾ ਕੇ ਸ਼ਾਮੀ ਆਉਂਦਾ ਹੋਪਫੁਲੀ ਕੁਝ ਨਾ ਕੁਝ ਜੇ ਗੁੱਡ ਨਿਊਜ਼ ਆਊਗੀ ਕੋਈ ਨਾ ਕੋਈ ਇਹਦਾ ਕੋਈ ਸਪੈਸ਼ਲ ਵੀਜ਼ਾ ਜਾਂ ਕੋਈ ਨਾ ਕੋਈ ਸਪੈਸ਼ਲ ਸਟੇਟਸ ਦਿੱਤਾ ਜਾਊਗਾ ਵੀ ਜੇ ਕੋਈ ਫ੍ਰੀਕੁਐਂਟ ਟਰੈਵਲਰ ਹੈਗਾ ਬਿਜ਼ਨਸ ਵਾਸਤੇ ਉਹਦੇ ਕੋਲ ਕੋਈ ਨਾ ਕੋਈ ਜਾਂ ਪਰਮਿਟ ਜਾਂ ਕੋਈ ਨਾ ਕੋਈ ਪਾਲਿਸੀ ਦੇਖੋ ਕੀ ਆਂਦੀ ਹੈਗੀ ਹੈ ਤਾਂ ਹੌਲੀ ਸਾਨੂੰ ਪਤਾ ਲੱਗੂਗਾ ਇੱਕ ਵਾਰ ਜੀ ਬੜੇ ਲੋਕ ਜਿਹੜੇ ਨਾ ਹੁਣ ਇੰਗਲੈਂਡ ਚ ਨਹੀਂ ਟਰੈਵਲ ਕਰਦੇ ਬਹੁਤਾ ਬਿਕੋਜ਼ ਦੇ ਲਿਵਿੰਗ ਫॉर देयर ਬਰਥ ਤੇ ਤਕਰੀਬਨ ਕਾਫੀ ਦੇਖ ਲਿਆ ਦ ਚੀਪੈਸਟ ਦ ਈਜ਼ੀਐਸਟ ਵੇਜ਼ ਟੂ ਯੂਰਪ ਇਸ ਕਰਕੇ ਬੜੇ ਪਪੂਲਰ ਆ ਹਾਂਜੀ ਸਾਨੂੰ ਤਕਲੀਫ ਹੋਏਗੀ ਬਹੁਤ ਹੋਏਗੀ ਸ਼ੁਰੂਆਤ ਦੇ ਵਿੱਚ ਇੱਕ ਕਾਲ ਹੈਗਾ ਆਪਾਂ ਕਾਲ ਲੈ ਲਈਏ ਹੈਲੋ ਜੀ ਸਤਿ ਸ਼੍ਰੀ ਅਕਾਲ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਭਾਜੀ ਮੈਂ ਲੂਟਨ ਤੋਂ ਦਰਸ਼ਨ ਸਿੰਘ ਬੋਲ ਰਿਹਾ ਭਾਜੀ ਦਰਸ਼ਨ ਸਿੰਘ ਜੀ ਬਹੁਤ ਅੱਛਾ ਸਵਾਗਤ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਇਹ ਜਦੋਂ ਪੁੱਛਣਾ ਚਾਹੁੰਦਾ ਵੀ ਜਦੋਂ ਇਹ ਯੂਰਪ ਬਾਹਰ ਹੁੰਦਾ ਆ ਜਦੋਂ ਕਹਿੰਦੇ ਵੀ ਜੇ ਹੁਣ ਯੂਰਪ ਬਾਹਰ ਹੋ ਜਾਣਾ ਜੀ ਤਾਂ ਇਹਦੇ ਨਾਲ ਜਿੱਦਾਂ ਹੁਣ ਕਈ ਮੁੰਡੇ ਆ ਜਿੱਦਾਂ ਆਪਣੇ ਹੈਗੇ ਵਿਚਾਰੇ ਜਿਹਨਾਂ ਨੂੰ ਬਹੁਤ ਚਿਰ ਹੋ ਗਿਆ ਇੱਥੇ ਆਇਆ ਨੂੰ ਕਈ ਹਨ 18 ਈਅਰ ਹੋ ਗਿਆ 19 ਈਅਰ ਸਮਥਿੰਗ ਹੋ ਗਿਆ ਉਹਨਾਂ ਲਈ ਕੋਈ ਰੂਲ ਕੋਈ ਰੈਗੂਲੇਸ਼ਨ ਕੋਈ ਚੇਂਜ ਹੋਊਗਾ ਜਾਂ ਕਿੱਦਾਂ ਭਾਜੀ ਜਿਹੜੇ ਤੁਸੀਂ ਯੂਕੇ ਦੇ ਵਿੱਚ ਨਵੇਂ ਜਨਮ ਹੈ ਤੁਸੀਂ ਪਹਿਲੀ ਜਨਰੇਸ਼ਨ ਦੇ ਹੈਗੇ अर्ਲੀ 1900 ਦੇ ਕਿਸੇ ਦਾ ਕੋਈ ਫਰਕ ਨਹੀਂ ਪਏਗਾ ਕਿਸੇ ਤਰ੍ਹਾਂ ਦਾ ਇਹ ਯੂਕੇ ਦਾ ਨਹੀਂ ਇਹ ਯੂਰਪੀਅਨ ਕੰਟਰੀ ਦਾ ਰੂਲ ਹੈਗਾ
ਜਿੱਥੇ ਤੁਸੀਂ ਜਾਣਾ ਉਹਨਾਂ ਦਾ ਆਪਣਾ ਆਪਣਾ ਰੂਲ ਹੋਏਗਾ, ਉਹਦੇ ਮੁਤਾਬਿਕ ਤੁਹਾਨੂੰ ਚੈੱਕ ਕਰਕੇ ਜਾਣਾ ਪਏਗਾ ਉਹਨਾਂ ਨੂੰ ਕੀ ਕੀ ਚਾਹੀਦਾ ਹੈ। ਬੇਸਿਕਲੀ ਜਿਹੜੀ ਯੂਰਪੀਅਨ ਕੰਟਰੀ ਹੈਗੀ ਹੈ ਨਾ, ਇਟਸ ਲਾਈਕ ਤੁਸੀਂ ਇੰਡੀਆ ਜਾ ਰਹੇ ਹੋ ਜਾਂ ਅਮਰੀਕਾ ਜਾ ਰਹੇ ਹੋ, ਜੋ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਹੈ ਉੱਦਾਂ ਹੋਏਗਾ ਹੁਣ। ਹਾਂਜੀ, ਪਰ ਜਿਹੜੇ ਤੁਸੀਂ ਇਹ ਗੱਲ ਕਰਦੇ ਪਏ ਹੈਗੇ ਉਹਦੇ ਵਿੱਚ ਜਿਹੜੀ ਇੱਥੇ ਦੀ ਹੱਲੇ ਕੋਈ ਪਾਲਿਸੀ ਨਹੀਂ ਆਈ ਹੈਗੀ ਵੀ ਜਿਹੜੇ ਇੱਥੇ ਕੋਈ ਜਿਹੜਾ ਵੀ ਰਹਿ ਰਿਹਾ ਹੈਗਾ, ਜਿੱਦਾਂ ਤੁਸੀਂ ਸਵਾਲ ਤੁਹਾਡਾ ਸੀਗਾ, ਇੱਥੇ ਕੋਈ ਪਾਲਿਸੀ ਨਹੀਂ ਆਈ ਹੈਗੀ ਹੱਲੇ। ਜੇ ਕੋਈ ਆਊਗੀ ਤੇ ਹੱਲੇ ਗਵਰਨਮੈਂਟ ਨੇ ਕੋਈ ਡਿਸਾਈਡ ਨਹੀਂ ਕੀਤਾ। ਪਿੱਛੇ ਜੇ ਆਈ ਸੀਗੀ ਗਾਈਡਲਾਈਨ, ਇੱਕ ਉਹਨਾਂ ਨੇ ਪਾਲਿਸੀ ਦੀ ਚੱਲਦੀ ਪਈ ਸੀ ਗੱਲ, ਪਰ ਉਹਨਾਂ ਨੇ ਹੱਲੇ ਕੋਈ ਉਹਨੂੰ ਡਿਕਲਾਈਨ ਕੀਤਾ ਹੈਗਾ ਹੱਲੇ। ਤੇ ਜਿਹੜੇ ਜੇ ਤੁਸੀਂ 18 ਸਾਲ ਹੋ ਗਏ ਜਾਂ 20 ਸਾਲ ਹੋ ਗਏ ਆ ਤੇ ਉਹ ਤੇ ਚਲੋ 20 ਸਾਲ ਵਾਲੇ ਤੇ ਕਾਨੂੰਨ ਦੇ ਵਿੱਚ ਆਉਂਦੇ ਹੈਗੇ ਆ, ਤੇ ਜੇ 18 ਸਾਲ ਵਾਲੇ ਜਿਹੜੇ ਹੈਗੇ ਆ ਹਲੇ ਉਹਨਾਂ ਵਾਸਤੇ ਕੋਈ ਪਾਲਿਸੀ ਨਹੀਂ ਹੈਗੀ ਸੈਡਲੀ। ਪਰ ਹੋ ਸਕਦਾ ਵੀ ਜਦੋਂ ਲੋਕਾਂ ਦੀ ਆਵਾਜਾਈ ਬੰਦ ਹੋ ਜਾਊਗੀ ਉੱਥੇ, ਜਦੋਂ ਜੇ ਲੋਡ ਹੋਊਗੀ ਇੱਥੇ, ਤੇ ਜੇ ਗਵਰਨਮੈਂਟ ਕੋਈ ਐਮਐਨਐਸਟੀ ਕੱਢੂਗੀ ਤੇ ਉਹ ਡਿਕਲੇਅਰ ਕੀਤੀ ਜਾਊਗੀ, ਉਹ ਫਿਰ ਤੁਹਾਨੂੰ ਦੱਸਾਂਗੇ। ਲਾਸਟ ਐਮਐਨਐਸਟੀ 2006 ਚ ਆਈ ਸੀਗੀ, ਉਸ ਤੋਂ ਬਾਅਦ ਨਹੀਂ ਕੋਈ ਕੱਢੀ ਉਹਨਾਂ ਨੇ। ਤੇ ਜੇ ਕੱਢੂਗੇ ਤਾਂ ਤੁਸੀਂ ਸ਼ੋਅ ਦੇਖਦੇ ਰਹੋ, ਅਸੀਂ ਤੁਹਾਨੂੰ ਅਪਡੇਟ ਕਰਾਂਗੇ ਪਲੀਜ਼। ਓਕੇ ਸਰ, ਭਾਜੀ ਥੈਂਕ ਯੂ। ਦਰਸ਼ਨ ਸਿੰਘ ਜੀ ਥੈਂਕ ਯੂ, ਬਹੁਤ ਮਿਹਰਬਾਨੀ ਕਾਲ ਕਰਨ ਦਾ। ਪਲੀਜ਼ ਸ਼ੋਅ ਦੇਖੋ। ਅਕਾਲ ਚੈਨਲ ਹਮੇਸ਼ਾ ਕੋਸ਼ਿਸ਼ ਕਰੇਗੀ ਥੋੜੀ ਦੇਰ ਬਾਅਦ ਅਸੀਂ ਅਪਡੇਟ ਲੈ ਕੇ ਆਵਾਂਗੇ ਬ੍ਰੈਕਸਿਟ ਦੇ ਕੀ ਹੋ ਰਿਹਾ ਕੀ ਨਹੀਂ। ਜੋ ਅੱਜ ਦਾ ਹੈਗਾ, ਜੋ ਅਪ ਟੂ ਡੇਟ ਅੱਜ ਦੀ ਡੇਟ ਤੱਕ ਅਸੀਂ ਤੁਹਾਨੂੰ ਇਨਫੋਰਮੇਸ਼ਨ ਦੇ ਰਹੇ ਹਾਂ। ਹੁਣ ਜਿੱਦਾਂ ਅਸੀਂ ਤੁਹਾਨੂੰ ਪਾਸਪੋਰਟ ਵਗੈਰਾ ਦੱਸਿਆ ਤੇ ਬਾਰਡਰ ਤੇ ਕੀ ਕੁਝ ਚੈੱਕ ਹੋਏਗਾ ਉਹਦਾ ਬਾਰੇ ਦੱਸਿਆ, ਛੋਟੀਆਂ ਗੱਲਾਂ ਨੋਟ ਕਰਨ ਵਾਲੀਆਂ। ਅਸੀਂ ਚੁੱਕ ਕੇ ਨਾ ਫਟਾਫਟ ਇੱਕ ਹੈਂਡਬੈਗ ਲੈ ਕੇ ਜਹਾਜ਼ ਬੈਠ ਜਾਂਦੇ ਸੀ, ਕੋਈ ਚੁੱਕ ਛੋੜ ਦਿੰਦੇ ਸੀ। ਹੁਣ ਉਹਦਾ ਨਹੀਂ ਰਹਿਣਾ। ਹਾਂ, ਹੁਣ ਜਿਹੜਾ ਤੁਹਾਡੇ ਫੋਨ ਹੈਗੇ ਨੇ ਮੋਬਾਈਲ ਫੋਨ, ਉਹਨਾਂ ਦਾ ਰੋਮਿੰਗ ਸਿਸਟਮ ਖਤਮ ਹੋ ਜਾਏਗਾ। ਉਹ ਜੇ ਮੈਂ ਖਤਮ ਕਰਨਾ ਪਿਆ, ਪਲੀਜ਼ ਡੋਂਟ ਟੇਕ ਮੀ ਰੋਂਗ, ਮੈਂ ਇੱਕ ਹੋਰ ਤਰੀਕੇ ਨਾਲ ਵੀ ਕਰਦਾ। ਇਹ ਹਰ ਸਰਵਿਸ ਪ੍ਰੋਵਾਈਡਰ ਦਾ ਆਪਣਾ ਰੂਲ ਹੋਏਗਾ। ਜੀ ਬਿਲਕੁਲ। ਬੇਸਿਕਲੀ ਕੀ ਸੀਗਾ, ਆਈ ਥਿੰਕ 2016 ਕਿ 17 ਮੈਨੂੰ ਐਗਜ਼ੈਕਟਲੀ ਯਾਦ ਨਹੀਂਗਾ, ਇਹਨਾਂ ਨੇ ਫ੍ਰੀ ਰੋਮਿੰਗ ਸ਼ੁਰੂ, ਪਹਿਲੇ ਤਾਂ ਚਾਰਜ ਪੈਂਦੇ ਹੁੰਦੇ ਸੀਗੇ, ਤੇ ਆਈ ਥਿੰਕ 2016 ਜਾਂ 17 ਤੋਂ ਇਹਨਾਂ ਨੇ ਯੂਰਪੀਅਨ ਯੂਨੀਅਨ ਦੇ ਵਿੱਚ ਜੇ ਕੋਈ ਵੀ ਜਾ ਰਿਹਾ ਹੈਗਾ ਉਹਨੂੰ ਲੋਕਲ ਕਰਤਾ ਸੀਗਾ। ਤੇ ਬੜੀ ਵਧੀਆ ਐਡਵਾਂਟੇਜ ਸੀਗੀ। ਮੈਂ ਵੀ ਜਾ ਕੇ ਬੜਾ ਹਾਂਜੀ ਤੁਸੀਂ ਇੰਟਰਨੈਟ ਯੂਜ਼ ਕਰ ਸਕਦੇ ਸੀਗੇ, ਤੁਸੀਂ ਲੋਕਲ ਕਾਲ ਫ੍ਰੀ ਕਰ ਸਕਦੇ ਸੀਗੇ। ਜੋ ਤੁਹਾਡਾ ਟੈਰਿਫ ਘਰੇ ਤੁਹਾਡੀ ਹੋਮ ਕੰਟਰੀ ਚ ਜਿੱਦਾਂ ਯੂਕੇ ਚ ਹੁੰਦਾ ਸੀਗਾ, ਉਹੀ ਤੁਹਾਨੂੰ ਉੱਥੇ ਹੁੰਦਾ ਸੀਗਾ। ਤੁਸੀਂ ਆਪਣੀ ਕੰਟਰੀ ਫ੍ਰੀ ਕਾਲ ਕਰ ਸਕਦੇ ਸੀਗੇ। ਮੈਂ ਵੀ ਬਹੁਤ ਇੰਜੋਏ ਕੀਤਾ ਇਸ ਚੀਜ਼ ਨੂੰ। ਜਦੋਂ ਬਾਹਰ ਜਾਂਦਾ ਸੀਗਾ ਕੰਮ ਪਿੱਛੇ, ਫੋਨ ਦੇ ਉੱਤੇ ਅਸੀਂ ਕੰਟਰੋਲ ਕੀਤਾ। ਕਾਫੀ ਵਾਰੀ ਜਾਣਾ ਪੈਂਦਾ ਸੀਗਾ। ਕਦੀ ਕਾਲ ਲੈ ਲਈਏ ਫਿਰ ਕਰਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਕੌਣ ਬੋਲਦੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਸੰਧੂ ਬੋਲਦਾ ਜੀ, ਸਾਲ ਤੋਂ ਜੀ। ਸੰਧੂ ਜੀ ਤੁਹਾਡਾ ਬਹੁਤ ਸਵਾਗਤ ਕਰਦੇ ਹਾਂ। ਕੀ ਕਹਿਣਾ ਚਾਹੁੰਦੇ ਹੋ ਭਾਜੀ? ਹਾਂਜੀ ਜੀ, ਮੈਂ ਸਾਰਾ ਕੁਝ ਸੁਣ ਰਿਹਾ ਸੀਗਾ ਵੀ ਜਿਹੜਾ ਜਨਵਰੀ 2020 ਤੋਂ ਬਾਅਦ ਤੋਂ ਪਾਲਿਸੀ ਚੇਂਜ ਹੋ ਰਹੀ ਹੈ ਯੂਰਪ। ਹਾਂਜੀ, ਪਹਿਲਾਂ ਤਾਂ ਮੇਰਾ ਕਲੈਰੀਫਿਕੇਸ਼ਨ ਇਹ ਚਾਹੀਦੀ ਹੈ ਵੀ ਜਿਹੜਾ ਸਾਡੇ ਬ੍ਰਿਟਿਸ਼ ਪਾਸਪੋਰਟ ਹੈਗੇ ਆ, ਕਿਉਂ ਹਾਲੇ ਮੈਂ ਰੀਸੈਂਟਲੀ ਚੇਂਜ ਕਰਵਾਇਆ ਆਪਣਾ ਪਾਸਪੋਰਟ, ਜਿਹੜੀ ਮਿਆਦ ਜਿਹੜੀ 29 ਤੱਕ ਹੈਗੀ ਆ, ਕੀ ਉਹਨਾਂ ਤੇ ਵੀ ਕੋਈ ਇਫੈਕਟ ਪਊਗਾ ਜਾਂ ਸਾਨੂੰ ਪਾਸਪੋਰਟ ਵੀ ਚੇਂਜ ਕਰਾਉਣੇ ਪੈਣਗੇ? ਭਾਜੀ ਬਹੁਤ ਅੱਛਾ ਕੀਤਾ। ਥੋੜਾ ਜਿਹਾ ਮੇਰੇ ਨਾਲ ਪਲੀਜ਼ ਥੋੜਾ ਜਿਹਾ ਵਸਾ ਰਾਈਟਬਰਡ ਥੋੜਾ ਜਿਹਾ ਬਰਦਾਸ਼ਤ ਕਰੋ। ਅਸੀਂ ਪਾਸਪੋਰਟ ਤੇ ਆ ਰਹੇ ਹਾਂ, ਉਹ ਮੈਂ ਸਾਰਾ ਕਵਰ ਕਰਾਂਗਾ। ਤੁਸੀਂ ਅਖੀਰ ਤੱਕ ਪ੍ਰੋਗਰਾਮ ਦੇਖੋ। ਜੋ ਚੀਜ਼ਾਂ 'ਚ ਚੇਂਜ ਹੋ ਰਹੀਆਂ, ਪਾਸਪੋਰਟ, ਪੈਸੇ, ਇੰਸ਼ੋਰੈਂਸ ਵਗੈਰਾ, ਮੋਬਾਈਲ ਦਾ, ਰੋਮਿੰਗ ਦਾ, ਅਸੀਂ ਸਾਰੇ ਪ੍ਰੋਗਰਾਮ ਤੇ ਗੱਲ ਕਰਾਂਗੇ। ਬਹੁਤ ਮਿਹਰਬਾਨੀ ਤੁਹਾਡੇ ਕਾਲ ਕਰਨ ਦਾ। ਬੜਾ ਅੱਛਾ ਸਵਾਲ ਹੈ, ਅਸੀਂ ਇਹਦਾ ਅੱਗੇ ਡਿਸਕਸ ਕਰਾਂਗੇ। ਇਹਦਾ ਆਨਸਰ ਅੱਗੇ ਹੈਗਾ, ਅਸੀਂ ਬਹੁਤ ਅੱਛਾ ਸਵਾਲ ਹੈ, ਕਰਨਾ ਹੈਗਾ ਇਸ ਪੁਆਇੰਟ ਨੂੰ। ਜਿਹੜੇ ਹੋਰ ਚੇਂਜਸ ਆ ਰਹੀਆਂ ਨੇ, ਪਲੀਜ਼ ਦੇਖਦੇ ਰਹੋ। ਟਾਈਮ ਬੜੇ ਫਾਸਟ ਜਾ ਰਿਹਾ, ਕੋਸ਼ਿਸ਼ ਕਰਾਂਗੇ। ਸਾਡੇ ਪਾਸ ਕਾਫੀ ਸਵਾਲ ਜਵਾਬ ਹੈਗੇ ਨੇ। ਜਦੋਂ ਤੁਸੀਂ ਹੁਣ ਜਾਓਗੇ ਯੂਰਪ ਦੇ ਵਿੱਚ, 10,000 ਪਾਉਂਡ ਜਾਂ ਉਦੋਂ ਉੱਪਰ ਹੋਏਗਾ ਤੁਹਾਨੂੰ ਡਿਕਲੇਅਰ ਕਰਨਾ ਪਏਗਾ। ਹਾਂਜੀ, ਇਹ ਤਾਂ ਨਾਰਮਲ, ਜਦੋਂ ਵੀ ਤੁਸੀਂ ਜਾਂਦੇ ਹੈਗੇ ਕਿਸੇ ਹੋਰ ਕੰਟਰੀ ਵਿੱਚ, ਇਹ ਤਾਂ ਨਾਰਮਲ ਰੂਲ ਹੈਗਾ। ਇਹੀ ਯੂਕੇ ਨੂੰ ਅਪਲਾਈ ਹੋਣਾ ਹੈਗਾ ਵੀ ਜੇ ਤੁਹਾਡੀ ਕੋ ਜਾਂ ਕੈਸ਼ ਹੈ ਜਾਂ ਤੁਹਾਡੇ ਕੋਲ ਕੋਈ ਗੁੱਡਸ ਇਦਾਂ ਦੇ ਹੈਗੇ, ਉਹ ਤੁਹਾਨੂੰ ਉੱਥੇ ਕਸਟਮ ਨੂੰ ਤੁਹਾਨੂੰ ਡਿਕਲੇਅਰ ਕਰਨੇ ਪੈਣੇ ਹੈਗੇ। ਬਾਅਦ ਵਿੱਚ ਮੈਂ ਫਿਰ ਰਿਪੀਟ ਕਰ ਦਵਾਂ, ਇਹ 1 ਜਨਵਰੀ 2021 ਤੋਂ ਲਾਗੂ ਹੋਏਗਾ। ਇਹ ਹੁਣ ਤੋਂ ਨਹੀਂ ਹੈਗਾ, ਤੋਂ ਪਹਿਲੇ ਕਿ ਨਾ ਕਰੋ। ਪਰ ਬੇਸਿਕਲੀ ਅਕਾਲ ਚੈਨਲ ਤੁਹਾਨੂੰ ਪ੍ਰਪੇਅਰ ਕਰਦੀ ਹੈ ਕਿ ਅਸੀਂ ਹੁਣ ਕੋਵਿਡ-19 ਚੋਂ ਬਾਹਰ ਨਿਕਲ ਕੇ ਆਪਣੀ ਨਾਰਮਲ ਲਾਈਫ ਲਿਵ ਕਰਨ ਦੀ ਕੋਸ਼ਿਸ਼ ਕਰਾਂਗੇ। ਉਹਦੇ ਨਾਲ ਦੇ ਨਾਲ ਲੋਕੀ ਬਹੁਤ ਫੈਡ ਅਪ ਹੋ ਗਏ ਘਰ ਲੈ ਕੇ। ਲੋਟ ਆਫ ਪੀਪਲ ਵਾਂਟ ਟੂ ਗੋ ਫॉर ਹੌਲੀਡੇਜ਼, ਲੋਟ ਆਫ ਪੀਪਲ ਹੈਵ ਬੀਨ ਫॉर ਹੌਲੀਡੇਜ਼। ਸੋ ਇਹ ਚੱਕਰ ਚੱਲਦਾ ਰਹਿਣਾ। ਤਾਂ ਪਲੀਜ਼ ਤੁਸੀਂ ਅਕਾਲ ਚੈਨਲ ਦੇਖੋ। ਦਿਸ ਇਜ਼ ਓਨਲੀ ਚੈਨਲ ਜੋ ਤੁਹਾਨੂੰ ਇੱਦਾਂ ਦੀ ਇਨਫੋਰਮੇਸ਼ਨ ਤੁਹਾਨੂੰ ਪਹਿਲਾਂ ਪਲਾਨ ਕਰਕੇ ਦਿੰਦਾ ਪਿਆ, ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਹੋਵੇ। ਤੁਸੀਂ ਜਾਓਗੇ, ਬੜੇ ਫਾਈਨਸ ਇੰਪੋਜ਼ ਹੋ ਸਕਦੇ ਨੇ ਯੂਰਪ ਦੇ ਵਿੱਚ। ਅਸੀਂ ਅੱਗੇ ਗੱਲ ਕਰਾਂਗੇ, ਪਾਸਪੋਰਟ ਦੀ ਗੱਲ ਕਰਾਂਗੇ, ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦੇਵਾਂਗੇ। ਤੇ ਇਹਦੇ ਵਿੱਚ ਦੱਸਿਆ ਕਿ ਤੁਹਾਨੂੰ ਆਪਣਾ ਕੈਸ਼ ਵਗੈਰਾ ਤੁਹਾਨੂੰ ਡਿਕਲੇਅਰ ਕਰਨਾ ਪਏਗਾ। ਉਹਦੇ ਨਾਲ ਦੀ ਨਾਲ ਤੁਹਾਨੂੰ ਕਸਟਮ ਡੈਕਲੇਰੇਸ਼ਨ ਫਿਲ ਕਰਨੀ ਪਏਗੀ। ਹਾਂਜੀ, ਉਹ ਮੈਂ ਕਿਹਾ ਸਪੈਸ਼ਲ ਕੋਈ ਨਾ ਕੋਈ ਉਹਨਾਂ ਦਾ ਫਾਰਮ ਹੋਊਗਾ
ਜਿਹਦੇ ਵਿੱਚ ਤੁਸੀਂ ਆਪਣੀ ਜਿਹੜੀ ਵੀ ਕੋਈ ਵੀ ਡੈਕਲੇਰੇਸ਼ਨ ਜਿਹੜੀ ਦੇਣੀ ਹੈਗੀ ਉਹਦੇ ਚ ਕੀ ਡਿਕਲੇਅਰ ਕਰਨਾ ਮੈਂ ਥੋੜਾ ਜਿਹਾ ਤੁਹਾਨੂੰ ਅਸੀਂ ਬੇਸਿਕ ਗੱਲਾਂ ਦੱਸ ਰਹੇ ਹਾਂ ਕਿਉਂਕਿ ਸਾਰਾ 100% ਇੱਕ ਘੰਟੇ ਚ ਨਹੀਂ ਕੰਪਲੀਟ ਹੋ ਸਕਦੀਆਂ ਕਸਟਮ ਡੈਕਲੇਰੇਸ਼ਨ ਹੋਗੀ ਤੁਹਾਨੂੰ ਅਗਰ ਤੁਸੀਂ ਕੁਝ ਵੇਚਣ ਜਾ ਰਹੇ ਹੋ ਜਾਂ ਤੁਸੀਂ ਕੁਝ ਬਿਜ਼ਨਸ ਯੂਜ਼ ਕਰਨ ਜਾ ਰਹੇ ਹੋ ਉਹ ਕਮਰਸ਼ੀਅਲ ਆਈਟਮ ਹੋ ਜਾਂਦੀ ਹੈ ਹਾਂਜੀ ਹਾਂਜੀ ਪੈਸੇ ਦੇ ਨਾਲ ਉਹ ਤੁਹਾਨੂੰ ਡਿਕਲੇਅਰ ਕਰਨਾ ਪਏਗਾ ਯੂਰਪੀਅਨ ਕੰਟਰੀਜ਼ ਸਾਰੀਆਂ ਇੱਕ ਇੰਟਰਨੈਸ਼ਨਲ ਡੈਸਟੀਨੇਸ਼ਨ ਹੋ ਜਾਏਗਾ ਬੜੀ ਫਾਸਟ ਟਾਈਮ ਜਾ ਰਿਹਾ ਤੇ ਕਾਫੀ ਇਹਦੇ ਗੱਲਾਂ ਬਾਤਾਂ ਕਰਨੀਆਂ ਜਿਹੜੀ ਕੰਟਰੀ 'ਚ ਵੀ ਤੁਸੀਂ ਜਾਣਾ ਯੂਰਪ ਦੇ ਵਿੱਚ ਉਹਦੀ ਗਾਰਡੀਅਨਸ ਤੁਸੀਂ ਜਿਹੜੀ ਹੈਗੀ ਆ ਜਿੱਥੇ ਵੀ ਤੁਸੀਂ ਰਹਿਣਾ ਜਾ ਕੇ ਜਾਂ ਤੁਸੀਂ ਫਿਰਨ ਜਾਣਾ ਕੱਲੀ ਯੂਰਪੀਅਨ ਕੰਟਰੀ ਨਾਲ ਡਿਫਰੈਂਟ ਹੋ ਸਕਦਾ ਰੈਗੂਲੇਸ਼ਨ ਉਹ ਚੈੱਕ ਕਰਨਾ ਪਏਗਾ ਬਿਲਕੁਲ ਉਹ ਜਿੱਦਾਂ ਆਪਾਂ ਰਿਪੀਟ ਕਿਹਾ ਸੀਗਾ ਵੀ ਜਿੱਥੇ ਵੀ ਤੁਸੀਂ ਜਾਣਾ ਚਾਹੁੰਦੇ ਹੈਗੇ ਆ ਹਰ ਕੰਟਰੀ ਦੀ ਆਪਣੀ ਗਾਈਡੈਂਸ ਹੋਊਗੀ ਹਰ ਕੰਟਰੀ ਦੇ ਆਪਣੇ ਇਮੀਗ੍ਰੇਸ਼ਨ ਰੂਲਸ ਹੁੰਦੇ ਆ ਹਰ ਕੰਟਰੀ ਦੇ ਆਪਣੀ ਰਿਕੁਆਇਰਮੈਂਟਸ ਹੈਗੀ ਜਿਹੜੀ ਕਿ ਕੰਟਰੀ ਟੂ ਕੰਟਰੀ ਵੇਰੀ ਹੋਊਗੀ ਬਾਕੀ ਹੋਰ ਵੀ ਗੱਲ ਹੈ ਬੇਬੀ ਤੁਹਾਨੂੰ ਰੈਜ਼ੀਡੈਂਸ ਦੀ ਪਰਮਿਟ ਵੀ ਲੈਣੀ ਪਏਗੀ ਉਹ ਵੀ ਕਾਫੀ ਇਸ਼ੂ ਉਹਦਾ ਮੁੱਦਾ ਹੋ ਸਕਦਾ ਹੈ ਹਾਂਜੀ ਉਹ ਜੇ ਤੁਸੀਂ 90 ਡੇਜ਼ ਤੋਂ ਜੇ ਤੁਸੀਂ ਜ਼ਿਆਦਾ ਰਹਿਣਾ ਚਾਹੁੰਦੇ ਹੈਗੇ ਫਿਰ ਤੁਹਾਨੂੰ ਉੱਥੇ ਆਪਣੀ ਸਟੇ ਵੀ ਲੀਗਲ ਕਰਾਉਣੀ ਪੈਣੀ ਹੈਗੀ ਹੈ ਤੁਹਾਨੂੰ ਦੇਖਣਾ ਪੈਣਾ ਵੀ ਤੁਸੀਂ ਪਰ ਇਹਦੇ ਵਿੱਚ ਇੱਕ ਇਹ ਹੈਗਾ ਵੀ ਜਿਹੜਾ ਰਿਪਬਲਿਕ ਆਫ ਆਇਰਲੈਂਡ ਜਿਹੜਾ ਹੈਗਾ ਉਹਦੇ ਵਿੱਚ ਯੂਕੇ ਨੈਸ਼ਨਲ ਸੇ ਜਾ ਕੇ ਜਿੱਦਾਂ ਮਰਜ਼ੀ ਡਿਫਰੈਂਟ ਹੈਗਾ ਕਾਫੀ ਚਾਹਾਂਗਾ ਟਾਈਮ ਬੜੀ ਫਾਸਟ ਜਾ ਰਿਹਾ ਪਲੀਜ਼ ਕੀਪ ਵਾਚਿੰਗ ਅਸੀਂ ਛੋਟੀ ਜਿਹੀ ਬ੍ਰੇਕ ਲੈਨੇ ਆ ਦੇਖੋ ਬੜੀ ਕੋਸ਼ਿਸ਼ ਹੁੰਦੀ ਹੈ ਬੜਾ ਰਿਸਰਚ ਕੀਤਾ ਗਿਆ ਬੜੀ ਅਪ ਟੂ ਡੇਟ ਇਨਫੋਰਮੇਸ਼ਨ ਲੈ ਕੇ ਜੋ ਅੱਜ ਤੱਕ ਇਹ ਲਾਗੂ ਹੈਗਾ ਬਟ ਐਨੀਥਿੰਗ ਕੈਨ ਹੈਪਨ ਛੋਟੀ ਜਿਹੀ ਬ੍ਰੇਕ ਲੈਨੇ ਆਪਣੇ ਲਈ ਚਾਹ ਬਣਾ ਕੇ ਆ ਜਾਓ ਅਸੀਂ ਹੋਰ ਸਾਰੀ ਗੱਲਬਾਤ ਕਰਾਂਗੇ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ बोले सोने हाल सासरी अकाल ਬੈਕ ਇਨ ਦ ਸੈਕੰਡ ਪਾਰਟ ਅਗਰ ਤੁਸੀਂ ਹੁਣੇ ਦੇਖਣਾ ਸ਼ੁਰੂ ਕੀਤਾ ਵੀ ਟਾਕਿੰਗ ਅਬਾਊਟ ਬ੍ਰੈਕਸਿਟ ਮੈਂ ਇੱਕ ਗੱਲ ਕਲੀਅਰ ਕਰਦਾ ਕਿ ਥੋੜੇ ਬਹੁਤੇ ਕਾਲ ਆ ਰਹੇ ਸੀਗੇ ਅਸੀਂ ਤੁਹਾਨੂੰ ਪ੍ਰੀ ਵਾਰਨ ਕਰ ਰਹੇ ਹਾਂ ਜੋ ਵੀ ਤੁਹਾਨੂੰ ਦੱਸਦੇ ਹਾਂ ਸਿਸਟਮ ਇੰਪਲੀਮੈਂਟ ਹੋਏਗਾ ਇਟ ਵਿਲ ਬੀ ਦ 1 ਜਨਵਰੀ 2021 ਦੇ ਵਿੱਚ ਪਹਿਲਾਂ ਪਲਾਨ ਕਰ ਰਹੇ ਤਾਂ ਕਿ ਤੁਸੀਂ ਆਪਣਾ ਜੋ ਟ੍ਰਿਪ ਪਲਾਨ ਕਰਦੇ ਹੋ ਨੈਕਸਟ ਈਅਰ ਜਾਣ ਦਾ ਯੂ ਸ਼ੁਡ ਨੋ ਕਿ ਕੀ ਕੁਝ ਐਕਸਪੈਕਟ ਕਰਨਾ ਕਿ ਤੁਹਾਨੂੰ ਡਿਫਿਕਲਟੀ ਆ ਸਕਦੀ ਹੈ ਤੇ ਇਹ ਹੁਣ ਕੁਝ ਨਹੀਂ ਹੈਗਾ ਹਾਲੇ ਅਸੀਂ ਸਾਡੇ ਪਾਸ ਫ੍ਰੀ ਟ੍ਰਾਂਸਫਰ ਪੀਰੀਅਡ ਹੈਗਾ ਹਾਂਜੀ ਇਹ ਆਉਣ ਵਾਲੇ 5 ਮਹੀਨੇ ਬਾਅਦ ਜਿਹੜੀ ਚੇਂਜ ਆ ਰਹੀ ਹੈਗੀ ਹੈ ਇਹ ਉਹਦੇ ਬਾਰੇ ਸਾਈਕੋਲੋਜੀਕਲੀ ਅਸੀਂ ਕੋਸ਼ਿਸ਼ ਕਰ ਰਹੇ ਵੀ ਪ੍ਰਿਪੇਅਰ ਹੋ ਜਾਵੇ ਪਹਿਲੇ ਕਿ ਨਾ ਕਰੋ 31 ਦਸੰਬਰ ਤੱਕ ਤੁਸੀਂ ਜਿੱਦਾਂ ਪਹਿਲਾਂ ਆਉਂਦੇ ਜਾਂਦੇ ਸੀ ਉਦਾਂ ਜਾ ਸਕਦੇ ਹੋ ਹਾਂਜੀ ਫ੍ਰੀਲੀ ਕਿਸੇ ਵੀ ਤਰੀਕੇ ਦਾ ਜੋ ਮੈਂ ਗੱਲਾਂ ਕਹਿੰਦਾ ਉਹਨੂੰ ਕੋਈ ਲਾਗੂ ਨਹੀਂ ਹੁੰਦੀਆਂ 31 ਦਸੰਬਰ ਤੋਂ ਬਾਅਦ 1 ਜਨਵਰੀ 2021 ਸਟਾਰਟ ਹੋਏਗਾ ਹੁਣ ਜੇ ਅਸੀਂ ਗੱਲ ਕਰੀਏ ਜੇ ਤੁਸੀਂ ਬਾਈ ਕਾਰ ਜਾਣਾ ਮੈਂ ਥੋੜਾ ਰਸ਼ ਕਰਾਂਗਾ ਕਾਫੀ ਸਵਾਲ ਹੈਗੇ ਭਾਈ ਸਾਹਿਬ ਨੇ ਇੱਕ ਪਾਸਪੋਰਟ ਦੀ ਗੱਲ ਕੀਤੀ ਉਹਦੀ ਵੀ ਗੱਲ ਕਰਨੀ ਹੈ ਜਿਹੜੀ ਥੋੜੀ ਇੰਸ਼ੋਰੈਂਸ ਅੱਜ ਮੈਂ ਰੋਮੀ ਦੀ ਗੱਲ ਕੀਤੀ ਤੁਹਾਨੂੰ ਉਹਦਾ ਦੱਸ ਚੁੱਕਿਆ ਪੈਸੇ ਦੇ ਦੱਸ ਚੁੱਕਿਆ ਅਦਰ ਥੋੜੀ ਜਿਹੜੀ ਇੰਸ਼ੋਰੈਂਸ ਹੈਗੀ ਨਾ ਤੁਹਾਨੂੰ ਇੰਸ਼ੋਰੈਂਸ ਕੰਪਨੀ ਨਾਲ ਚੈੱਕ ਕਰਨਾ ਪਏਗਾ ਅਗਰ ਤੁਹਾਨੂੰ ਉਹ ਕੰਟਰੀ ਜਿੱਥੇ ਜਾ ਰਹੇ ਹੋ ਉਹ ਕਵਰ ਕਰਦੀ ਕਿ ਨਹੀਂ ਕਰਦੀ ਨਾਟ ਓਨਲੀ ਜਿੱਥੇ ਤੁਸੀਂ ਜਾ ਰਹੇ ਹੋ ਅਗਰ ਤੁਸੀਂ ਲਾਸਟ ਮਿਨਟ ਡਿਸਾਈਡ ਕਰੋ ਫਰੋਮ ਵਨ ਯੂਰਪੀਅਨ ਸਟੇਟ ਕਿਸੇ ਦੂਸਰੀ ਸਟੇਟ ਤੇ ਜਾਣਾ ਹੈ ਉਹ ਵੀ ਤੁਹਾਨੂੰ ਇੰਸ਼ੋਰੈਂਸ ਕੰਪਨੀ ਨੂੰ ਦੱਸਣਾ ਪਏਗਾ ਹਾਂਜੀ ਫਿਲਹਾਲ ਤੇ ਜਦੋਂ ਜਿਹੜੀ ਕਿ ਹੁਣ ਨੋਰਮਲ ਇੰਸ਼ੋਰੈਂਸਸ ਜਿਹੜੀਆਂ ਹੈਗੀਆਂ ਉਹਦੇ ਵਿੱਚ ਤੁਸੀਂ ਆਈ ਥਿੰਕ 90 ਡੇਜ਼ ਦਾ ਤੁਹਾਡੇ ਕੋਲ ਹੁੰਦਾ ਤੁਸੀਂ ਜਾ ਸਕਦੇ ਆ ਕਿ ਯੂਰਪੀਅਨ ਯੂਨੀਅਨ ਦੇ ਵਿੱਚ ਪਰ ਜਦੋਂ 31st ਹੋ ਜਾਣੀ ਹੈਗੀ ਤਾਂ ਡੈਫੀਨਿਟਲੀ ਇਹਦੇ ਵਿੱਚ ਇੰਸ਼ੋਰੈਂਸ ਦੇ ਵਿੱਚ ਵੀ ਜਦੋਂ ਤੁਸੀਂ ਗੱਲ ਕੀਤੀ ਚੇਂਜ ਆਊਗੀ ਵੀ ਜੇ ਤੁਹਾਡੀ ਜਿਹੜੀ ਪਾਲਿਸੀ ਜਿਹੜੀ ਹੈਗੀ ਆ ਉਹ ਯੂਰਪੀਅਨ ਯੂਨੀਅਨ 'ਚ ਕਵਰ ਹੁੰਦੀ ਕਿ ਨਹੀਂ ਹੁੰਦੀ ਤੇ ਜੇ ਤੁਸੀਂ ਜਾਣਾ ਚਾਹੁੰਦੇ ਹੈਗੇ ਤੇ ਮੇਬੀ ਤੁਹਾਨੂੰ ਕਾਲ ਕਰਨੀ ਹੋ ਸਕਦੀ ਹੈ ਆਪਣੀ ਇੰਸ਼ੋਰੈਂਸ ਕੰਪਨੀ ਨੂੰ ਤੇ ਤੁਹਾਨੂੰ ਐਡੀਸ਼ਨਲ ਪੈਕੇਜ ਲੈਣਾ ਪੈ ਸਕਦਾ ਹੋਊਗਾ ਵੀ ਜੇ ਤੁਸੀਂ ਯੂਰਪੀਅਨ ਯੂਨੀਅਨ ਦੇ ਵਿੱਚ ਜਾਂਦੇ ਹੈਗੇ ਤੇ ਤੁਹਾਨੂੰ ਕਿੱਦਾਂ ਕਿਹੜਾ ਤੁਹਾਨੂੰ ਪੈਕੇਜ ਚਾਹੀਦਾ ਹੈਗਾ ਜਾਂ ਐਡੀਸ਼ਨਲ ਐਡ ਇਨ ਤੁਹਾਨੂੰ ਕਰਨਾ ਪੈਣਾ ਡੈਫੀਨਿਟਲੀ ਇੰਸ਼ੋਰੈਂਸ ਦੇ ਨਾਲ ਮੈਂ ਗੱਲ ਕਰਾਂ ਬਿਕੋਜ਼ ਕੰਮ ਕਾਫੀ ਐਕਸਪੈਂਸਿਵ ਹੋ ਸਕਦਾ ਬਿਕੋਜ਼ ਵੀ ਆਰ ਪੁਲਿੰਗ ਆਊਟ ਆਫ ਦ ਯੂਰਪ ਸਾਡੇ ਨਾਲ ਉਹ ਟ੍ਰੇਡ ਦਾ ਨਹੀਂ ਹੋਏਗਾ ਜਿੱਦਾਂ ਪਹਿਲਾਂ ਫੈਸਿਲਿਟੀ ਸੀਗੀ ਜਿਹਦਾ ਤੁਹਾਨੂੰ ਫੋਨ ਦਾ ਰੋਮਿੰਗ ਦਾ ਦੱਸਿਆ ਉਹਦਾ ਵੀ ਫਰਕ ਪੈ ਸਕਦਾ ਉਹ ਫੋਨ ਪ੍ਰੋਵਾਈਡਰ ਤੇ ਡਿਪੈਂਡ ਕਰਦਾ ਹੈ ਇਹ ਤਾਂ ਟੈਰਿਫਸ ਆਉਣਗੇ ਤੇ ਸਲੋਲੀ ਹੁਣ ਪਤਾ ਲੱਗੂਗਾ ਤੁਹਾਡੇ ਪਾਸ ਮੈਂਬਰਸ਼ਿਪ ਹੈਗੀ ਹੈ ਬ੍ਰੇਕਡਾਊਨ ਦੀ ਕਿਸੇ ਦੇ ਨਾਲ ਵੀ ਇਧਰ ਕਿਸੇ ਵੀ ਕੰਪਨੀ ਦੇ ਨਾਲ ਬ੍ਰੇਕਡਾਊਨ ਯੂਕੇ ਦੀ ਉਹ ਵੀ ਤੁਹਾਨੂੰ ਚੈੱਕ ਕਰਨਾ ਪਏਗਾ ਤੁਹਾਨੂੰ ਯੂਰਪ ਚ ਐਕਸਟਰਾ ਕਾਸਟ ਕਰਕੇ ਤੁਹਾਨੂੰ ਕਵਰ ਕਰਨਗੇ ਕਿ ਉਹ ਤੁਹਾਡੀ ਜਿਹੜੀ ਹੈਗੀ ਉਹਨੂੰ ਐਕਸਟੈਂਡ ਕਰਕੇ ਤੁਹਾਨੂੰ ਕਵਰ ਕਰ ਸਕਦੇ ਹਾਂਜੀ ਉਹ ਤੁਸੀਂ ਐਡ ਇਨ ਫੀਚਰ ਤੁਸੀਂ ਲੈ ਸਕਦੇ ਐਡ ਆਨ ਤੁਸੀਂ ਕਰ ਸਕਦੇ ਹੈਗੇ ਜੇ ਤੁਸੀਂ ਜਾਣਾ ਡੈਫੀਨਿਟਲੀ ਕੱਢੂਗੇ ਤਾਂ ਸਹੀ ਜ਼ਰੂਰ ਕਿਉਂਕਿ ਆਵਾਜਾਈ ਤੇ ਹੋਣੀ ਹੈਗੀ ਹੈ ਸਾਰਾ ਕੁਝ ਉਹ ਇੰਗਲਿਸ਼ ਚੈਨਲ ਹੈਗਾ ਲੋਕਾਂ ਨੇ ਟਰੈਵਲ ਵੀ ਕਰਨਾ ਹੈਗਾ ਵੀ ਉਸ ਤਰ੍ਹਾਂ ਹੌਲੀ ਹੌਲੀ ਕਰਕੇ ਇੰਸ਼ੋਰੈਂਸ ਕੰਪਨੀਆਂ ਵੀ ਆਪਣੀਆਂ ਅਡੈਪਟ ਕਰ ਲੂਗੀਆਂ ਤੇ ਪੈਨਿਕ ਹੋਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਆਪਾਂ ਕਾਲ ਲੈ ਲਈ ਪਹਿਲਾਂ ਹੈਲੋ ਜੀ ਸਤਿ ਸ਼੍ਰੀ ਅਕਾਲ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦੇ ਹੋ ਕਿੱਥੋਂ ਬੋਲ ਰਹੇ ਹੋ ਜੀ ਮੈਂ ਲੰਡਨ ਤੋਂ ਬੋਲ ਰਿਹਾ ਮੈਂ ਮੱਲੀ ਬੋਲ ਰਿਹਾ ਆਪਣੇ ਲੰਡਨ ਤੋਂ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਕੀ ਕਹਿਣਾ ਚਾਹੁੰਦੇ ਹੋ ਜੀ मैं कहना चाहता हूँ कि मेरे को ब्रिटिश पासपोर्ट है रेड पासपोर्ट है जब टैक्सन तो निकलेंगे
ਤੇ ਕਿਆ ਬਲੂ ਪਾਸਪੋਰਟ ਮੈਨੂੰ ਚੇਂਜ ਕਰਨਾ ਪਏਗਾ ਕਿ ਨਹੀਂ? ਭਾਜੀ ਬਹੁਤ ਅੱਛਾ ਸਵਾਲ, ਥੋੜਾ ਜਿਹਾ ਵੇਟ ਕਰ ਲਓ 2-4 ਮਿੰਟ, ਮੈਨੂੰ ਥੋੜਾ ਟਾਈਮ ਬੜਾ ਥੋੜਾ ਲੱਗਿਆ, ਮੈਂ ਹੁਣੀ ਉਹਦਾ ਕਵਰ ਕਰਾਂਗਾ, ਤੁਸੀਂ ਦੇਖਦੇ ਰਹੋ ਚੈਨਲ ਪਲੀਜ਼ ਕੀਪ ਵਾਚਿੰਗ। ਮੈਂ ਤੁਹਾਨੂੰ ਹੁਣੀ ਜਵਾਬ ਦੇਣਾ ਉਹਦਾ, ਕਿਉਂਕਿ ਜੇ ਮੈਂ ਹੁਣ ਜਵਾਬ ਦੇਣ ਲੱਗਿਆ ਤੇ ਉਦੋਂ ਫਿਰ ਮੇਰੇ ਤੋਂ ਵੀ ਡਿਸਕਸ ਕੀਤਾ ਜਾਣਾ। ਥੈਂਕ ਯੂ ਤੁਹਾਡੇ ਕਾਲ ਕਰਨ ਦਾ। ਅਗਰ ਤੁਸੀਂ ਜਿੱਦਾਂ ਮੈਂ ਦੱਸਿਆ ਬਾਈ ਕਾਰ ਤੁਸੀਂ ਜਾ ਰਹੇ ਹੋ, ਜਿਹੜੇ ਡਾਕੂਮੈਂਟਸ ਪਹਿਲਾਂ ਵੀ ਥੋੜੇ ਬਹੁਤੇ ਚਾਹੀਦੇ ਸੀਗੇ, ਤੁਸੀਂ ਜਿਹੜੇ ਜਾਂਦੇ ਰਹਿੰਦੇ ਤੁਹਾਨੂੰ ਪਤਾ ਹੈ, ਤੁਹਾਨੂੰ ਚਾਹੀਦਾ ਫੁੱਲ ਵੈਲਿਡ UK ਡਰਾਈਵਿੰਗ ਲਾਇਸੈਂਸ, ਯੋਰ ਜਿਹੜਾ ਹੈਗਾ NI ਨੈਸ਼ਨਲ ਇੰਸ਼ੋਰੈਂਸ ਨੰਬਰ, ਪਹਿਲਾਂ ਮੈਨੂੰ ਲੱਗਦਾ ਇਹਦੀ ਲੋੜ ਨਹੀਂ ਸੀਗੀ। ਆਫ ਕੋਰਸ ਯੋਰ ਪਾਸਪੋਰਟ, ਵੈਲਿਡ ਪਾਸਪੋਰਟ ਮਸਟ ਬੀ ਵੈਲਿਡ ਫॉर ਐਟ ਲੀਸਟ ਫॉर 6 ਮੰਥਸ ਜੀ। ਤੇ ਉਹਦੇ ਨਾਲ ਪ੍ਰੂਫ ਆਫ ਵਹੀਕਲ, ਉਹਦੀ ਇੰਸ਼ੋਰੈਂਸ ਹੋਣੀ ਚਾਹੀਦੀ ਹੈ, ਉਹਦੀ ਓਨਰਸ਼ਿਪ ਦੇ ਲੌਗਬੁੱਕ ਹੋਣੀ ਚਾਹੀਦੀ ਹੈ, ਤੇ MOT। These are the regular documents for the car which you need to keep in your car at all times. ਹਾਂਜੀ, ਇਹ ਬੜੀਆਂ ਇੰਪੋਰਟੈਂਟ ਚੀਜ਼ਾਂ ਹੈਗੀਆਂ ਵੀ ਆਪਾਂ ਜਿਹੜੀਆਂ ਤੁਸੀਂ ਨਾਲ ਕੈਰੀ ਕਰਨੀਆਂ ਹੈਗੀਆਂ ਹਰ ਵੇਲੇ, ਤਾਂ ਕਿ ਇਹਦੇ ਵਿੱਚ ਬੇਸਿਕਲੀ ਕੀ ਹੈਗਾ ਵੀ ਆਪਣੀ ਜਿਹੜੀ ਓਨਰਸ਼ਿਪ ਹੈਗੀ ਚੀਜ਼ਾਂ ਦੀ, ਤੇ ਜਦ ਬੰਦੇ ਦੀ ਆਇਡੈਂਟੀਟੀ ਜਿਹੜੀ ਹੈਗੀ ਆ ਉਹਨੂੰ ਆਇਡੈਂਟੀਫਾਈ ਕਰਨ ਵਾਸਤੇ ਉਹਨਾਂ ਨੇ ਇਹ ਰਿਕੁਆਇਰਮੈਂਟਸ ਰੱਖੀਆਂ ਵੀ ਹਾਂ ਵੀ ਜਿਹੜਾ ਬੰਦਾ ਡਰਾਈਵ ਕਰ ਰਿਹਾ ਹੈਗਾ ਉਹ ਉਹੀ ਉਹਦਾ ਓਨਰ ਹੈਗਾ। ਇਸ ਕਰਕੇ ਉਹਨਾਂ ਨੇ ਮੇਰੇ ਖਿਆਲ ਐਡੀਸ਼ਨਲ ਰਿਕੁਆਇਰਮੈਂਟਸ ਰੱਖੀਆਂ ਹੈਗੀਆਂ ਵੀ ਜੇ ਤੁਸੀਂ ਆਹ ਚੀਜ਼ਾਂ ਤੁਸੀਂ ਕੈਰੀ ਕਰਨੀਆਂ ਹੈਗੀਆਂ। ਮੈਂ ਥੋੜਾ ਜਿਹਾ ਨਾਲ ਦੱਸ ਦਵਾਂ, ਜਦੋਂ ਤੁਸੀਂ ਡਾਕੂਮੈਂਟ ਨਹੀਂ ਦਿਖਾਓਗੇ, ਕੰਟਰੀ ਤੋਂ ਕੰਟਰੀ ਡਿਪੈਂਡ ਕਰਦਾ ਹੈ, either they will impose a very heavy fine or send you back or they will take your car in. ਕੁਝ ਵੀ ਕਰ ਸਕਦੇ ਨੇ, ਉਹ ਕੰਟਰੀ ਤੇ ਡਿਪੈਂਡ ਕਰੇਗਾ। ਸਾਰੀ ਹੌਲੀਡੇ ਰਿਊਨ ਹੋ ਸਕਦੀ ਹੈ। ਪਲੀਜ਼ ਜਿਹੜਾ ਪ੍ਰੋਗਰਾਮ ਬੜੇ ਧਿਆਨ ਨਾਲ ਦੇਖੋ, ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਜਿਹੜੇ ਮੋਟਰਿਸਟ ਹੈਗੇ ਨੇ ਨਾ, ਡਰਾਈਵਿੰਗ ਬਰੋਡ ਹੈਵ ਇਨਕਰੀਜ਼, ਬਹੁਤ ਸਟੈਂਡਲੀ ਇਨਕਰੀਜ਼ ਹੋਏ since 2018. Around 4.7 billion UK drivers will hit around the Europe ਇਸ ਸਾਲ। ਮੇਬੀ ਕੋਵਿਡ ਕਰਕੇ ਥੋੜਾ ਘੱਟ ਹੋ ਜਾਏਗਾ, ਬਟ ਇਟਸ ਐਕਸਪੈਕਟਡ। ਸਪੇਨ, ਫਰਾਂਸ, ਜਰਮਨੀ a very popular destination ਹੈ ਜਿੱਥੇ ਆਪਣੇ ਹੌਲੀਡੇ ਮੇਕਰਸ ਜਾਂਦੇ ਨੇ। ਹਾਂਜੀ, ਜਿੱਦਾਂ ਤੁਸੀਂ ਕਿਹਾ ਹੈਗਾ ਵੀ ਜ਼ਿਆਦਾਤਰ ਲੋਕੀ ਮੇਬੀ ਹੋ ਸਕਦਾ ਵੀ ਜਿਹੜੀ 에ਅਰ ਟਰੈਵਲ ਨੂੰ ਅਵੋਇਡ ਕਰਨ ਵਾਸਤੇ ਆਪਣੀ ਕਰੋਨਾ ਵਾਇਰਸ ਦੇ ਕਰਕੇ ਉਹ ਪ੍ਰੇਫਰ ਕਰ ਸਕਦੇ ਹੈਗੇ ਕਾਰ ਦੇ ਵਿੱਚ ਜਾਣਾ। ਉਹਦੇ ਵਿੱਚ ਇਸ ਜਿਹੜੇ ਲੋਕਲ ਡੈਸਟੀਨੇਸ਼ਨਸ ਜਿਹੜੀਆਂ ਹੈਗੀਆਂ, ਇਸ ਕਰਕੇ ਰੋਡ ਯੂਜ਼ਰਸ ਜਿਹੜਾ ਤੁਸੀਂ ਕਿਹਾ ਹੈਗਾ ਕਾਫੀ ਜ਼ਿਆਦਾ ਵਧੇ ਕਿ ਉਹ ਹੋਰ ਵੀ ਵੱਧ ਸਕਦੇ ਹੈਗੇ ਉਹਦੇ ਵਿੱਚ। ਫਿਰ ਇੱਕ ਬੜਾ ਥੋੜ੍ਹੀ ਗੱਲਾਂ ਪਲੀਜ਼ ਤੁਸੀਂ ਦੇਖੋ, ਜਦੋਂ ਬ੍ਰੈਕਸਿਟ ਹੋਣਾ ਪਿਆ ਨਾ, ਹੋ ਸਕਦਾ ਜਿਹੜਾ ਬ੍ਰਿਟਿਸ਼ ਡਾਕੂਮੈਂਟਸ ਹੈਗੇ ਨਾ ਥੋੜੇ ਬਹੁਤੇ ਇੱਥੇ ਐਕਸੈਪਟ ਨਹੀਂ ਕਰਨਗੇ। ਸੋ ਯੂ ਹੈਵ, ਜਦੋਂ ਮੈਂ ਇੰਸ਼ੋਰੈਂਸ ਦੀ ਗੱਲ ਕੀਤੀ ਹੈ, ਗ੍ਰੀਨ ਕਾਰਡ ਇਸ਼ੂ ਕਰਦੇ ਰਹੇ ਨਾ ਉਹਦੇ ਇੰਸ਼ੋਰੈਂਸ, ਜੀ ਹਾਂਜੀ, ਥੀਸ ਕਾਈਂਡ ਆਫ ਥਿੰਗਸ ਤੁਹਾਨੂੰ ਸਾਰਾ ਕੁਝ ਇਹ ਦਾ ਮੈਂਬਰਸ਼ਿਪ ਦਾ ਕਰਨਾ ਪਏਗਾ। ਅਗਰ ਤੁਸੀਂ ਸਪੇਨ ਦੇ ਵਿੱਚ ਆਪਣੀ ਕਾਰ 'ਚ ਪੈਟਰੋਲ ਪਾ ਰਹੇ ਹੋ, ਅਗਰ ਪਕੜ ਗਏ ਉੱਥੇ 80 ਪਾਉਂਡ ਤੁਹਾਨੂੰ ਫਾਈਨ ਹੋ ਸਕਦਾ ਹੁੰਦਾ। ਹਾਂਜੀ, ਉਹ ਪਰ 뮤직 ਨਹੀਂ ਹੋਣਾ ਚਾਹੀਦਾ ਉਹਦੇ ਵਾਸਤੇ। ਤੁਸੀਂ ਜੇ ਰੇਡੀਓ ਆਨ ਹੈ ਤਾਂ ਰੇਡੀਓ ਨਹੀਂ ਆਨ, ਉਹਨਾਂ ਦੀ ਆਪਣੀ ਸਪੇਨ ਦੀ ਵੀ ਨਿੱਕੀਆਂ ਗੱਲਾਂ ਜਿਹੜੀਆਂ ਹੈਗੀਆਂ ਕਾਫੀ ਮੈਟਰ ਕਰਦੀਆਂ ਹੈਗੀਆਂ। ਇਹ ਜਿਹੜੀ ਗੱਲ ਹੈਗੀ ਹੈ ਹੁਣ ਮੇਬੀ ਹੋ ਸਕਦਾ ਹੈ ਹੋਰ ਯੂਰਪੀਅਨ ਸਟੇਟ 'ਚ ਨਹੀਂ ਹੋਏਗਾ, ਲੇਕਿਨ ਸਪੇਨ 'ਚ ਲਾਗੂ ਹੈਗਾ। ਹੁਣ ਅਸੀਂ ਪਾਸਪੋਰਟ ਦੀ ਗੱਲ ਕਰੀਏ, ਬਹੁਤ ਇੰਪੋਰਟੈਂਟ ਟਾਈਮ ਬੜੀ ਫਾਸਟ ਜਾ ਰਿਹਾ। ਜਿਹੜਾ ਬਲੂ ਪਾਸਪੋਰਟ ਹੈਗਾ, ਦ ਨਿਊ ਬਲੂ ਪਾਸਪੋਰਟ ਜਿਹੜਾ ਡਿਜ਼ਾਈਨ ਸੀਗਾ ਨਾ, ਨਾਓ ਬੀਇੰਗ ਇਸ਼ੂਡ ਵਿਲ ਫੇਜ਼ ਆਊਟ। ਇਹ ਜਿਹੜਾ ਬਲੂ ਪਾਸਪੋਰਟ ਹੈ ਹੁਣ ਹੌਲੀ ਮਿਡ ਇਸ ਸਾਲ ਦੇ ਵਿੱਚ ਸ਼ੁਰੂ ਹੋ ਗਿਆ ਹੈਗਾ ਇਸ਼ੂ, ਤਕਰੀਬਨ ਖਤਮ ਹੋ ਗਿਆ। ਹੁਣ ਜਿਹੜੇ ਵੀ ਪਾਸਪੋਰਟ ਇਸ਼ੂ ਹੋਣਗੇ ਨਾ, ਤਕਰੀਬਨ ਹੁਣ ਜੂਨ ਜੁਲਾਈ ਤੋਂ ਬਾਅਦ, ਇਨਫੈਕਟ ਮਿਡ ਦੇ ਵਿੱਚ ਉਹਨਾਂ ਨੇ ਕਿਹਾ ਸੀ ਨਾ ਫੇਜ਼ ਆਊਟ ਹੋਣੇ। ਜਿਹੜਾ ਰੈੱਡ ਪਾਸਪੋਰਟ ਜਿਹੜਾ ਸੀਗਾ ਉਹ ਤੇ ਜਿਹੜੀ ਯੂਰਪੀਅਨ ਯੂਨੀਅਨ ਦਾ ਰੂਲ ਸੀਗਾ ਵੀ ਪਾਸਪੋਰਟ ਸਾਰੀ ਕੰਟਰੀ ਦੇ ਰੈੱਡ ਹੈਗੇ ਆ ਆਲਮੋਸਟ, ਤੇ ਜਿਹੜਾ ਬਲੂ ਹੈਗਾ ਉਹ ਤੇ ਜਿਹੜਾ ਬ੍ਰਿਟਿਸ਼ ਦਾ ਜਦੋਂ ਜੁਆਇਨ ਕੀਤੀ ਸੀ ਉਸ ਤੋਂ ਪਹਿਲਾਂ ਦਾ ਚੱਲਦਾ ਆ ਰਿਹਾ ਹੈਗਾ। ਹੁਣ ਇਹਨਾਂ ਨੇ ਜਦੋਂ ਤੁਹਾਡਾ ਪੁਰਾਣਾ ਪਾਸਪੋਰਟ ਐਕਸਪਾਇਰ ਹੋ ਰਿਹਾ, ਨਵਾਂ ਬਲੂ ਨਿਕਲੇਗਾ ਜਾਂ ਬਰਗੰਡੀ ਨਿਕਲੇਗਾ, ਉਹਦੇ ਵਿੱਚ ਇਹਨਾਂ ਦੀ ਮਰਜ਼ੀ ਹੈ ਕਿਸ ਤਰ੍ਹਾਂ ਕਿੱਦਾਂ ਦਾ ਦੇ ਰਹੇ, ਉਹ ਮੈਨੂੰ ਸਮਝ ਨਹੀਂ ਆਈ ਹਾਲੇ, ਪਰ ਉਹਦੀ ਤੁਹਾਨੂੰ ਚੋਇਸ ਨਹੀਂ ਹੈ। ਚੋਇਸ ਦੇ ਦਿਓ ਤੇ ਉਹ ਤੇ ਗਵਰਨਮੈਂਟ ਨੇ ਡਿਜ਼ਾਈਨ ਕਰਨਾ, ਉਹਨੂੰ ਡਿਜ਼ਾਈਨ ਤੇ ਹੋ ਵੀ ਚੁੱਕਾ ਹੋਣਾ ਹੁਣ ਤੱਕ, ਤੇ ਉਹ ਇਸ਼ੂ ਵੀ ਹੋਣਾ ਸ਼ੁਰੂ ਹੋ ਜਾਣਾ, ਇਸ਼ੂ ਵੀ ਹੋਣਾ, ਕਈ ਲੋਕਾਂ ਨੂੰ ਮਿਲ ਵੀ ਗਿਆ ਹੋਣਾ, ਕਈ ਲੋਕਾਂ ਨੂੰ ਮਿਲ ਵੀ ਗਿਆ। ਸੋ ਜਿਹੜੇ ਤੁਹਾਡੇ ਪਾਸਪੋਰਟ ਹੈਗੇ ਫੇਜ਼ ਆਊਟ ਹੋ ਜਾਣਗੇ, ਨਵੇਂ ਪਾਸਪੋਰਟ ਬਲੂ ਤੇ ਬਰਗੰਡੀ ਕਲਰ ਦੇ ਆਣਗੇ, ਉਹਦੇ ਵਿੱਚ ਜਿੱਦਾਂ ਦਾ ਆਣਗੇ ਯੂ ਗੋਟ ਐਕਸੈਪਟ ਇਟ। ਉਹ ਜਿੱਦਾਂ UK ਪਾਸਪੋਰਟ ਉਹ ਸਪੈਸ਼ਲ ਜਿਹੜਾ ਡਿਫਰੈਂਟ ਹੋਣਾ ਯੂਰਪੀਅਨ ਯੂਨੀਅਨ ਦਾ ਡਿਜ਼ਾਈਨ, ਟੋਟਲੀ ਡਿਫਰੈਂਟ ਹੋਣਾ। ਜਿਹੜਾ ਪਹਿਲੇ ਚੱਲਦਾ ਸੀਗਾ ਯੂਰਪੀਅਨ ਯੂਨੀਅਨ ਜੁਆਇਨ ਹੋਣ ਤੋਂ ਪਹਿਲੇ, ਉਹ ਉਹਨਾਂ ਨੇ ਉਸੇ ਤਰ੍ਹਾਂ ਉਹਨੂੰ ਡਿਜ਼ਾਈਨ ਕਰਨਾ ਹੈਗਾ। ਜਦੋਂ ਵੀ ਤੁਸੀਂ ਜਾਣਾ, ਮੇਕ ਸ਼ੋਰ ਯੂ ਗੋਟ 6 ਮੰਥਸ ਵੈਲਿਡ ਔਨ ਦਾ ਪਾਸਪੋਰਟ, ਬਹੁਤ ਜ਼ਰੂਰੀ ਚੀਜ਼ ਹੈ। ਇਹ ਬੜੀ ਇੰਪੋਰਟੈਂਟ ਚੀਜ਼ ਹੈ। ਜਦੋਂ ਤੁਸੀਂ ਟਰੈਵਲ ਕਰਨਾ ਹੈਗਾ ਤੇ ਉਹਦੀ ਵੈਲਿਡਿਟੀ 6 ਮਹੀਨੇ ਤੋਂ ਉੱਤੇ ਹੋਣੀ ਚਾਹੀਦੀ ਹੈਗੀ ਤੁਹਾਡੀ ਆਪਣੀ ਸੇਫਟੀ ਵਾਸਤੇ, ਤੇ ਤੁਹਾਨੂੰ ਨਹੀਂ ਅਦਰਵਾਈਜ਼ ਉਹ ਡਿਕਲਾਈਨ ਕਰ ਸਕਦੇ ਹੈਗੇ, ਤੁਹਾਨੂੰ 에ਅਰਲਾਈਨ ਤੁਹਾਨੂੰ ਨਹੀਂ ਚੜਨ ਦੇ ਸਕਦੀ ਹੈ। ਤੁਸੀਂ ਉੱਥੇ ਉਤਰੇ ਵੀ ਹੈਗੇ ਹੋ, ਤੁਹਾਨੂੰ ਉਹ ਕਹਿ ਸਕਦੇ ਹੈਗੇ ਵੀ ਤੁਸੀਂ ਤੁਹਾਡੀ ਪਾਸਪੋਰਟ ਦੀ ਵੈਲਿਡਿਟੀ ਘੱਟ ਹੈਗੀ ਆ 6, ਕਿਉਂਕਿ ਇਸ ਕਰਕੇ ਜਦੋਂ ਵੀ ਤੁਸੀਂ ਜਾਣਾ ਹੈਗਾ ਮੇਕ ਸ਼ੋਰ ਕਰੋ ਵੀ ਤੁਹਾਡੇ ਪਾਸਪੋਰਟ ਦੀ ਵੈਲਿਡਿਟੀ 6 ਮਹੀਨੇ ਤੋਂ ਉੱਤੇ ਹੋਵੇ।
एक चीज़ मैं थोड़ा बहुत दसांगा, मैं 100% कन्फर्म नहीं है बिकॉज कई दफ़ा बड़े ट्रिकी क्वेश्चन आ जाते हैं। कई लोगों के हाली पासपोर्ट काफ़ी देर तक वैलिड है 8-10 साल तक। हाँ जी हाँ जी। हाँ आई मेरे कॉमन सेंस कहती कि थोड़े सारे पासपोर्ट चेंज होने ब्लू करनगे सारे ब्लू करनगे बेशक वो 8-10 साल है ने ਉਹਨਾਂ ਦਾ ਕੋਸਟ ਦਾ ਕੀ ਹੋਏਗਾ ਉਹਦੇ ਵੀ ਹਾਲੇ ਸਾਨੂੰ ਬਹੁਤਾ ਨਹੀਂ ਪਤਾ। ਮੇਰੇ ਪਾਸ ਸੀਗੀ ਕੋਸਟ ਵਗੈਰਾ ਰੀਨਿਊ ਦੀ ਤੇ ਨਵੇਂ ਦਾ ਉਹਦੀ ਵੀ ਕੋਸਟ ਵਗੈਰਾ ਸੀਗੀ, ਸ਼ਾਇਦ ਜੇ ਮੇਰੇ ਪਾਸ ਅੱਗੇ ਹੋਈ ਤਾਂ ਮੈਂ ਤੁਹਾਡੇ ਨਾਲ ਗੱਲ ਕਰਾਂਗਾ। ਜਦੋਂ ਵੀ ਤੁਸੀਂ ਜਾਂਦੇ ਹੋ ਨਾ ਬਹੁਤ ਇੰਪੋਰਟੈਂਟ ਜਿੱਦਾਂ ਤੁਹਾਨੂੰ ਡਾਕੂਮੈਂਟ ਦੱਸੇ ਨੇ, ਇਹ ਦਾ ਦੱਸਿਆ, ਮੋਬਾਈਲ ਫੋਨ ਦਾ ਦੱਸਿਆ, ਵੈਰੀ ਇੰਪੋਰਟੈਂਟ ਕਿ ਯੂ ਮਸਟ ਹੈਵ ਅ ਹੈਲਥ ਕੇਅਰ ਇੰਸ਼ੋਰੈਂਸ। ਹਾਂਜੀ ਹੈਲਥ ਕੇਅਰ ਇੰਸ਼ੋਰੈਂਸ ਵੈਰੀ ਇੰਪੋਰਟੈਂਟ ਹੈ ਵੀ ਜੇ ਉੱਥੇ ਜਾ ਕੇ ਤੁਹਾਨੂੰ ਕੋਈ ਵੀ ਜੇ ਹੈਲਥ ਵਾਈਜ਼ ਤੁਹਾਨੂੰ ਕੰਡੀਸ਼ਨ ਇਦਾਂ ਦੀ ਕੋਈ ਪ੍ਰੋਬਲਮ ਆ ਜਾਏ, ਤੁਸੀਂ ਬਿਮਾਰ ਹੋ ਜਾਓ ਤੇ ਤੁਹਾਨੂੰ ਜਿਹੜੀ ਇਸ ਵੇਲੇ ਜਿਹੜੀ ਹੈਲਥ ਕੇਅਰ ਸਰਵਿਸਿਜ਼ ਜਿਹੜੀਆਂ ਹੈਗੀਆਂ ਉੱਥੇ ਦੀਆਂ ਮੇ ਬੀ ਉਹਦੇ ਵਿੱਚ ਕੀ ਚੇਂਜਸ ਆਉਂਦੀਆਂ ਹੈਗੀਆਂ ਉਹਦੇ ਬਾਰੇ ਪਤਾ ਕੁਛ ਨਹੀਂ ਹੈਗਾ, ਪਹਿਲੇ ਤੋਂ ਸਾਰਾ ਕੁਝ ਕਲੀਅਰ ਹੋਊਗਾ। ਪਰ ਬੈਸਟ ਇਹੀ ਹੋਊਗਾ ਵੀ ਜੇ ਤੁਸੀਂ ਜੇ ਕੋਈ ਟਰੈਵਲ ਇੰਸ਼ੋਰੈਂਸ ਲਈ ਹੈਗੀ ਤਾਂ ਤੇ ਆਪਣੀ ਮੇਕ ਸ਼ੋਰ ਕਰਿਓ ਵੀ ਮੈਡੀਕਲ ਇੰਸ਼ੋਰੈਂਸ ਨਾਲ ਉਹਦੇ ਕੈਰੀ ਕਰੇ, ਜੇ ਤੁਹਾਨੂੰ ਕੋਈ ਪ੍ਰੋਬਲਮ ਆ ਜਾਵੇ ਤੇ ਐਟਲੀਸਟ ਤੁਹਾਡਾ ਕੋਈ ਇੰਸ਼ੋਰੈਂਸ ਕਵਰ ਹੋਵੇ ਉੱਥੇ। ਬਿਲਕੁਲ ਬਹੁਤ ਜ਼ਰੂਰੀ ਗੱਲ ਹੈਗੀ ਹੈਲਥ ਕੇਅਰ ਦੇ ਨਾਲ ਟਰੈਵਲ ਇੰਸ਼ੋਰੈਂਸ ਬਹੁਤ ਇੰਪੋਰਟੈਂਟ ਹੈਗੀ ਹੈ ਬਿਕੋਜ਼ EU ਤੋਂ ਨਿਕਲ ਦੇ ਨਾਲ ਬੜੀ ਰਿਸਟ੍ਰਿਕਸ਼ਨ ਆ ਜਾਣਗੀਆਂ ਸਾਡੇ, ਅਸੀਂ ਕਿੰਨਾ ਫਾਈਟ ਕਰ ਸਕਾਂਗੇ ਕਿੰਨਾ ਨਹੀਂ ਕਰ ਸਕਾਂਗੇ। ਮੇਰੀ ਸਮਝ ਚ ਹੈਗਾ ਅਗਰ ਤੁਸੀਂ ਟੂਰ ਆਪਰੇਟਰ ਦੇ ਨਾਲ ਜਾਂਦੇ ਹੋ ਦੈਨ ਯੂ ਆਰ ਕਵਰਡ। ਅਗਰ ਉਹਨਾਂ ਦੀ ਲਿੰਕਿੰਗ UK ਚ ਹੈਗੀ ਤਾਂ ਹਾਂਜੀ ਇਹ ਤੇ ਹੋਲੀ ਟਾਈਮ ਦੇ ਨਾਲ ਪਤਾ ਲੱਗ ਜਾਏਗਾ ਵੀ ਕਿਦਾਂ ਅਗਰ ਉਹ ਜੇ ਉਹ ਹੈਗੇ ਏਜੰਟ ਕੱਲੇ ਯੂਰਪ ਨੂੰ ਕਰਦੇ ਨੇ ਉਹਨੂੰ ਪ੍ਰਮੋਟ UK ਚ ਨਹੀਂ ਕਰਦੇ ਫਿਰ ਤੁਹਾਨੂੰ ਕਵਰ ਨਹੀਂ ਕਰੇਗੀ ਜੀ। ਇਹ ਤੇ ਹੌਲੀ ਪਤਾ ਲੱਗ ਜਾਊਗਾ ਜਿੱਦਾਂ ਕਲੀਅਰ ਹੋਊਗੀ ਗੱਲ ਇਹ ਹਲੇ ਤੇ। ਪਰ ਇਹ ਆ ਵੀ ਮੇਕ ਸ਼ੋਰ ਕਰੋ ਵੀ ਜਦੋਂ ਵੀ ਤੁਸੀਂ ਜਾਣਾ ਹੈਗਾ ਆਪਣੇ ਟਰੈਵਲ ਇੰਸ਼ੋਰੈਂਸ ਤੇ ਮੈਡੀਕਲ ਇੰਸ਼ੋਰੈਂਸ ਬਿਲਕੁਲ ਤੁਸੀਂ ਕੈਰੀ ਕਰੋ ਨਾਲ। ਬਾਕੀ ਤੁਸੀਂ ਹੋਰ ਹੈਰਾਨ ਹੋਗੇ ਜਦੋਂ ਆਪਣੇ ਲੋਕ ਅੱਜ ਕੱਲ ਕਾਫੀ ਯੰਗ ਜਨਰੇਸ਼ਨ ਹੈਗੀ ਆਪਣੇ ਪੈਟ ਰੱਖਦੇ ਨੇ, ਕੈਟ ਹੋਈ ਡੌਗ ਹੋਈ, ਪਹਿਲਾਂ ਤਾਂ ਤੁਸੀਂ ਫਟਾਫਟ ਤੁਹਾਡੇ ਪਾਸ ਜੋ ਡਾਕੂਮੈਂਟ ਲੈ ਜਾਂਦੇ ਸੀਗੇ, ਹੁਣ ਤੁਹਾਡਾ ਹੈਲਥ ਡਾਕੂਮੈਂਟ ਘੱਟੋ ਘੱਟ ਗਵਰਨਮੈਂਟ ਨੂੰ 4 ਮਹੀਨੇ ਚਾਹੀਦੇ ਨੇ ਟੂ ਗਿਵ ਯੂ ਪਰਮਿਸ਼ਨ ਟੂ ਟੇਕ ਯੂਰ ਪੈਟ ਵਿਦ ਯੂ। ਘੱਟੋ ਘੱਟ 4 ਮਹੀਨੇ। ਹਾਂਜੀ ਉਹ ਤੁਹਾਨੂੰ ਜੇ ਤੁਸੀਂ ਲੈ ਕੇ ਜਾਣਾ ਹੈਗਾ ਪੈਟ ਤੇ ਤੁਹਾਨੂੰ ਪੇਪਰ ਵਰਕ ਵੀ ਕਰਨਾ ਪੈਣਾ ਹੈਗਾ ਉਹਦਾ, ਸਪੈਸ਼ਲੀ ਨਾਓ ਵੀ ਕਰੋਨਾ ਵਾਇਰਸ ਦਾ ਦੌਰ ਹੈਗਾ, ਹੈਲਥ ਕਰਕੇ ਵੀ ਕੁਝ ਵੀ ਹੋ ਸਕਦਾ ਹੈਗਾ ਵੀ ਇਹ ਵੀ ਚੀਜ਼ ਜਿਹੜੇ ਕਿ ਪੈਟ ਲਵਰਸ ਜਿਹੜੇ ਹੈਗੇ ਉਹਨਾਂ ਨੂੰ ਇਹ ਚੀਜ਼ ਦੇਖਣੀ ਪੈਣੀ ਹੈਗੀ। ਜੇ ਮੈਂ ਇਹਨੂੰ ਸਮਲ ਅਪ ਕਰਾਂ ਸਾਰੇ ਨੂੰ ਨਾ, ਇਟਸ ਨੋਟ ਕਿ ਤੁਸੀਂ ਬੈਗ ਪੈਕ ਕੀਤਾ ਆਪਣਾ ਕੈਬਿਨ ਬੈਗ ਤੇ ਆਪਣੇ ਡੌਗ ਨੂੰ ਚੱਕ ਕੇ ਚੱਲ ਗਏ, ਇਟਸ ਨੋਟ ਲਾਈਕ ਦੈਟ। You have to really plan ahead 5-6 months ahead। ਅਗਰ ਤੁਸੀਂ ਪੈਟ ਲੈ ਕੇ ਜਾਣਾ, ਤੁਸੀਂ ਕਾਰ ਲੈ ਕੇ ਜਾਣੀ ਹੈ, ਤੁਸੀਂ ਫੋਨ ਵਗੈਰਾ ਹੈਗੇ, ਹੈਲਥ ਇੰਸ਼ੋਰੈਂਸ ਹੈਗੇ, ਬਹੁਤ ਕੁਝ ਚੈੱਕ ਕਰਨਾ ਪੈਂਦਾ। ਬਾਕੀ ਤੇ UK ਹੈਗਾ ਇਟਸ ਨੋਟ ਇਨ ਦ ਸ਼ੈਂਗਨ ਏਰੀਆ ਦੇ ਵਿੱਚ ਨਹੀਂ ਹੈਗਾ ਹੁਣ, ਤੇ ਉਹ ਲੋਕੀ ਏਦਾਂ ਨਾ ਸਮਝਣ ਅਸੀਂ ਯੂਰਪ ਦਾ ਸ਼ੈਂਗਨ ਏਰੀਆ ਲੈ ਲਿੱਤਾ ਤੇ ਅਸੀਂ UK ਵੀ ਜਾ ਸਕਦੇ। UK ਵੈਸੇ ਵੀ ਕਦੀ ਸ਼ੈਂਗਨ ਦਾ ਤੇ ਪਾਰਟ ਸੀਗਾ ਨੀਗਾ, ਪਰ ਲੋਕੀ ਗਲਤਫਹਿਮੀ ਹੋ ਸਕਦੀ ਹੈ। ਹਾਂਜੀ ਕਦੀ ਮਿਸ ਅੰਡਰਸਟੈਂਡਿੰਗ ਹੁੰਦੀ ਹੈਗੀ ਆ। UK ਵਾਸ ਨੈਵਰ ਪਾਰਟ ਆਫ ਸ਼ੈਂਗਨ ਜਿਹੜੀ ਸਟੇਟਸ ਜਿਹੜੀਆਂ ਸੀਗੀਆਂ। ਥੋੜਾ ਬਹੁਤ ਹੁਣ ਅਸੀਂ UK ਦੀ ਗੱਲ ਕਰੀਏ, ਉੱਥੇ 73 MEP ਇਹ ਹੈਗੇ ਮੈਂਬਰ ਆਫ ਯੂਰਪੀਅਨ ਪਾਰਲੀਮੈਂਟ ਦੇ ਜਿਹੜੇ UK ਦੇ ਸੀਗੇ, ਉੱਥੇ ਆਟੋਮੈਟਿਕਲੀ ਦੇ ਗੋਇੰ ਟੂ ਲੂਜ਼ देयर ਸੀਟ ਇਨ ਯੂਰਪੀਅਨ ਪਾਰਲੀਮੈਂਟ ਦੇ ਵਿੱਚ। ਯੂਰਪੀਅਨ ਪਾਰਲੀਮੈਂਟ ਦੇ ਵਿੱਚ ਉਹ ਅੱਜ ਜਾ ਕੇ ਰਿਪਰੈਜ਼ੈਂਟ ਨਹੀਂ ਕਰ ਸਕਦੇ, ਆਟੋਮੈਟਿਕਲੀ ਉਹ ਲੂਜ਼ ਕਰ ਦਿੰਦੇ ਸੀਟ। ਹਾਂਜੀ ਕਿਉਂਕਿ ਉੱਥੇ ਸਿਟ ਨਹੀਂ ਕਰਨਾ ਉਹਨਾਂ ਨੇ, ਹੁਣ ਬਹਿਣਾ ਨਹੀਂਗਾ, ਸੀਟ ਸਾਰੀਆਂ ਡਿਸੋਲਵ ਹੋ ਜਾਣੀਆਂ ਹੈਗੀਆਂ ਕਿਉਂਕਿ ਜਿਹੜਾ UK ਹੈਗਾ ਯੂਰਪੀਅਨ ਯੂਨੀਅਨ ਦਾ ਪਾਰਟ ਨਹੀਂ ਹੈਗਾ। ਜਿਹੜੀ ਯੂਰਪੀਅਨ ਪਾਰਲੀਮੈਂਟ ਜਿਹੜੀ ਹੈਗੀ ਓਬਵੀਅਸਲੀ ਉੱਥੋਂ ਦੀ ਫਿਰ ਜਿਹੜੇ ਵੀ ਆਪਣੇ ਮੈਂਬਰਸ ਜਿਹੜੇ ਹੈਗੇ ਉਹਨਾਂ ਨੂੰ ਛੱਡਣਾ ਪੈਣਾ ਆਟੋਮੈਟਿਕਲੀ। ਪਲੀਜ਼ ਤੁਸੀਂ ਹੋਪ ਤੁਸੀਂ ਐਪਰੀਸ਼ੀਏਟ ਕਰਦੇ ਹੋ, ਫੀਡਬੈਕ ਦੇਣਾ ਪ੍ਰੋਗਰਾਮ ਕਿੱਦਾਂ ਰੱਖਦਾ, ਥੋੜੇ ਬਹੁਤੇ ਹੋਰ ਕਵਰ ਕਰਦੇ ਆ। ਦੇਖੋ ਹਰ ਯੂਰਪੀਅਨ ਕੰਟਰੀ ਦਾ ਆਪਣਾ ਰੂਲ ਹੋਏਗਾ। ਜਰਮਨੀ ਦੇ ਵਿੱਚ ਕੋਈ ਉਹਨਾਂ ਦਾ ਆਪਣਾ ਸਿਟੀਜ਼ਨ ਹੈ, ਕੋਈ ਕ੍ਰਿਮੀਨਲ ਰੈਕੋਰਡ ਹੋਵੇ, ਅਗਰ UK ਦੇ ਵਿੱਚ ਉਹਨੂੰ ਐਕਸਟ੍ਰੈਡਾਈਟ ਕਰਨਾ ਹੋਵੇ UK ਉਹਨੂੰ ਨਹੀਂ ਲਿਆ ਸਕਦੀ ਕਿਉਂਕਿ ਜਰਮਨੀ ਗਵਰਨਮੈਂਟ ਅਲਾਉ ਨਹੀਂ ਕਰੇਗੀ UK ਨੂੰ ਲੈ ਕੇ ਜਾਣ ਨੂੰ, ਟੂ ਬ੍ਰਿੰਗ ਹਿਮ ਟੂ UK ਫॉर द ਕੇਸ। ਹਾਂਜੀ ਇਹ ਤੇ ਜਿੱਦਾਂ ਆਪਾਂ ਤੁਸੀਂ ਕਹਿੰਦੇ ਆ ਰਹੇ ਵੀ ਹਰ ਕੰਟਰੀ ਦਾ ਵੱਖਰਾ ਰੂਲਸ ਹੋਊਗਾ। ਮੇ ਬੀ ਇਹਦੇ ਵਿੱਚ ਕੱਲ ਨੂੰ ਕੋਈ ਚੇਂਜਸ ਆ ਜਾਂਦੀਆਂ ਹੈਗੀਆਂ ਤੇ ਸੈਪਰੇਟ ਸਟੋਰੀ ਹੈਗੀ, ਪਰ ਨਿੱਕੇ ਪੁਆਇੰਟਸ ਜਿਹੜੇ ਹੈਗੇ ਆ ਵੀ ਉਹ ਲੀਗਲ ਜਿਹੜੇ ਪੁਆਇੰਟਸ ਨੂੰ ਅਸੀਂ ਕਹਿ ਸਕਦੇ ਹੈਗੇ ਆ ਵੀ ਕਿਹੜੀ ਕੰਟਰੀ ਨੂੰ ਕਿੱਦਾਂ ਰਿਲੇਸ਼ਨਸ਼ਿਪ ਹੋਊਗਾ ਯੂਨਾਈਟਿਡ ਕਿੰਗਡਮ ਦਾ, ਇਹ ਤੇ ਪਹਿਲੀ ਤੋਂ ਬਾਅਦ ਹੌਲੀ ਕਰਕੇ ਕਲੀਅਰ ਹੋਣਾ ਸ਼ੁਰੂ ਹੋ ਜਾਊਗਾ। ਬਾਕੀ ਜਿੰਨੇ ਵੀ ਬ੍ਰਿਟਿਸ਼ ਸਿਟੀਜ਼ਨ ਆਪਣੇ ਯੂਰਪੀਅਨ ਕੰਟਰੀ 'ਚ ਰਹਿੰਦੇ ਨੇ ਨਾ, ਆਈ ਮਸਟ ਮੇਕ ਇਟ ਕਲੀਅਰ ਆਫਟਰ ਬ੍ਰੈਕਸਿਟ ਤੋਂ ਬਾਅਦ, ਨੋਟ ਨਾਓ। ਹੁਣ ਤੁਸੀਂ 31 ਦਸੰਬਰ ਤੱਕ ਬਿਲਕੁਲ ਫ੍ਰੀ ਹੈਗੇ ਹੋ। ਇਨ ਜਨਵਰੀ 1 2021 ਤੋਂ ਬਾਅਦ ਇਹ ਸਭ ਕੁਝ ਲਾਗੂ ਹੋ ਰਿਹਾ। ਜਿਹੜੀ ਕੰਟਰੀ 'ਚ ਜਾ ਕੇ ਤੁਸੀਂ ਰਿਸਾਈਡ ਹੋਣਾ ਹੈ, ਕਿਤੇ ਵੀ ਹੋਣਾ ਹੈ, ਉੱਥੇ ਦੀ ਤੁਹਾਨੂੰ ਰੈਜ਼ੀਡੈਂਸ ਪਰਮਿਟ ਲੈਣੀ ਪਏਗੀ। ਸਮ ਕੰਟਰੀਜ਼ ਯੂ ਵਿਲ, ਸਮ ਕੰਟਰੀਜ਼ ਯੂ ਮਾਈਟ ਨੋਟ ਹੈਵ ਟੂ ਡੂ ਇਟ। ਪਰ ਉਹਦਾ ਤੁਹਾਨੂੰ ਉਹਨਾਂ ਨੇ ਵੀ ਗ੍ਰੇਸ ਪੀਰੀਅਡ ਦਿੱਤਾ ਹੈ ਕਿ 30 ਜੂਨ 2021 ਤੱਕ ਅਪਲਾਈ ਕਰ ਸਕਦੇ ਹੋ ਤੁਸੀਂ। ਬੇਸਿਕਲੀ ਕੀ ਹੈਗਾ ਵੀ ਜੇ ਤੁਸੀਂ ਆਲਰੇਡੀ ਜੇ ਤੁਸੀਂ
ਐਟ ਪ੍ਰੈਜ਼ੈਂਟ ਵੀ ਤੁਸੀਂ ਯੂਰਪੀਅਨ ਯੂਨੀਅਨ ਦੇ ਵਿੱਚ ਰਹਿ ਰਹੇ ਹੈਗੇ ਹੋ, ਤੁਸੀਂ ਉੱਥੇ ਕੰਮ ਕਰ ਰਹੇ ਹੈਗੇ ਹੋ, ਤੇ ਤੁਹਾਡੀ ਆਟੋਮੈਟਿਕਲੀ ਕਈਆਂ ਕੋਲ ਤੇ ਰੈਜ਼ੀਡੈਂਸ ਪਰਮਿਟ ਉੱਥੇ ਹੋਣਾ ਹੀ ਆ। ਪਰ ਜੇ ਤੁਹਾਨੂੰ ਟਾਈਮ ਪੂਰਾ ਨਹੀਂ ਹੋਇਆ ਹੈਗਾ ਵੀ ਤੁਸੀਂ ਜੇ ਤੁਹਾਨੂੰ ਉਹ ਹੁਣ ਬੈਟਰ ਇਹਦੇ ਵਿੱਚ ਇਹੀ ਹੈ ਜੇ ਤੁਸੀਂ ਨਹੀਂ ਲਿਆ ਹੈਗਾ, ਕਿਉਂਕਿ ਇਸ ਵੇਲੇ ਤੁਹਾਨੂੰ ਕੋਈ ਲੀਗਲ ਬਾਉਂਡੇਸ਼ਨ ਨਹੀਂ ਹੈਗੀ ਵੀ ਤੁਸੀਂ ਰੈਜ਼ੀਡੈਂਸ ਪਰਮਿਟ ਅਪਲਾਈ ਕਰਨਾ ਹੈਗਾ ਜਾਂ ਤੁਹਾਡੇ ਕੋਲ ਹੋਣਾ ਚਾਹੀਦਾ। ਤੁਸੀਂ ਆਪਣਾ ਪਾਸਪੋਰਟ ਯੂਜ਼ ਕਰਕੇ ਤੁਸੀਂ ਉੱਥੇ ਜਿੱਦਾਂ ਉੱਥੇ ਨੋਰਮਲੀ free ਰਹਿ ਹੈ ਸਕਦੇ ਹੈਗੇ ਹੋ। ਹਾਂ। ਪਰ ਬੈਟਰ ਇਹਦੇ ਵਿੱਚ ਹੀ ਹੈਗਾ ਵੀ ਜੇ ਤੁਸੀਂ ਕਿਸੇ ਵੀ ਯੂਰਪੀਅਨ ਯੂਨੀਅਨ ਦੀ ਕੰਟਰੀ ਦੇ ਵਿੱਚ ਇਸ ਵੇਲੇ ਰਹਿੰਦੇ ਹੈਗੇ ਹੋ ਤੇ ਉੱਥੇ ਦੀ ਜਿਹੜੀ ਵੀ ਆਪਣੀ ਰੈਜ਼ੀਡੈਂਸ ਕਾਰਡ ਦੀ ਰਿਕੁਆਇਰਮੈਂਟ ਪੂਰੀ ਕਰਕੇ ਆਪਣਾ ਤੁਸੀਂ ਰੈਜ਼ੀਡੈਂਸ ਕਾਰਡ ਲੈ ਕੇ ਹੁਣੇ ਤੋਂ ਹੀ ਰੱਖ ਲਓ। ਤੇ ਜੇ ਕੱਲ ਨੂੰ ਜਦੋਂ ਬ੍ਰੈਗਜ਼ਿਟ ਹੋਣਾ ਹੈਗਾ ਤੇ ਉਸ ਤੋਂ ਬਾਅਦ ਵੀ ਜਿਹੜੇ ਵੀ ਆਪਣੀ ਰਿਕੁਆਇਰਮੈਂਟ ਜੇ ਤੁਸੀਂ 5 ਸਾਲ ਰਹਿ ਲਿਆ ਉੱਥੇ ਤੇ ਤੁਸੀਂ ਆਟੋਮੈਟਿਕਲੀ ਪਰਮਨੈਂਟ ਰੈਜ਼ੀਡੈਂਸੀ ਵਾਸਤੇ ਵੀ ਤੁਸੀਂ ਕੁਆਲੀਫਾਈ ਕਰੋਗੇ। ਜਾਂ ਜਿੱਦਾਂ ਇੱਥੇ ਯੂਕੇ ਨੇ ਇੱਥੇ ਦੇ ਜਿਹੜੇ ਸਿਟੀਜ਼ਨ ਜਿਹੜੇ ਹੈਗੇ ਉਹਨਾਂ ਨੂੰ ਜਿਹੜੇ ਯੂਰਪੀਅਨ ਯੂਨੀਅਨ ਦੇ ਵਿੱਚ ਸਿਟੀਜ਼ਨ ਜਿਹੜੇ ਰਹਿ ਰਹੇ ਹੈਗੇ ਉਹਨਾਂ ਨੂੰ ਕਾਫੀ ਸਹੂਲਤਾਂ ਦਿੱਤੀਆਂ ਹੈਗੀਆਂ, ਪ੍ਰੀ ਸੈਟਲ ਸਟੇਟਸ ਹੋ ਗਿਆ ਜਾਂ ਸੈਟਲ ਸਟੇਟਸ ਹੋ ਗਿਆ। ਨਾਲ ਦੀ ਨਾਲ ਮੈਂ ਹੋਰ ਦੱਸ ਸਕਦਾ ਮੈਂ ਜਿੰਨੇ ਵੀ ਆਪਣੇ ਉੱਥੇ ਸਿਟੀਜ਼ਨਸ ਰਹਿੰਦੇ ਨੇ ਇਨ ਯੂਰਪ ਕੰਟਰੀ ਦੇ ਵਿੱਚ ਕਿਸੇ ਕੰਟਰੀ ਦੇ ਵਿੱਚ ਵੀ ਤੁਸੀਂ ਮੇ ਬੀ ਫ੍ਰੀਲੀ ਤੁਸੀਂ ਮੂਵ ਨਹੀਂ ਕਰ ਸਕਦੇ ਫਰੋਮ ਵਨ ਸਟੇਟ ਟੂ ਦੀ ਅਦਰ ਸਟੇਟ, ਉਹ ਵੀ ਤੁਹਾਨੂੰ ਚੈੱਕ ਕਰਨਾ ਪਏਗਾ। ਸਪੋਜ਼ ਤੁਸੀਂ ਫਰਾਂਸ ਰਹਿੰਦੇ ਹੋ, ਤੁਸੀਂ ਬੈਲਜੀਅਮ ਜਾਣਾ, ਮੇ ਬੀ ਦੇयर ਇਜ਼ ਅ ਰਿਸਟ੍ਰਿਕਸ਼ਨ ਯੂ ਕਾਂਟ ਡੂ ਦੈਟ, ਉਹਨਾਂ ਦੀ ਰਿਕੁਆਇਰਮੈਂਟ ਹੋਏਗੀ ਤੁਹਾਨੂੰ ਚੈੱਕ ਕਰਨਾ ਪਏਗਾ ਫਰੋਮ ਵਨ ਸਟੇਟ ਟੂ ਦੀ ਅਦਰ ਸਟੇਟ। ਜਾਂ ਤੇ ਜਦੋਂ ਵੀ ਜਿੱਥੇ ਵੀ ਤੁਸੀਂ ਜਾਣਾ ਹੈਗਾ ਤੁਸੀਂ ਉਹਦੀ ਗਾਈਡੈਂਸ ਜਿੱਦਾਂ ਗਾਈਡਲਾਈਨ ਚੈੱਕ ਕਰ ਸਕਦੇ ਹੈਗੇ, ਤੁਹਾਨੂੰ ਪਤਾ ਲੱਗ ਜਾਊਗਾ ਵੀ ਤੁਸੀਂ ਕਿੱਦਾਂ ਜਾ ਸਕਦੇ। ਪਰ ਥੋੜਾ ਜਿਹਾ ਰਿਲੈਕਸੇਸ਼ਨ ਉੱਥੇ ਹੋਊਗਾ ਕਿਉਂਕਿ ਲੈਂਡ ਬਾਰਡਰ ਨਹੀਂ ਇੰਨੇ ਹੈਗੇ ਤੇ ਮੇ ਵੀ ਆਉਣ ਜਾਣ ਚ ਇੰਨੀ ਹੋਵੇ ਨਾ, ਪਰ ਫਿਰ ਵੀ ਚੈੱਕ ਕਰਨ ਦੇ ਵਿੱਚ ਬੈਟਰ ਆ ਵੀ ਤੁਸੀਂ ਚੈੱਕ ਕਰ ਲਓ ਵੀ ਕਿੱਦਾਂ ਅਪਲਾਈ ਹੁੰਦਾ ਹੈਗਾ। ਜਿਹੜੀ ਵੀ ਸਟੇਟ ਹੈਗੀ ਉਹਨਾਂ ਦੀ ਰਿਸਪੌਂਸਿਬਿਲਟੀ ਹੈਗੀ ਹੈ ਮੈਂਬਰ ਸਟੇਟ ਦੀ ਕਿ ਉਹ ਆਪਣਾ ਜਿਹੜਾ ਸੈਟਲਮੈਂਟ ਸਕੀਮ ਹੈਗੀ ਹੈ ਉਹ ਰਜਿਸਟਰ ਕਿੱਦਾਂ ਕਰਨਾ ਬ੍ਰਿਟਿਸ਼ ਸਿਟੀਜ਼ਨ ਨੂੰ, ਉਹ ਵੀ ਤੁਹਾਨੂੰ ਸਾਰਾ ਫਾਈਂਡ ਆਊਟ ਕਰਨਾ ਪਏਗਾ। ਇਹ ਜਿਹੜੇ ਤੁਹਾਨੂੰ ਥੋੜਾ ਬਹੁਤਾ ਅਸੀਂ ਦੱਸਦੇ ਹੈਗੇ ਆ ਇਹ ਗਾਈਡਲਾਈਨ ਹੈਗੀ ਹੈ, ਇਹਦੇ ਸਾਰੇ ਫੈਕਟ ਐਂਡ ਫਿਗਰਸ ਨਹੀਂ ਨਿਕਲੇ। ਜਦੋਂ ਵੀ ਮਹੀਨੇ ਤੱਕ ਜਦੋਂ 1.5 ਮਹੀਨੇ ਤੱਕ ਸਾਡੇ ਪਾਸ ਪ੍ਰੋਗਰਾਮ ਕੁਛ ਨਵੀਂ ਅਪਡੇਟ ਆਈ ਅਸੀਂ ਜ਼ਰੂਰ ਪ੍ਰੋਗਰਾਮ ਲੈ ਕੇ ਆਵਾਂਗੇ ਇਹਦੇ ਬਾਰੇ। ਤੇ ਦੇਖੋ ਸਟੇਟ ਵਿੱਚ ਜਾਣਾ ਇਕਬਾਲਦੀਪ ਜੀ ਉਹ ਵੀ ਪ੍ਰੋਬਲਮ ਹੋ ਗਈ ਹੁਣ ਹੈ ਹਰ ਇੱਕ ਦੇ ਆਪਣੇ ਹਾਲਾਂਕਿ ਜਿਹੜੇ ਤੁਸੀਂ ਯੂਰਪ ਜਾਂਦੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਦੇयर इज नो ਬਾਰਡਰ ਐਟ ਦਾ ਮੋਮੈਂਟ most of the countries ਹਾਰਡ ਬਾਰਡਰ ਕੋਈ ਹੈ ਹੀ ਨਹੀਂ, ਹਾਰਡ ਬਾਰਡਰ ਕੋਈ ਨਹੀਂ ਹੈਗਾ। no. ਲੇਕਿਨ ਹਾਊ ਦੇ ਗੋਇੰ ਟੂ ਇੰਪਲੀਮੈਂਟ ਦੈਟ ਔਰ ਰਿਸਟ੍ਰਿਕਸ਼ਨ ਕਿੱਦਾਂ ਇੰਪਲੀਮੈਂਟ ਕਰਨਗੇ ਦਿਸ ਇਜ਼ ਸਮਥਿੰਗ ਸਮਝ ਦੱਸ ਇਹ ਟਾਈਮ ਦੇ ਨਾਲ ਪਤਾ ਲੱਗੂਗਾ ਵੀ ਕਿੱਦਾਂ ਹੋਣਾ। ਪਰ ਪ੍ਰਿਪੇਅਰ ਹੋ ਵੀ ਜਿੱਦਾਂ ਪਹਿਲੇ ਟਰੈਵਲ ਹੁੰਦਾ ਸੀਗਾ ਮੇ ਵੀ ਥੋੜਾ ਬਹੁਤਾ ਉਦਾਂ ਹੋ ਸਕਦਾ, ਪਰ ਕਈ ਚੇਂਜਸ ਆਉਣਗੀਆਂ ਉਹਦੇ ਵਾਸਤੇ ਆਪਣਾ ਰੈਡੀ ਰਹਿਣਾ ਪੈਣਾ ਸਭ ਨੂੰ। ਇੱਕ ਦੋ ਗੱਲਾਂ ਹੋ ਰਹੀਆਂ ਜਿਹੜੀ ਯੂਰਪੀਅਨ ਕੰਟਰੀ ਹੁਣ ਡਿਪੈਂਡ ਕਰਦਾ ਕਈ ਥੋੜੀ ਜਿਹੀ ਮਾੜੀਆਂ ਫਾਈਨੈਂਸ਼ੀਅਲੀ ਕਈ ਸਟਰੋਂਗ ਹੈਗੀਆਂ, ਜਰਮਨੀ ਹੋਈ ਇੱਦਾਂ ਦੀ ਹੋਈ ਹੈ, ਸਵਿਟਜ਼ਰਲੈਂਡ ਹੋਈ ਉਹ ਤੇ ਹੈ ਨਹੀਂ ਇਹਦੇ ਵਿੱਚ। ਹੁਣ ਸਪੇਨ ਨੇ ਥੋੜਾ ਇਹਦੇ ਚ ਰਿਲੈਕਸ ਕੀਤਾ ਹੈਗਾ, ਉਹ ਤੁਹਾਨੂੰ ਸਟਾਪ ਨਹੀਂ ਕਰਦੇ, ਤੁਸੀਂ ਜਦੋਂ ਮਰਜ਼ੀ ਸਪੇਨ ਦੇ ਵਿੱਚ ਪ੍ਰਾਪਰਟੀ ਬਾਈ ਕਰ ਸਕਦੇ ਹੋ ਆਪਣੀ। ਅਤੇ ਯੂਕੇ ਸਿਟੀਜ਼ਨ ਜਾ ਕੇ ਸਪੇਨ ਚ ਪ੍ਰਾਪਰਟੀ ਬਾਈ ਕਰਦੇ, ਬੜੇ ਲੋਕਾਂ ਦੇ ਮਕਾਨ ਹੈਗੇ। ਦ ਓਨਲੀ ਡਿਫਰੈਂਸ ਇਜ਼ ਜਿਹੜੇ ਲੋਕਲ ਹੈਗੇ ਉਹਨਾਂ ਦਾ 19% ਟੈਕਸ ਹੋਏਗਾ, ਜਿਹੜੇ ਨਾਨ ਉੱਥੇ ਦੇ ਹੋਣਗੇ EU ਸਿਟੀਜ਼ਨਸ ਉਹਨਾਂ ਦਾ 25%। ਜਿਹਦਾ ਕਿ ਇਹਦਾ ਮਤਲਬ ਸਾਨੂੰ 25% ਦੇਣਾ ਪਏਗਾ 1 ਜਨਵਰੀ ਤੋਂ। ਫਸਟ ਆਫ ਤੇ ਜਨਵਰੀ ਜੇ ਕਿਸੇ ਨੇ ਪ੍ਰਾਪਰਟੀ ਲੈਣੀ ਹੁਣੇ ਲੈ ਲਓ, 5 ਮਹੀਨੇ ਹੈਗੇ ਆ 6% ਬਚ ਜਾਊਗਾ। ਵੈਸੇ ਦੇਖੋ ਅਸੀਂ ਬੜੀ ਇਨਫੋਰਮੇਸ਼ਨ ਤੁਹਾਨੂੰ ਦੱਸਦੇ ਪਏ, ਅਗਰ ਕਿਸੇ ਪਾਸ ਪੈਸਾ ਫालतू ਪਿਆ ਥੋੜਾ ਬਹੁਤਾ ਅਗਰ ਲਗਾਣਾ ਤੇ ਤੁਸੀਂ ਉਹ ਵਿਚਾਰਨੇ ਪਿਓ 25% ਦਾ 6% 6% ਦੀ ਬਚਤ ਹੋ ਸਕਦੀ ਸਿੱਧੀ ਗੱਲ ਹੈ। ਸਿੱਧੀ ਪਹਿਲੀ ਤੋਂ ਫਿਰ 25% ਹੋ ਜਾਣਾ। ਬੇਸ਼ੱਕ ਉੱਥੇ ਪ੍ਰਾਪਰਟੀ ਮਹਿੰਗੀ ਨਹੀਂ ਲੇਕਿਨ ਫਰਕ ਤਾਂ ਬਹੁਤ ਪਏਗਾ ਨਾ। ਬਹੁਤ ਥਾਊਜ਼ੈਂਡ ਐਂਡ ਥਾਊਜ਼ੈਂਡ ਆਫ ਬ੍ਰਿਟਿਸ਼ ਜਿਹੜੇ ਹੈਗੇ ਨੇ ਓਨ ਕਰਦੇ ਨੇ ਹੋਮਸ। ਯੂ نو ਇੱਕ ਗੱਲ ਹੈਗੀ ਪਹਿਲਾਂ ਨਾ 390 ਅਪਰੋਕਸੀਮੇਟਲੀ 400,000 ਡਿਕਰੀਜ਼ ਟੂ 240,000 ਲੋਕ ਹੁਣ ਉੱਥੇ ਹੈਗੇ ਨੇ residents Brits living in a European country ਦੇ ਵਿੱਚ। ਇਹ ਡਿਕਲਾਈਨ ਹੋ ਗਈ ਹੈ। I don't know the reason, could be because ਅਸੀਂ Brexit ਤੋਂ ਨਿਕਲ ਗਏ, ਉਹਨਾਂ ਨੂੰ ਥੋੜਾ ਬਹੁਤਾ ਸਟੱਡੀ ਕੀਤਾ, ਉਹਨਾਂ ਨੂੰ ਪਤਾ ਹੋਣਾ ਕਿ ਕੀ ਕੁਝ ਇੰਪਲੀਮੈਂਟ ਕੀ ਕੁਝ ਡਿਫਿਕਲਟੀ ਆਉਣਗੀਆਂ, ਉਹ ਪਹਿਲਾਂ ਨਿਕਲ ਰਹੇ ਨੇ ਬਾਹਰ। ਇਹ ਤੇ ਹਰ ਇੱਕ ਦਾ ਆਪਣਾ ਆਪਣਾ ਇੰਡੀਵਿਜੂਅਲ ਡਿਸੀਜਨ ਹੈਗਾ। ਜੇ ਤੁਸੀਂ ਰਹਿਣਾ ਚਾਹੁੰਦੇ ਆ ਕਿਹੜੀ ਵੀ ਕੰਟਰੀ ਦੇ ਵਿੱਚ, ਤੁਸੀਂ ਛੱਡਣਾ ਚਾਹੁੰਦੇ, ਇਹਦਾ ਸਟੈਟਿਸਟਿਕ ਉੱਤੇ ਥੱਲੇ ਜਾਂਦੇ ਰਹਿੰਦੇ ਹਰ ਵੇਲੇ। ਫਰਾਂਸ ਦੇ ਵਿੱਚ ਵੀ ਅਬਾਊਟ ਓਵਰ 200,000 ਲੋਕਾਂ ਦੇ ਮਕਾਨ ਹੈਗੇ ਨੇ ਉੱਥੇ ਡਿਸਾਈਡ ਕੀਤਾ ਉਹਨਾਂ ਨੇ। ਇਟਸ ਵੈਰੀ ਮਚ ਲਾਈਕ ਸਪੇਨ, ਫਰਾਂਸ, ਇਟਲੀ, ਪੋਰਚੁਗਲ ਇਹ ਫੇਮਸ ਡੈਸਟੀਨੇਸ਼ਨ। ਇਹ ਤਾਂ ਸਾਰੀਆਂ ਫੇਮਸ ਡੈਸਟੀਨੇਸ਼ਨਸ ਹੈਗੀਆਂ। ਜਿਹੜੇ ਵੀ ਹੌਲੀਡੇ ਮੇਕਰਸ ਜਿਹੜੇ ਹੈਗੇ, ਜਿਹੜੇ ਕਿ ਐਕਸਪੈਟਸ ਜਿਹੜੇ ਹੈਗੇ, ਉਹ ਪ੍ਰੀਫਰ ਕਰਦੇ ਹੈਗੇ ਸਪੇਨ ਨੂੰ ਕਿਉਂਕਿ ਵੈਦਰ ਕਰਕੇ। ਵੈਦਰ ਉੱਥੇ ਦਾ ਸਪੇਨ ਦਾ ਬਹੁਤ ਚੰਗਾ ਹੈਗਾ, ਇਸ ਕਰਕੇ ਜਿਹੜੇ ਵੀ ਲੋਕ ਬਾਹਰ ਜਾਣਾ ਚਾਹੁੰਦੇ ਹੈਗੇ ਸਪੇਨ ਨੂੰ ਜ਼ਿਆਦਾ ਪ੍ਰੀਫਰ ਕਰਦੇ ਆ। ਤੇ ਜੇ ਪੋਰਚੁਗਲ ਨੂੰ ਜ਼ਿਆਦਾ ਪ੍ਰੀਫਰ ਕਰਦੇ ਜਸਟ ਬਿਕਾਜ਼ ਆਫ ਦਾ ਵੈਦਰ ਕੰਡੀਸ਼ਨਸ। ਪੋਰਚੁਗਲ ਸਾਈਪ੍ਰਸ ਵੀ ਇੱਕ ਹੈਗਾ ਕਾਫੀ ਫੇਮਸ ਡੈਸਟੀਨੇਸ਼ਨ ਹੈਗਾ। ਸਾਈਪ੍ਰਸ ਥੋੜਾ ਦੂਰ ਚੱਲ ਜਾਂਦਾ ਪਰ ਜ਼ਿਆਦਾ ਸਪੇਨ ਦੇ ਵਿੱਚ ਕਾਫੀ, ਹਾਂਜੀ ਫਰਾਂਸ ਦੇ ਵਿੱਚ ਵੀ ਕਾਫੀ ਹੈਗੇ ਆ।
ਅਸੀਂ ਕੋਸ਼ਿਸ਼ ਕੀਤੀ ਬੜੀ ਸ਼ਾਰਟ ਟਾਈਮ ਦੇ ਵਿੱਚ, ਟਾਈਮ ਬੜਾ ਥੋੜਾ ਰਹਿ ਗਿਆ, ਮੈਂ ਕੋਸ਼ਿਸ਼ ਕਰਦਾ ਅਸੀਂ ਥੋੜਾ ਰਾਉਂਡ ਅਪ ਕਰਾਂਗੇ। ਮੈਂ ਪਾਸਪੋਰਟ ਫਿਰ ਤੁਹਾਨੂੰ ਦੱਸ ਦਵਾਂ, ਭਾਈ ਸਾਹਿਬ ਨੇ 2 ਜਾਣੇ ਦਾ ਫੋਨ ਆਇਆ ਸੀਗਾ ਉਹਦਾ, ਜਰਾ ਫਿਰ ਕਲੀਅਰ ਸਲੋ ਕਰ ਦਿੰਦੇ ਥੋੜਾ, ਪਹਿਲਾਂ ਥੋੜਾ ਅਸੀਂ ਰਸ਼ ਕੀਤਾ। ਜਿਹੜੇ ਪੁਰਾਣੇ ਬਲੂ ਪਾਸਪੋਰਟ ਹੈਗੇ ਨੇ ਇਸ ਸਾਲ ਦੇ ਵਿੱਚ ਹੁਣ ਜੂਨ ਤੱਕ ਉਹਨੂੰ ਫੇਜ਼ ਆਊਟ ਹੋ ਜਾਣੇ ਚਾਹੀਦੇ ਨੇ। ਹਾਂਜੀ ਹਾਂਜੀ, ਉਹ ਰਿਪਲੇਸ ਹੋ ਜਾਣੇ ਹੈਗੇ ਰੈੱਡ ਤੋਂ ਸਾਰੇ ਬਲੂ ਹੌਲੀ ਹੌਲੀ ਕਰਕੇ। ਹਾਂ, ਐਟ ਦੀ ਐਂਡ ਆਫ ਦ ਜਦੋਂ ਵੀ ਜਿਹੜੇ ਵੀ ਹੈਗੇ ਰੈੱਡ ਦੇ ਬਲੂ ਹੋਣੇ ਪਾਸਪੋਰਟ ਬਲੂ ਹੋਣੇ। ਬੇਸਿਕਲੀ ਬਿਫੋਰ 31 ਦਸੰਬਰ ਤੁਹਾਡੇ ਪਾਸ ਸਾਰਿਆਂ ਪਾਸ ਨਵੇਂ ਪਾਸਪੋਰਟ ਹੋਣੇ ਚਾਹੀਦੇ ਨੇ, ਜਿਹੜੇ ਬਿਲਕੁਲ ਇੱਥੇ ਦੇ ਕਰਾਊਨ ਦੇ ਇੰਗਲਿਸ਼ ਪਾਸਪੋਰਟ ਹੋਣਗੇ। ਇਹ ਉਹੀ ਪਾਸਪੋਰਟ ਨੇ ਜਿਹੜੇ ਕਿ ਪਹਿਲੇ ਯੂਜ਼ ਹੁੰਦੇ ਸੀ, ਜੋ ਉਸ ਆਪਣਾ ਰਿਵਰਸ ਕੇ ਬੈਕ ਜਾਂਦੇ ਪਏ ਵੀ ਜਿੱਦਾਂ ਪਹਿਲੇ ਸੀਗਾ ਉਦਾਂ ਉਹ ਚਾਹੁੰਦੇ ਹੈਗੇ ਵੀ ਹੁਣ ਹੋ ਜਾਵੇ। ਬਿਲਕੁਲ। ਥੋੜਾ ਜਿਹਾ ਰਾਉਂਡ ਅਪ ਕਰਦੇ ਥੋੜੀ ਕਾਰ ਇੰਸ਼ੋਰੈਂਸ ਵੈਰੀ ਇੰਪੋਰਟੈਂਟ, ਪਲੀਜ਼ ਆਪਣੀ ਇੰਸ਼ੋਰੈਂਸ ਨਾਲ ਚੈੱਕ ਕਰੋ ਤੁਹਾਨੂੰ ਕਿੱਥੇ ਕਿੱਥੇ ਕਰੇਗੀ। ਜਿੱਥੇ ਤੁਸੀਂ ਯੂਰਪੀਅਨ ਕੰਟਰੀ 'ਚ ਜਾ ਰਹੇ ਹੋ, ਜਰਮਨੀ ਜਾ ਰਹੇ ਹੋ, ਤੁਸੀਂ ਫਰਾਂਸ ਜਾ ਰਹੇ ਹੋ, ਤੁਸੀਂ ਸਪੇਨ ਜਾ ਰਹੇ ਹੋ, ਯੂ ਗੋ ਟੂ ਟੈਲ them ਤੁਹਾਡਾ ਰੂਟ ਕਿਹੜਾ ਹੈਗਾ, ਕਿੱਥੋਂ ਕਿੱਥੇ ਜਾ ਰਹੇ ਹੋ। ਹਾਂਜੀ ਹਾਂਜੀ, ਕਿੱਥੇ ਜਾ ਰਹੇ। ਬਾਕੀ ਰੈਜ਼ੀਡੈਂਸ ਪਰਮਿਟ ਵੀ ਬਹੁਤ ਜ਼ਰੂਰੀ ਹੈਗੇ ਆ ਵੀ ਜੇ ਤੁਸੀਂ ਆਲਰੇਡੀ ਯੂਰਪੀਅਨ ਯੂਨੀਅਨ ਸਟੇਟ ਦੇ ਵਿੱਚ ਜੇ ਤੁਸੀਂ ਕਿਤੇ ਰਹਿ ਰਹੇ ਹੈਗੇ ਹੋ ਤੇ ਹੁਣੇ ਚੈੱਕ ਕਰ ਲਓ। ਮੇਬੀ ਡੈਫੀਨਿਟਲੀ ਕੋਈ ਨਾ ਕੋਈ ਉੱਥੇ ਰੂਲਸ ਰੈਗੂਲੇਸ਼ਨਸ ਹੋਣਗੇ ਜਿਹੜੀ ਜੇ ਤੁਸੀਂ ਉੱਥੇ ਕੰਮ ਕਰ ਰਹੇ ਹੈਗੇ ਤਾਂ ਤੁਸੀਂ ਕਿਹੜਾ ਰੈਜ਼ੀਡੈਂਸ ਪਰਮਿਟ ਅਪਲਾਈ ਕਰਨਾ ਹੈਗਾ ਜਾਂ ਤੁਸੀਂ ਕਿੱਦਾਂ ਤੁਸੀਂ ਉਹਨੂੰ ਲੈਣਾ ਹੈਗਾ। ਜੇ ਤੁਸੀਂ ਨਹੀਂ ਲਿੱਤਾ ਹੈਗਾ ਤੇ ਤੁਸੀਂ ਹੁਣੇ ਅਪਲਾਈ ਕਰਕੇ ਆਪਣੇ ਆਪ ਨੂੰ ਡਾਕੂਮੈਂਟ ਸਿਕਿਉਰ ਕਰ ਲਓ ਆਪਣਾ। ਦੇਖੋ ਤੁਹਾਨੂੰ 5 ਮਹੀਨੇ ਪਏ ਨੇ, ਤੁਹਾਨੂੰ ਪਹਿਲਾਂ ਐਡਵਾਂਸ ਵਾਰਨਿੰਗ ਦਿੱਤੀ ਹੈ। ਹਾਂਜੀ, ਅਸੀਂ ਜਿਹੜੇ ਥੋੜੀ ਬਹੁਤੀ ਗੱਲ ਕੀਤੀ ਹੈ, ਪਲੀਜ਼ ਤੁਸੀਂ ਜਿੱਥੇ ਵੀ ਮਹਿਕਮਾ ਹੈਗਾ ਇੰਸ਼ੋਰੈਂਸ ਦਾ ਹੈਗਾ, ਤੁਹਾਡੇ ਇਹ ਹੈਗੀ ਹੈ, ਤੁਹਾਡੀ ਕਾਰ ਡਾਕੂਮੈਂਟਸ ਬੈਗ ਹੈਗੀ ਹੈ, ਬਾਰਡਰ ਕੰਟਰੋਲ ਹੈਗਾ, ਜੋ ਵੀ ਤੁਹਾਨੂੰ ਡਾਕੂਮੈਂਟ ਚਾਹੀਦਾ ਪਲੀਜ਼ ਥੋੜਾ ਬਹੁਤਾ ਹੋਮਵਰਕ ਕਰੋ, ਜਿੰਨੀ ਸਾਨੂੰ ਨੌਲੇਜ ਆ ਅਸੀਂ ਤੁਹਾਡੇ ਪਾਸ ਪਹੁੰਚਾਵਾਂਗੇ। ਕੁਝ ਮੈਂ ਜਿਹੜੀ ਰਿਪਬਲਿਕ ਆਫ ਆਇਰਲੈਂਡ ਹੈਗੀ ਆਪਾਂ ਉਹਦੇ ਬਾਰੇ ਵੀ ਗੱਲ ਕਰ ਸਕਦੇ, ਉਹਦੇ ਵਿੱਚ ਇੰਨੀਆਂ ਚੇਂਜਸ ਨਹੀਂ ਕੀਤੀਆਂ ਹੈਗੀਆਂ ਇਹਨਾਂ ਨੇ। ਉਹ ਵੈਰੀ ਮੱਚ ਲਾਈਕ ਫ੍ਰੀ ਮੂਵਮੈਂਟ ਸਾਰੀ ਉਹਦੇ ਵਿੱਚ ਕੋਈ ਇੰਨੀ ਚੇਂਜਸ ਨਹੀਂ ਹੋਣਗੀਆਂ ਕਿਉਂਕਿ ਕਾਫੀ ਹਿਸਟਰੀ ਸ਼ੇਅਰ ਕਰਦੀਆਂ ਹੈਗੀਆਂ ਕੰਟਰੀਜ਼ ਤੇ। ਆਮ ਗਲੈਡ ਤੁਸੀਂ ਮੈਂਸ਼ਨ ਕੀਤਾ, ਲੋਕਾਂ ਨੇ ਕਹਿੰਦਾ ਸੀ ਆਇਰਲੈਂਡ ਦੀ ਕਿਉਂ ਨਹੀਂ ਗੱਲ ਕੀਤੀ। ਹਾਂਜੀ, ਕਿਉਂਕਿ ਆਇਰਲੈਂਡ ਵੀ ਯੂਰਪੀਅਨ ਯੂਨੀਅਨ ਦੇ ਵਿੱਚ ਆਉਂਦਾ ਹੈਗਾ, ਪਰ ਯੂਕੇ ਦੇ ਆਇਰਲੈਂਡ ਦੇ ਆਪਣੀ ਇਹਨਾਂ ਦੇ ਰਿਲੇਸ਼ਨ ਦੇ ਜਿਹੜੀ ਟ੍ਰੀਟੀਜ਼ ਹੈਗੀਆਂ ਉਹ ਆਊਟ ਰੂਲ ਕਰਦੀਆਂ ਹੈਗੀਆਂ ਉਹਨੂੰ ਵੀ ਤੁਸੀਂ ਉੱਥੇ ਜਾ ਕੇ ਤੁਸੀਂ ਜਿੱਦਾਂ ਮਰਜ਼ੀ ਫ੍ਰੀਲੀ ਰਹਿ ਸਕਦੇ, ਤੁਹਾਨੂੰ ਕੋਈ ਰਿਸਟ੍ਰਿਕਸ਼ਨ ਨਹੀਂ ਹੋਣੀ ਉੱਥੇ। ਪਰ ਅਦਰ ਦੈਨ ਦੈਟ ਵੀ ਤੁਸੀਂ ਜੇ ਯੂਰਪੀਅਨ ਯੂਨੀਅਨ 'ਚ ਜਾਂਦੇ ਹੈਗੇ ਉਹਦੇ ਵਿੱਚ ਤੁਹਾਨੂੰ ਕਾਫੀ ਚੇਂਜਸ ਹੋਣੀਆਂ, ਕਾਫੀ ਤੁਹਾਨੂੰ ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨਸ ਤੁਹਾਨੂੰ ਫੋਲੋ ਕਰਨੇ ਪੈਣੇ ਹੈਗੇ। ਤੇ ਇਹ ਚੀਜ਼ ਜਿਹੜੇ ਯੂਰਪੀਅਨ ਜਿਹੜੇ ਆਇਰਲੈਂਡ ਦੇ ਵਿੱਚ ਰਹਿੰਦੇ ਹੈਗੇ ਆ ਇਹ ਉਹਨਾਂ ਨੂੰ ਇੰਨਾ ਵਾਰੀ ਕਰਨ ਦੀ ਲੋੜ ਨਹੀਂ ਹੈਗੀ। ਜਿਸ ਤਰ੍ਹਾਂ ਤੁਹਾਨੂੰ ਰਿਸਟ੍ਰਿਕਸ਼ਨ ਪੈਗਾ ਦੱਸੀ ਸਪੇਨ ਦੇ ਵਿੱਚ ਤੁਸੀਂ ਅਗਰ ਕਾਰ ਫਿਲ ਕਰਦੇ ਹੋ ਪੈਟਰੋਲ ਦੇ ਨਾਲ ਰੇਡੀਓ ਆਨ ਹੋ ਗਿਆ, ਯੂ ਕੈਨ ਬੀ ਫਾਈਨਡ 80 pounds or even more ਡਿਪੈਂਡਿੰਗ ਕਿਹੜਾ ਪੁਲਿਸ ਆਫੀਸਰ ਹੈਗਾ। ਕੋਈ ਇੰਡੀਆ ਵਾਲਾ ਹੋ ਗਿਆ ਉਹਨਾਂ ਨੇ ਆਪਣੀ ਰਕਮ ਰੱਖੀ ਹੋਣੀ ਹੈ ਉੱਤੇ। ਹਾਂਜੀ ਹਾਂਜੀ, ਪਰ ਉਧਰ ਨੋਰਮਲੀ ਕਿਉਂਕਿ ਦੇ ਵੈਰੀ ਮਚ ਓਬੇ ਦ ਲਾਅ 80 pound ਤੱਕ ਹੋਏਗਾ। ਡਾਕੂਮੈਂਟਸ ਨਹੀਂ ਹੋਏਗੀ ਤੁਹਾਡੀ ਕਾਰ ਲੈ ਜਾ ਸਕਦੇ ਨੇ ਉਹ, ਦੇ ਮਾਈਟ ਆਸਕ ਯੂ ਟੂ ਗੋ ਬੈਕ, ਦੇ ਵਾਪਸ ਭੇਜ ਸਕਦੇ ਨੇ। ਲੋਟ ਆਫ ਡਿਫਿਕਲਟੀਜ਼ ਆ ਸਕਦੀਆਂ ਨੇ। ਯੂ ਗੋਟ ਬੀ ਵੈਰੀ 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 ਕੇਅਰਫੁਲ। ਆਪਣੀ ਚੈੱਕ ਲਿਸਟ ਬਣਾਓ, ਪਤਾ ਕਰੋ ਤੁਸੀਂ ਕਿੱਥੇ ਜਾਣਾ ਹੈ ਔਰ ਕੀ ਤੁਹਾਨੂੰ ਡਾਕੂਮੈਂਟ ਚਾਹੀਦੇ ਨੇ, ਟਿਕ ਕਰੋ, ਲਿਖ ਲਓ, ਟਿਕ ਕਰੋ। ਐਮਟੀ ਵਗੈਰਾ ਹਰ ਕੰਟਰੀ ਦੀ ਆਪਣੀ ਰਿਕੁਆਇਰਮੈਂਟ ਹੋਣੀ ਹੈ। ਤੁਸੀਂ ਜਿੱਥੇ ਵੀ ਜਾਣਾ ਹੈਗਾ ਤੁਸੀਂ ਉਹਨੂੰ ਆਪਣੀ ਹੋਮਵਰਕ ਕਰ ਲਿਓ ਪਹਿਲੇ ਕਿੱਥੇ ਤੁਸੀਂ ਜਾਣਾ ਚਾਹੁੰਦੇ ਹੈਗੇ ਤੇ ਉਸ ਤਰ੍ਹਾਂ ਆਪਣੇ ਆਪ ਨੂੰ ਸਿਕਿਉਰ ਕਰਕੇ ਸੇਫਲੀ ਤੁਸੀਂ ਆਪਣੀ ਟਰੈਵਲ ਨੂੰ ਫ੍ਰੀ ਰੱਖਿਓ ਆਪਣੇ ਬਿਲਕੁਲ ਕਿਸੇ ਵੀ ਪ੍ਰੋਬਲਮ ਤੋਂ। ਬਿਲਕੁਲ। ਦੇਖੋ ਯੂਰਪੀਅਨ ਕੰਟਰੀ ਜਿਹੜੇ ਵੀ ਹੈਗੇ ਨੇ ਜਿੱਥੇ ਵੀ ਤੁਸੀਂ ਜਾਣਾ ਨਾ ਉਹਨੂੰ ਤੁਸੀਂ ਟ੍ਰੀਟ ਕਰੋ ਕਿ ਦੈਟ ਇਜ਼ ਐਨ ਇੰਟਰਨੈਸ਼ਨਲ ਡੈਸਟੀਨੇਸ਼ਨ ਹੋ ਜਾਣੀ ਹੈ। ਸਿੰਪਲ ਇੱਕ ਦਿਮਾਗ 'ਚ ਲਫ਼ਜ਼ ਰੱਖੋ ਕਿ ਇੰਟਰਨੈਸ਼ਨਲ। ਤੁਸੀਂ ਕੈਨੇਡਾ ਜਾ ਰਹੇ ਹੋ, ਤੁਸੀਂ ਅਮਰੀਕਾ ਜਾ ਰਹੇ ਹੋ, ਤੁਸੀਂ ਇੰਡੀਆ ਜਾ ਰਹੇ ਹੋ ਜਾਂ ਅਫਰੀਕਾ ਕਿਤੇ ਵੀ ਜਾ ਰਹੇ ਹੋ, ਜਿੱਥੇ ਉੱਦਾਂ ਦੀ ਕੰਟਰੀ ਦੇ ਰੈਗੂਲੇਸ਼ਨ ਹੈਗੀ ਆ। ਦਾ ਓਨਲੀ ਡਿਫਰੈਂਟ ਜਿੱਥੇ ਕੀ ਆਉਂਦਾ ਯੂਰਪ ਦੇ ਵਿੱਚ ਹਰ ਯੂਰਪੀਅਨ ਸਟੇਟ ਨੇ ਆਪੋ ਆਪਣੇ ਲਾਗੂ ਕਰਨੀ ਹੈ ਉਹਨਾਂ ਨੇ। ਦਿਸ ਇਜ਼ ਦਾ ਮੋਸਟ ਡਿਫਿਕਲਟ ਪਾਰਟ। ਹਾਂਜੀ, ਹੁਣ ਕਰੋਨਾ ਵਾਇਰਸ ਤੇ ਹੈਗਾ ਹੀ ਹੈ ਪਰ ਜਿਹੜੀ ਆ ਚੇਂਜ ਆ ਰਹੀ ਹੈਗੀ ਆ ਵੀ ਅਸੀਂ ਥੈਂਕ ਯੂ ਤੁਹਾਡਾ ਵੀ ਤੁਸੀਂ ਵੀ ਇਹ ਪੁਆਇੰਟ ਤੁਸੀਂ ਰੇਜ਼ ਕੀਤਾ ਤੁਹਾਡੇ ਤੋਂ ਕਿ ਵੀ ਇਹ ਲੋਕਾਂ ਨੂੰ ਜਰਾ ਥੋੜਾ ਜਿਹਾ ਅਵੇਅਰ ਕਰ ਦਿੱਤਾ ਜਾਵੇ। ਬੜਾ ਇੰਪੋਰਟੈਂਟ ਸੀਗਾ ਆਪਣਾ। ਦੇ ਫੋਨ ਆਇਆ, ਇੱਕ ਦੋ ਜਾਰੇ ਹੋਰ ਬੰਦਿਆਂ ਦੇ ਫੋਨ ਆਏ, ਭਾਜੀ ਦੇ ਮੱਲੀ ਸਾਹਿਬ ਦਾ ਆਇਆ, ਬੜੇ ਅੱਛੇ ਸਵਾਲ ਸੀਗੇ। ਭਾਜੀ ਦੇਖੋ ਤੁਸੀਂ ਯੂਰਪ ਜਾਣ ਵਾਲੇ ਈਜ਼ੀ ਟਰੈਵਲ ਹੁੰਦਾ ਹੈ, ਚੀਪੈਸਟ ਵੇ ਹੁੰਦਾ ਹੈ, ਫੈਮਿਲੀ ਨੂੰ ਕਾਰ 'ਚ ਪਾ ਕੇ ਤੁਸੀਂ ਜਾ ਸਕਦੇ ਹੋ। ਸਾਡਾ ਬੇਸਿਕਲੀ ਮਕਸਦ ਕਾਰ ਚੱਲਣ ਦਾ ਮੇਰਾ ਇਹ ਸੀਗਾ ਤੁਸੀਂ ਜਾਓ, ਬੜੇ ਪਿਆਰ ਮੁਹੱਬਤ ਜਾਓ, ਆਪਣਾ ਟ੍ਰਿਪ ਇੰਜੋਏ ਕਰਕੇ ਆਵੋ, ਕਿਸੇ ਦੀ ਤਰ੍ਹਾਂ ਦੇ ਬੱਚਿਆਂ ਨਾਲ ਜਾਣੇ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਹਾਂਜੀ ਹਾਂਜੀ ਬਿਲਕੁਲ। ਜੇ ਤੁਸੀਂ ਫੈਮਿਲੀ ਨਾਲ ਜਾਂਦੇ ਫਿਰ ਤਾਂ ਤੁਹਾਨੂੰ ਹੋਰ ਥੋੜਾ ਜਿਹਾ ਅਵੇਅਰ ਹੋਣਾ ਪੈਣਾ। ਚਲੋ ਬੰਦਾ ਇਕੱਲਾ ਹੋਵੇ ਤਾਂ ਕੋਈ ਨਹੀਂ, ਜੇ ਫੈਮਿਲੀ ਨਾਲ ਹੋਵੇ ਸਪੈਸ਼ਲੀ ਜੇ ਬੱਚੇ ਨਾਲ ਹੋਣ ਤੇ ਕਾਫੀ ਜੇ ਪ੍ਰੋਬਲਮ ਆ ਸਕਦੀ ਹੈਗੀ। ਇਸ ਕਰਕੇ ਪ੍ਰੀ ਪਲੈਨਿੰਗ ਕਰਕੇ ਫੋਰਵਰਡ ਪਲੈਨਿੰਗ ਕਰਕੇ ਤੁਸੀਂ ਆਪਣਾ ਸਾਰਾ ਚੈੱਕ ਕਰਕੇ ਮੋਟੀਆਂ ਗੱਲਾਂ ਦੱਸੀਆਂ। ਮੈਂ ਤੁਹਾਨੂੰ ਹੋਰ ਇੰਪੋਰਟੈਂਟ ਗੱਲ ਦੱਸਾਂ, ਜਿਹੜੀ ਕਾਰ ਹੈਗੀ ਤੁਹਾਡੀ ਪ੍ਰੋਪਰ ਇੱਕਦਮ ਫਿਟ ਮੋਟੀ ਹੋਣੀ ਚਾਹੀਦੀ ਹੈ, ਰਿਲਾਇਬਲ ਹੋਣੀ ਚਾਹੀਦੀ ਹੈ। ਬਿਕੋਜ਼ ਅਗਰ ਤੁਹਾਡੇ ਪਾਸ ਤੁਹਾਡੀ ਇਹ ਦੀ ਇੰਸ਼ੋਰੈਂਸ ਹੋਏਗੀ, ਮੇਕ ਸ਼ੋਰ ਤੁਹਾਨੂੰ ਕਵਰ ਕਰਦੀ ਹੈ
ਉੱਥੇ ਜੇ ਤੁਹਾਨੂੰ ਆਪ ਰਿਪੇਅਰ ਕਰਨੀ ਪਏਗੀ ਯੂ ਕੈਨ ਇਮੇਜਿਨ ਇਟਸ ਗੋਇੰ ਬੀ ਵੈਰੀ ਵੈਰੀ ਐਕਸਪੈਂਸਿਵ ਯੂਰਪ 'ਚ ਕੋਈ ਵੀ ਤੁਸੀਂ ਕੰਮ ਕਰਨਾ ਬਹੁਤ ਮਹਿੰਗਾ ਹੈਗਾ ਵੈਰੀ ਐਕਸਪੈਂਸਿਵ ਹਾਂਜੀ ਉਹ ਕਾਫੀ ਮਹਿੰਗਾ ਉੱਥੇ ਹੈਗਾ ਖਾਣਾ ਵੀ ਤੁਸੀਂ, ਤਾਂ ਮਹਿੰਗਾ ਹੀ ਨਾ। ਬਹੁਤ ਮਹਿੰਗਾ ਉੱਥੇ ਤੁਸੀਂ ਕਿਹੜੀ ਵੀ ਸਟੇਟ ਦੇ ਵਿੱਚ ਚਲ ਜਾਓ ਕਾਫੀ ਡਬਲ ਟ੍ਰਿਪਲ ਪ੍ਰਾਈਸ ਹੈਗੇ ਆ। ਅਸੀਂ ਇੱਕ ਵਾਰੀ ਛੋਟੀ ਜੀ ਗੱਲ ਸੁਣਾ ਸੀ ਓਸਲੋ ਗਏ ਸੀਗੇ ਤੇ 6 ਕੇ 7 ਪੌਂਡ ਦਾ ਉੱਥੇ ਪਾਣੀ ਦਾ ਮਿਲਦੀ ਹੈਗੀ ਬੋਤਲ ਤੇ ਕਈ ਏਰੀਏ ਇੰਨੇ ਮਹਿੰਗੇ ਹੈਗੇ ਆ। ਰੀਅਲੀ ਹਾਂਜੀ ਅਸੀਂ ਕਈ ਲੋਕੀ ਜਿਆਦਾ ਟੇਕਵੇ ਫੂਡ ਲੈਂਦੇ ਨੇ ਨਾ ਹਾਂਜੀ, ਹਾਂਜੀ। ਜੇ ਤਾਂ ਤੁਸੀਂ ਇੱਥੇ ਲੈ ਲੈਂਦੇ ਹੋ ਤਕਰੀਬਨ 10-12 ਪਾਉਂਡ ਲੱਗਦੇ ਨੇ 35 ਪਾਉਂਡ ਲੱਗੇ ਸੀ 2 ਜਣਿਆਂ ਦੇ ਇਹ ਜਿਨੇਵਾ ਦੇ ਵਿੱਚ ਉਹ ਜਨੇਵਾ ਤਾਂ ਕਾਫੀ ਮਹਿੰਗਾ ਸਵਿਟਜ਼ਰਲੈਂਡ ਤੇ very expensive. ਕਾਫੀ ਐਕਸਪੈਂਸਿਵ ਆ ਜਨੇਵਾ ਸਵਿਟਜ਼ਰਲੈਂਡ ਤੇ ਬਹੁਤ ਐਕਸਪੈਂਸਿਵ ਆ। ਆਈ ਹੋਪ ਤੁਸੀਂ ਸਾਰੇ ਨੇ ਪ੍ਰੋਗਰਾਮ ਲਾਈਕ ਕੀਤਾ ਹੋਗਾ। ਦੇਖੋ ਸਾਡੀ ਕੋਸ਼ਿਸ਼ ਹੁੰਦੀ ਹੈ ਮੈਂ ਮੇਰੇ ਪ੍ਰੋਗਰਾਮ ਬੜਾ ਐਜੂਕੇਸ਼ਨਲ ਇਨਫੋਰਮੇਟਿਵ ਪ੍ਰੋਗਰਾਮ ਲੈ ਕੇ ਆਉਂਦੇ ਆ। ਬਾਕੀ ਮੈਂ ਐਕਸਪਰਟ ਆਪਣੇ ਇਕਬਾਲਦੀਪ ਜੀ ਬਿਠਾਏ ਨੇ ਜਿਹੜਾ ਮੋਰ ਕੰਪਲਿਕੇਟਿਡ ਜਿਹੜਾ ਇਮੀਗ੍ਰੇਸ਼ਨ ਦਾ ਸਾਈਡ ਹੁੰਦੀ ਉਹਨਾਂ ਨੇ ਕਾਫੀ ਕਲੀਅਰ ਹੋ ਕੇ ਦੱਸੀ ਹੋਗੀ ਯੂਕੇ ਦੀ ਵੀ ਦੱਸੀ ਹੈ ਔਰ ਯੂਰਪ ਦੀ ਵੀ ਦੱਸੀ ਹੈ। ਐਟ ਦਾ ਮੋਮੈਂਟ ਜੋ ਗਾਈਡਲਾਈਨ ਤੁਹਾਨੂੰ ਦੱਸੀ ਹੈ ਉਹ ਇੰਪਲੀਮੈਂਟ ਹੋਏਗੀ। ਆਈ ਡਾਊਟ ਵੈਰੀ ਮੱਚ ਕਿ ਉਹਦੇ 'ਚ ਕੋਈ ਚੇਂਜਸ ਹੋਣਗੀਆਂ ਮੇਬੀ ਥੋੜਾ ਬਹੁਤਾ ਈਜ਼ ਹੋ ਸਕਦਾ ਨੇ ਪਰ ਇਹ ਤੇ ਹੁਣ ਟਾਈਮ ਦੇ ਨਾਲ ਪਤਾ ਲੱਗੂਗਾ ਵੀ ਕਿਹੜੀਆਂ ਪਾਲਿਸੀਜ਼ ਕਿੱਦਾਂ ਚੇਂਜਸ ਆਉਂਦੀਆਂ ਇੰਪਲੀਮੈਂਟ ਹੁੰਦੀਆਂ ਹੈਗੀਆਂ ਪਰ ਉਮੀਦ ਤੇ ਇਹੀ ਕਰਦੇ ਹੈਗੇ ਵੀ ਫ੍ਰੈਂਡਲੀ ਰਿਲੇਸ਼ਨ ਰਵੇ ਸਾਰਾ ਕੁਝ ਸਹੀ ਰਵੇ ਵੀ ਕੋਈ ਨਾ ਕੋਈ ਜਿੱਦਾਂ ਵੀ ਇਹਨੂੰ ਸਿੰਪਲੀਫਾਈ ਕੀਤਾ ਜਾ ਸਕੇ ਜਿੱਦਾਂ ਇੰਸ਼ੋਰੈਂਸ ਹੋ ਗਈ ਜੇ ਤੁਸੀਂ ਬ੍ਰੇਕਡਾਊਨ ਕਵਰ ਹੋ ਗਿਆ ਅਸੀਂ ਉਮੀਦ ਤੇ ਇਹੀ ਕਰਦੇ ਸਾਰੇ ਜਾਣੇ ਵੀ ਇੰਨਾ ਪੁਰਾਣਾ ਰਿਲੇਸ਼ਨਸ਼ਿਪ ਹੈਗਾ ਵੀ ਚਲੋ ਇੰਨੀ ਕੁ ਸਹੂਲਤਾਂ ਰੱਖੀਆਂ ਜਾਣ ਵੀ ਇੰਨਾ ਮਹਿਸੂਸ ਨਾ ਹੋਵੇ ਪਰ ਆਪਣੇ ਆਪ ਨੂੰ ਪ੍ਰਿਪੇਅਰ ਰੱਖ ਕੇ ਇੱਕ ਚੀਜ਼ ਕਰਿਓ ਅਗਰ ਤੁਸੀਂ ਕਾਜ ਫੈਮਿਲੀ ਗਈ ਤੁਹਾਡੇ ਪਾਸ ਕੋਈ ਡਾਕੂਮੈਂਟ ਨਹੀਂ ਸੀਗਾ ਉੱਥੇ ਲੜਾਈ ਨਾ ਕਰਿਓ ਉੱਥੇ ਇੱਕ ਚੀਜ਼ ਜ਼ਰੂਰ ਕਹਿ ਦਿਓ ਕਿ ਪਾਲ ਜੀ ਨੇ ਕਾਲ ਚੱਲਣ ਤੇ ਸ਼ੋਅ ਕੀਤਾ ਸੀ ਅਸੀਂ ਗੱਲ ਨਹੀਂ ਸੁਣੀ ਉਹਨਾਂ ਦੀ ਨਹੀਂ ਇੰਪੋਰਟੈਂਟ ਹੈ ਯਾਰ ਬਹੁਤ ਇੰਪੋਰਟੈਂਟ ਹੈ ਹਾਂਜੀ, because ਬਿਲਕੁਲ। ਦੇਖੋ ਸਾਡਾ ਮਕਸਦ ਹੈ ਇੱਕ ਮਜ਼ਾਕ ਇੱਕ ਪਾਸੇ ਰਹਿ ਗਿਆ ਆਪਣੀ ਕਮਿਊਨਿਟੀ ਦੀ ਸਾਨੂੰ ਬਹੁਤ ਸਪੋਰਟ ਕਰਦੇ ਨੇ ਔਰ ਸਾਡਾ ਫਰਜ਼ ਬਣਦਾ ਇਨ ਰਿਟਰਨ ਅਸੀਂ ਕੁਝ ਤੁਹਾਡੇ ਲਈ ਕੁਝ ਏਦਾਂ ਦਾ ਕੰਮ ਕਰੀਏ ਜਿਹੜਾ ਥੋੜਾ ਜਿਹਾ ਤੁਹਾਡੀ ਲਾਈਫ 'ਚ ਖਾਲੀ ਹੋ ਜਾਏ ਤੁਸੀਂ ਐਪਰੀਸ਼ੀਏਟ ਕਰੋ ਉਹ ਤੁਸੀਂ ਚੈਨਲ ਨੂੰ ਤੁਹਾਡਾ ਆਪਣਾ ਚੈਨਲ ਆ ਤੁਸੀਂ ਇਹਨੂੰ ਸਪੋਰਟ ਕਰੋ ਮਕਸਦ ਸਾਡਾ ਇਹ ਹੈਗਾ ਇੱਕ ਦੂਜੇ ਦੀ ਮਦਦ ਕਰਦੇ ਇੱਕ ਦੂਜੇ ਦੀ ਬਾਹ ਪਕੜਦੇ ਅਸੀਂ ਪਾਲ ਜੀ ਤੁਸੀਂ ਤੇ ਉਦਾਂ ਹੀ ਕਮਿਊਨਿਟੀ ਦੇ ਇੰਨੀ ਸੇਵਾ ਕਰਦੇ ਹੈਗੇ ਹੋ ਇੰਨੀ ਤੁਹਾਡੀ ਹੈਲਪ ਹੈਗੀ ਆ ਆਹ ਤੇ ਤੁਸੀਂ ਜਿਹੜਾ ਪ੍ਰੋਗਰਾਮ ਕੀਤਾ ਇਹ ਵੀ ਬਹੁਤ ਵਧੀਆ ਕੀਤਾ ਤੁਸੀਂ ਪਰ ਦੇਖੋ ਤੁਸੀਂ ਮੇਰੇ ਨਾਲ ਜੁੜੇ ਹੋ ਜਿਆਦਾ ਐਕਸਪਰਟ ਹੋ ਗਿਆ ਨਾ ਜਿਹੜੀ ਮੈਨੂੰ ਕਮੀ ਸੀਗੀ ਮੇਰੇ 'ਚ ਕਮੀ ਆ ਨਹੀਂ, ਕੋਈ ਉਹ ਗੱਲ ਤੁਸੀਂ ਪੂਰੀਆਂ ਕਰ ਦਿੱਤੀਆਂ ਇਹ ਕੋਈ ਗੱਲ ਨਹੀਂ ਪਰ ਜਿਹੜਾ ਤੁਸੀਂ ਕਿਉਂਕਿ ਕਾਫੀ ਲੋਕ ਕੋਰੋਨਾ ਵਾਇਰਸ ਕਰਕੇ ਭੁੱਲੇ ਹੋਏ ਸੀਗੇ ਇਸ ਮੈਂ ਚੀਜ਼ ਤਾਂ ਹੀ ਤਾਂ ਯਾਦ ਕਰਾਇਆ ਜਿਹੜਾ ਕਿ ਤੁਸੀਂ ਮੈਨੂੰ ਉਦੋਂ ਤੁਸੀਂ ਕਿਹਾ ਵੀ ਹਾਂ ਭਾਈ ਸਾਹਿਬ ਇਹ ਆਪਾਂ ਲੋਕੀ program ਕਰਨਾ ਹੈ। ਭੁੱਲ ਗਏ ਹੈਗੇ ਇਸ ਚੀਜ਼ ਨੂੰ ਵੀ ਜਿਹੜੀ ਵੱਡੀ ਚੇਂਜ ਆ ਰਹੀ ਹੈਗੀ ਆ ਤੇ ਚਲੋ ਇੱਕ ਛੋਟਾ ਜਿਹਾ ਸ਼ੋਅ ਕਰਕੇ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਇਹ ਬੜੀ ਸਹੀ ਸੋਚ ਸੀਗੀ ਤੁਹਾਡੀ ਮੈਂ ਬਾਜੀ ਅਪਰੀਸ਼ੀਏਟ ਥੈਂਕ ਯੂ ਕਰਦਾ ਸੋ ਮਚ ਤੁਹਾਡੇ ਆਉਣ ਦਾ ਮੈਂ ਰੀਅਲੀ ਐਪਰੀਸ਼ੀਏਟ ਕਰਦਾ ਦਿਲ ਦੀ ਗਹਿਰਾਈਆਂ ਤੋਂ ਇਸੇ ਤਰ੍ਹਾਂ ਜੋ ਵੀ ਤੁਸੀਂ ਘਰ ਬੈਠੇ ਤੁਹਾਡਾ ਸ਼ੁਕਰਾਨਾ ਕਰਦੇ ਆ ਪਲੀਜ਼ ਜਾਣੇ ਅਣਜਾਣੇ ਕੁਝ ਗਲਤ ਅਲਫਾਜ਼ ਕੇ ਹੋਣ ਕਿਸੇ ਨੂੰ ਬੁਰਾ ਲੱਗਿਆ ਮੈਂ ਮਾਫੀ ਚਾਹਾਂਗਾ ਨੈਕਸਟ ਵੀਕ ਸੇਮ ਟਾਈਮ ਸੇਮ ਜਗ੍ਹਾ ਤੇ ਫਿਰ ਤੁਹਾਡਾ ਮੁਲਾਕਾਤ ਹੋਏਗੀ ਕੋਈ ਹੋਰ ਪ੍ਰੋਗਰਾਮ ਲੈ ਕੇ ਤਬ ਤੱਕ ਰੱਬ ਰਾਖਾ ਸਤਿ ਸ੍ਰੀ ਅਕਾਲ ਜੀ बोले